ਸੁਰਸਾਗਰ ਟੀਵੀ, ਸੁਰਸਾਗਰ ਰੇਡੀਓ ਔਰ AM 960 ਦੇ ਸੁਣਨ ਵਾਲੇ ਦਰਸ਼ਕਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਔਰ ਸੁਰਸਾਗਰ ਦੇ ਪ੍ਰੋਗਰਾਮ ਦੇ ਵਿੱਚ ਇਸ ਹਫਤੇ ਅਸੀਂ ਇੱਕ ਬੜਾ ਸੀਰੀਅਸ ਔਰ ਬੜਾ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ। ਔਰ ਸਾਡੇ ਨਾਲ ਗੈਸਟ ਹੋਣਗੇ ਜਿਹੜੇ ਪਹਿਲਾਂ ਵੀ ਆ ਚੁੱਕੇ ਨੇ ਸਾਡੇ ਟੀਵੀ 'ਤੇ। ਉਹ ਹਨ ਡਾਕਟਰ ਜੋਗੇਸ਼ਵਰ ਸਿੰਘ, ਜੋ ਕਿ ਇਸ ਵੇਲੇ ਸਵਿਟਜ਼ਰਲੈਂਡ ਸੈਟਲ ਨੇ। ਔਰ ਉਹ ਜਦੋਂ ਇੰਡੀਆ ਸਨ, ਉਹ ਪਹਿਲਾਂ ਉਹਨਾਂ ਦੀ ਸਿਲੈਕਸ਼ਨ IPS 'ਚ ਹੋਈ ਸੀ, ਬਾਅਦ 'ਚ ਉਹਨਾਂ ਨੇ IAS ਦਾ ਐਗਜ਼ਾਮ ਦਿੱਤਾ, IAS ਦੀ ਸਿਲੈਕਸ਼ਨ ਹੋਈ। ਉਹ ਹਿਮਾਚਲ ਪ੍ਰਦੇਸ਼, ਉਹ ਜਿਹੜਾ ਪੁਰਾਣਾ ਪੰਜਾਬ ਸੀਗਾ, ਉਹ 'ਚ ਡਿਪਟੀ ਕਮਿਸ਼ਨਰ ਵੀ ਰਹੇ। 1984 'ਚ ਉਹਨਾਂ ਨੇ ਆਪਣਾ ਰਿਜ਼ਾਈਨ ਕਰਕੇ ਸਵਿਟਜ਼ਰਲੈਂਡ ਸ਼ਿਫਟ ਹੋ ਗਏ। ਉਹ ਤੋਂ ਬਾਅਦ 'ਚ ਉੱਥੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਸਭ ਤੋਂ ਵੱਡਾ ਇੰਸਟੀਟਿਊਸ਼ਨ ਉਸ ਏਰੀਆ ਦਾ ਰੋਥਚਾਈਲਡ ਗਰੁੱਪ ਆਫ ਬੈਂਕ, ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਰਹੇ। ਔਰ ਉਸ ਤੋਂ ਬਾਅਦ 'ਚ ਰਿਟਾਇਰਮੈਂਟ ਤੋਂ ਬਾਅਦ ਹੁਣ ਉਹ ਸਵਿਟਜ਼ਰਲੈਂਡ ਹੀ ਨੇ। ਉਹਨਾਂ ਨੇ ਕਾਫੀ ਕਿਤਾਬਾਂ ਵੀ ਲਿਖੀਆਂ ਨੇ, ਨਾਲ ਨਾਲ ਸਿੱਖੀ ਦੇ ਟੌਪਿਕਸ 'ਤੇ ਉਹ ਟਾਈਮ ਟੂ ਟਾਈਮ ਕਾਫੀ ਲਿਖਦੇ ਰਹਿੰਦੇ ਨੇ, ਪੜ੍ਹਦੇ ਰਹਿੰਦੇ ਨੇ। ਔਰ ਮੇਰੇ ਨਾਲ ਵੀ ਉਹਨਾਂ ਦੇ ਪਰਸਨਲ ਲੈਵਲ 'ਤੇ ਵੀ ਡਿਸਕਸ਼ਨ ਹੁੰਦੀ ਰਹਿੰਦੀ ਹੈ। ਤੋ ਅੱਜ ਦਾ ਜਿਹੜਾ ਟੌਪਿਕ ਬੇਸਿਕ ਜਿਹੜਾ ਅਸੀਂ ਸਿੱਖਿਜ਼ਮ 'ਤੇ ਪਿੱਛੇ ਜੇ ਇੱਕ ਡਾਕਟਰ ਸਾਹਿਬ ਨੇ, ਉਹ ਵੀ ਡਾਕਟਰ ਕਰਮਿੰਦਰ ਸਿੰਘ ਢਿੱਲਨ, ਉਹਨਾਂ ਨੇ ਇੱਕ 12 ਵੀਡੀਓਜ਼ ਜਾਰੀ ਕੀਤੇ ਨੇ YouTube 'ਤੇ। ਕੋਈ ਵੀ ਸਿੱਖ ਉਹਨੂੰ ਵੇਖ ਸਕਦਾ। ਉਹ ਦੇਖ ਕੇ ਉਹਨੇ ਸਾਨੂੰ ਕਾਫੀ ਝੰਜੋੜ ਦਿੱਤਾ ਕਿ ਅਸੀਂ ਥੋੜ੍ਹਾ ਜਿਹਾ ਸਿੱਖੀ ਨੂੰ, ਜਿਹੜੀ ਗੁਰੂ ਨਾਨਕ ਸਾਹਿਬ ਨੇ ਜਾਂ 10 ਗੁਰੂਆਂ ਨੇ ਦਿੱਤੀ ਹੈ, ਉਹਨੂੰ ਸਮਝਣ 'ਚ ਕਿਤੇ ਨਾ ਕਿਤੇ ਸਾਡੇ ਕੋਲੋਂ ਕੁਤਾਹੀ ਹੋ ਰਹੀ ਹੈ ਕੌਮ ਦੀ। ਤਾਂ ਉਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜੋ ਉਹਨਾਂ ਨੇ ਕਿਹਾ, ਤੱਥਾਂ 'ਤੇ ਕਿਹਾ, ਜੋ ਅਸੀਂ ਆਪ ਸਮਝਦੇ ਹਾਂ, ਉਹ ਵੀ ਥੋੜ੍ਹਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਾਕੀ ਅਸੀਂ ਸਰੋਤੇ ਆਪਣਾ ਡਿਸੀਜ਼ਨ ਆਪ ਲੈ ਸਕਦੇ ਆ। ਪਰ ਇਹ ਜਿਹੜਾ ਡਾਇਰੈਕਸ਼ਨ ਚੇਂਜ ਕਰਨ ਦੀ ਸਾਨੂੰ ਲੱਗਿਆ ਕਿ ਬਹੁਤ ਜ਼ਰੂਰਤ ਹੈ। ਤੋ ਸਭ ਤੋਂ ਪਹਿਲਾਂ ਤਾਂ ਮੈਂ ਵੈਲਕਮ ਕਰਦਾ ਡਾਕਟਰ ਜੋਗੇਸ਼ਵਰ ਸਿੰਘ ਨੂੰ। ਵੈਲਕਮ ਡਾਕਟਰ ਸਾਹਿਬ। ਬਹੁਤ ਬਹੁਤ ਮਿਹਰਬਾਨੀ ਬ੍ਰਿਗੇਡੀਅਰ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਔਰ ਬਹੁਤ ਮਿਹਰਬਾਨੀ ਤੁਸੀਂ ਟਾਈਮ ਦਿੱਤਾ। ਤਾਂ ਮੈਂ ਹੁਣ ਸ਼ੁਰੂ ਇਹੀ ਕਰਨਾ ਚਾਹੁੰਦਾ ਕਿ ਜੇ ਅਸੀਂ ਆਪਣੀ ਨਜ਼ਰ ਉਸ ਵੇਲੇ ਲਈਏ ਜਦੋਂ ਕਿ ਗੁਰੂ ਨਾਨਕ ਸਾਹਿਬ ਨੂੰ ਐਨਲਾਈਟਨਮੈਂਟ ਹੋਈ, ਔਰ ਉਹਨਾਂ ਨੇ ਉਹ ਜਿਹੜੀ ਤੁਰਕੀ ਬਾਣੀ ਆਈ, ਉਹ ਡਿਕਟੇਟ ਕਰਨੀ ਸ਼ੁਰੂ ਕਰ ਦਿੱਤੀ। ਉਹ ਪੋਥੀ ਸਾਹਿਬ ਦੇ ਵਿੱਚ ਇਕੱਠੀ ਹੋ ਗਈ, ਔਰ 5ਵੇਂ ਗੁਰੂ ਨੇ ਉਹਨੂੰ ਇੱਕ ਲਿਖਤੀ ਰੂਪ ਦੇ ਵਿੱਚ ਲਿਆਉਣਾ ਸ਼ੁਰੂ ਕੀਤਾ। ਔਰ ਫਾਈਨਲੀ 10ਵੇਂ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ, ਜਿਹੜਾ ਕਿ ਇੱਕ ਇਹੋ ਜਿਹੀ ਬਾਣੀ ਹੈ ਕਿ ਜਿਹੜੀ ਕਿ ਤੁਰਕੀ ਬਾਣੀ ਹਰੇਕ ਗੁਰੂ ਨੇ ਜਿਸ ਤਰ੍ਹਾਂ ਰਿਲਾਈਜ਼ ਕੀਤੀ ਹੈ, ਉਹ ਸਾਨੂੰ ਸਾਡੇ ਨਾਲ ਸ਼ੇਅਰ ਕੀਤੀ। ਉਸ ਦੇ ਨਾਲ ਨਾਲ ਉਹਨਾਂ ਨੇ ਜਿਹੜੇ ਉਸ ਵੇਲੇ ਦੇ ਜਾਂ ਉਸ ਵੇਲੇ ਤੋਂ ਪਹਿਲਾਂ ਭਗਤ ਸਨ ਜਾਂ ਸੰਤ ਸਨ, ਉਹਨਾਂ ਦੀ ਬਾਣੀ ਵੀ ਇਨਕਲੂਡ ਕੀਤੀ ਹੈ, ਬੇਸਿਕਲੀ ਉਹੀ ਪ੍ਰੂਵ ਕਰਨ ਲਈ ਕਿ ਜੋ ਗੁਰੂਆਂ ਨੇ ਕਿਹਾ ਉਹ ਕਈਆਂ ਸੰਤਾਂ ਨੇ ਵੀ ਰਿਲਾਈਜ਼ ਕੀਤਾ। ਜਿਵੇਂ ਕੋਈ ਥਿਓਰਮ ਜਾਂ ਕੋਈ ਮੈਥਮੈਟਿਕਸ ਦੀ ਚੀਜ਼ ਪ੍ਰੂਵ ਕੀਤੀ ਜਾਂਦੀ ਹੈ, ਉਹਨੂੰ ਰੀਇਨਫੋਰਸ ਕੀਤਾ ਤਾਂ ਕਿ ਸਾਰੇ ਧਰਮ ਵਾਲੇ ਇਹ ਨਾ ਸੋਚਣ ਕਿ ਸਿਰਫ ਇੱਕੋ ਹੀ ਧਰਮ ਜਾਂ ਇੱਕੋ ਹੀ ਲੀਨੀਏਜ ਤੋਂ ਇਹ ਕਿਹਾ ਗਿਆ, ਉਹ ਪ੍ਰੂਵ ਕੀਤਾ। ਹੁਣ ਆਪਾਂ ਪਹਿਲਾਂ ਇਹ ਤੋਂ ਸ਼ੁਰੂ ਕਰੀਏ ਕਿ ਆਪਣੀ ਡਿਸਕਸ਼ਨ ਕਿ ਜੋ ਡਾਕਟਰ ਕਰਮਿੰਦਰ ਸਿੰਘ ਢਿੱਲਨ ਸਾਹਿਬ ਨੇ ਕਿਹਾ ਕਿ ਜਿਹੜਾ ਉਹਨਾਂ ਨੇ ਤਾਂ ਉਹ ਜਿਹੜੀ ਇਹਨੂੰ ਕਿਹਾ ਕਿ ਹਾਈਜੈਕਿੰਗ ਆਫ ਸਿੱਖੀ, ਕਿੰਨੀ ਕੁ ਹਾਈਜੈਕ ਹੋਈ ਹੈ ਸਿੱਖੀ, ਕਿਉਂ ਹੋਈ ਹੈ, ਕਦੋਂ ਹੋਈ ਹੈ। ਪਰ ਸਭ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ ਦਾ ਥੀਮ ਡਿਸਕਸ ਕਰੀਏ, ਜੋ ਕਿ ਅਸੀਂ ਸਮਝਦੇ ਹਾਂ, ਜਿੰਨਾ ਕਿ ਮੈਂ ਸਮਝਿਆ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਕਿ ਗੁਰੂ ਨਾਨਕ ਨੇ ਇੱਕ ਇੰਡੀਵਿਜੂਅਲ ਨੂੰ ਇੰਨੀ ਐਮਪਾਵਰ ਕਰ ਦਿੱਤਾ, ਇੰਡੀਵਿਜੂਅਲ ਨੂੰ ਦੱਸਿਆ ਕਿ ਜੇ ਤੁਸੀਂ ਉਸ ਤਰੀਕੇ ਦੇ ਨਾਲ ਲਾਈਫ ਜਿਓ, ਉਸ ਤਰੀਕੇ ਨਾਲ ਜਪ ਕਰੋ ਜਾਂ ਸਿਮਰਨ ਕਰੋ, ਔਰ ਆਮ ਇਨਸਾਨ ਵੀ ਉਹ ਚੀਜ਼ ਅਚੀਵ ਕਰ ਸਕਦਾ, ਉਹ ਵੀ ਬ੍ਰਹਮ ਗਿਆਨੀ ਬਣ ਸਕਦਾ। ਇਹ ਇੱਕ ਬਹੁਤ ਵੱਡੀ ਚੇਂਜ ਸੀਗੀ ਕਿ ਜੇ ਉਸ ਵੇਲੇ ਜਿਹੜੀ ਬਾਕੀ ਜਿਹੜੇ ਧਰਮ ਸੀਗੇ, ਉਹ ਇੱਕ ਦੂਜੇ ਦਾ ਇਸ ਕੰਮ 'ਚ ਉਹ ਆਪਣਾ ਟਾਈਮ ਬਤੀਤ ਕਰ ਰਹੇ ਸੀ ਕਿ ਮੇਰਾ ਜਿਹੜਾ ਰੱਬ ਹੈ ਤੇਰੇ ਰੱਬ ਨਾਲੋਂ ਵੱਡਾ। ਤਾਂ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਵੀ ਹਰੇਕ ਦੇ ਵਿੱਚ ਰੱਬ ਹੈ। ਔਰ ਸਭ ਤੋਂ ਵੱਡੀ ਜਿਹੜੀ ਦੇਣ ਹੈ ਮੇਰੇ ਹਿਸਾਬ ਦੇ ਨਾਲ, ਜਿਹੜਾ ਉਹਨਾਂ ਨੇ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ। ਔਰ ਸ਼ਬਦ ਗੁਰੂ ਨੂੰ ਵੀ ਸਮਝਣ ਲਈ ਕਈ ਲੋਕ ਡਿਫਰੈਂਟ ਇਹਦੀ ਐਕਸਪਲੇਨੇਸ਼ਨ ਕਰਦੇ ਆ। ਆਪਾਂ ਇਸ ਤੋਂ ਹੀ ਸ਼ੁਰੂ ਕਰਦੇ ਹਾਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਔਰ ਜੋ ਗੁਰੂ ਨਾਨਕ ਜਾਂ ਸਾਡੇ ਬਾਕੀ ਗੁਰੂਆਂ ਦਾ ਕੀ ਮੈਸੇਜ ਸੀਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਡਾਕਟਰ ਸਾਹਿਬ। ਮੈਂ ਪਹਿਲੀ ਗੱਲ ਤਾਂ ਇਹ ਹੈ ਕਿ
ਤੁਸੀਂ ਮੈਨੂੰ ਬਹੁਤ ਵੱਡਾ ਮਾਣ ਦੇ ਰਹੇ ਹੋ ਬ੍ਰਿਗੇਡੀਅਰ ਸਾਹਿਬ, ਕਿਉਂਕਿ ਮੈਂ ਇੱਕ ਚੀਜ਼ ਜ਼ਰੂਰ ਮੈਂਸ਼ਨ ਕਰ ਦਿਆਂ, ਮੈਂ ਕਿਸੇ ਹੋਰ ਚੈਨਲ ਤੇ ਕੁਝ ਦੇਰ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੁਝ ਸਿੱਖ ਧਰਮ ਦੇ ਬਾਰੇ ਹੀ, ਲੰਡਨ ਦਾ ਚੈਨਲ ਹੈਗਾ, ਤੇ ਜਿਹੜੇ ਕਮੈਂਟ ਆਣੇ ਸ਼ੁਰੂ ਹੋਏ ਉਹ ਤਾਂ ਮੈਂ ਸਮਝ ਸਕਦਾ ਕਿ ਜੋ ਅਸੀਂ ਗੱਲਾਂ ਕਹਿ ਰਹੇ ਹਾਂ ਉਹ ਕਿਸੇ ਨੂੰ ਪਸੰਦ ਆਏ ਜਾਂ ਕਿਸੇ ਨੂੰ ਨਾ ਪਸੰਦ ਆਏ, ਤੁਸੀਂ ਕੁਐਸਚਨ ਕਰੋ, ਹਰੇਕ ਦਾ ਹੱਕ ਹੈ। ਕਮੈਂਟ ਇਹ ਆਏ ਕਿ ਜੀ ਜਿਹੜੇ 3 ਬੰਦੇ ਸਕਰੀਨ ਤੇ ਦਿਸ ਰਹੇ ਸੀ, ਇਹ ਤਿੰਨਾਂ ਚੋਂ ਕਿਸੇ ਦੀ ਵੀ ਦਾੜੀ ਨਹੀਂ ਖੁੱਲੀ। ਮਤਲਬ ਕਿ ਅਸੀਂ ਇੰਨਾ ਦੂਰ ਹੋ ਚੁੱਕੇ ਹਾਂ ਆਪਣੇ ਗੁਰੂ ਸਾਹਿਬਾਨ ਦੇ ਮੈਸੇਜ ਤੋਂ ਕਿ ਸਾਨੂੰ ਦਿਖਾਵਟ ਨਾਲ ਜ਼ਿਆਦਾ ਲੱਗਦਾ ਕਿ ਜੀ ਇਹਦੀ ਦਾੜੀ ਖੁੱਲੀ ਹੈ ਜਾਂ ਇਹਦੀ ਦਾੜੀ ਨਹੀਂ ਖੁੱਲੀ। ਹੁਣ ਮੇਰੀ ਦਾੜੀ ਤੁਸੀਂ ਵੇਖ ਲਓ, ਖੁੱਲੀ ਤਾਂ ਨਹੀਂ ਹੈਗੀ ਪਰ ਟ੍ਰਿਮਡ ਵੀ ਨਹੀਂ ਹੈਗੀ, ਮੈਂ ਦਾੜੀ ਨਹੀਂ ਕੱਟਦਾ। ਸੋ ਜਿਹੜੇ ਉਹ ਜਿਨ੍ਹਾਂ ਨੇ ਪਹਿਲਾਂ ਸ਼ੁਰੂ ਕਰ ਦੇਣਾ ਕਿ ਜੀ ਦਾੜੀ ਨਹੀਂ ਖੁੱਲੀ, ਉਹ ਜੋ ਅਸੀਂ ਗੱਲ ਡਿਸਕਸ ਕਰ ਰਹੇ ਹਾਂ ਉਹ ਗੱਲ ਨੂੰ ਸੁਣਨ ਤੇ ਉਸ ਦੇ ਬੇਸਿਸ ਤੇ ਆਪਣਾ ਓਪੀਨੀਅਨ ਬਣਾਉਣ, ਬਜਾਏ ਇਹ ਕਿ ਜੀ ਦਾੜੀ ਖੁੱਲੀ ਹੈ ਜਾਂ ਨਹੀਂ ਖੁੱਲੀ। ਜੋਗੇਸ਼ਵਰ ਸਾਹਿਬ ਜੀ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਕਿਉਂਕਿ ਮੈਂ ਤਾਂ ਗੁਰਸਿੱਖੀ ਦੇ ਪੂਰੇ ਉਹ ਬਾਣੇ 'ਚ ਵੀ ਨਹੀਂ ਹੈ, ਮੈਂ ਦਾੜੀ ਕੱਟਦਾ ਯੈਸ, ਪਰ ਅਸੀਂ ਉਹੀ ਕੋਸ਼ਿਸ਼ ਕਰ ਰਹੇ ਹਾਂ, ਮੈਂ ਵੀ ਉਹੀ ਕੋਸ਼ਿਸ਼ ਜੋ ਪਰਮਾਤਮਾ ਸਾਡੇ ਕੋਲ ਬੁਲਾਉਂਦਾ, ਜੋ ਅਸੀਂ ਸਮਝਦੇ ਹਾਂ ਸਿੱਖੀ ਦੇ ਬਾਰੇ, ਤਾਂ ਅਸੀਂ ਉਹੀ ਡਿਸਕਸ ਕਰਾਂਗੇ। ਠੀਕ ਹੈ, ਥੋੜੀ ਆਪੋਜੀਸ਼ਨ ਜ਼ਰੂਰ ਹੋਏਗੀ, ਬਟ ਹਰੇਕ ਚੀਜ਼ ਨੂੰ ਜੇ ਸਿਰਫ ਅਸੀਂ ਉਹ ਇੱਕੋ ਹੀ ਕਸੌਟੀ 'ਤੇ ਵੇਖੀਏ ਕਿ ਉਸ ਤੋਂ ਬਾਅਦ ਕੋਈ ਅੱਗੇ ਨਹੀਂ ਹੈ, ਤਾਂ ਮੇਰਾ ਖਿਆਲ ਅਸੀਂ ਟਾਈਮ ਵੇਸਟ ਕਰ ਰਹੇ ਹਾਂ। ਬਟ ਅਸੀਂ ਵੀ ਵਿਲ ਕੰਟੀਨਿਊ ਡਿਸਕਸਿੰਗ। ਆਈ ਰਿਕੁਐਸਟ ਯੂ ਟੂ ਕਾਈਂਡਲੀ ਵੀਲ ਮੂਵ ਔਨ। ਜਿੱਥੇ ਤੱਕ ਮੈਂ ਸਮਝਿਆ ਬ੍ਰਿਗੇਡੀਅਰ ਸਾਹਿਬ, ਜਿੰਨੀ ਕੁ ਮੇਰੀ ਥੋੜੀ ਬਹੁਤ ਵਾਹਿਗੁਰੂ ਨੇ ਅਕਲ ਬਖਸ਼ੀ ਹੈ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਮੇਰੇ ਲਈ ਗੁਰੂ ਸਾਹਿਬ ਸਾਰੇ ਗੁਰੂ ਸਾਹਿਬਾਨ ਦਾ, ਕਿਉਂਕਿ ਜੋ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ, ਬਾਕੀ ਗੁਰੂ ਸਾਹਿਬਾਨ ਦਾ ਮੈਸੇਜ ਇੱਕੋ ਹੀ ਹੈ, ਉਹ ਬਿਲਕੁਲ ਉਸੇ ਦੇ ਆਧਾਰਿਤ ਹੈ। ਔਰ ਅਸੀਂ ਹਾਈਜੈਕਿੰਗ ਆਫ ਸਿੱਖੀ ਦੀ ਪਹਿਲਾਂ ਤੁਸੀਂ ਗੱਲ ਕੀਤੀ ਹੈ, ਉਹਦੇ 'ਚ ਇੱਕ ਬੜੀ ਵੱਡੀ ਗੱਲ ਨੇ ਮੈਨੂੰ ਇਹ ਡਿਸਟਰਬ ਕੀਤਾ ਕਿ ਕਈ ਲੋਕ ਕੋਸ਼ਿਸ਼ ਕਰਦੇ ਨੇ, ਉਹ ਆਲਮੋਸਟ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ 10ਮ ਪਾਤਸ਼ਾਹ ਨੇ ਆਲਮੋਸਟ ਇੱਕ ਸੈਪਰੇਟ ਧਰਮ ਬਣਾ ਛੱਡਿਆ ਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ, ਮਤਲਬ ਕਿ ਇਹ ਸਾਰੀਆਂ ਜਿਹੜੀਆਂ ਗੱਲਾਂ ਗਲਤ ਨੇ, ਉਹਨਾਂ ਦੇ ਸਾਨੂੰ ਬੜਾ ਕੌਨਸ਼ੀਅਸ ਹੋਣਾ ਪੈਣਾ। ਕੋਈ ਫਰਕ ਨਹੀਂ ਹੈ। ਗੁਰੂ ਸਾਹਿਬਾਨ ਦਾ ਮੈਸੇਜ, ਭਗਤਾਂ ਦੀ ਬਾਣੀ ਦਾ ਮੈਸੇਜ ਬਿਲਕੁਲ ਇੱਕੋ ਮੈਸੇਜ ਹੈ ਕਿ ਸਾਡੇ ਆਪਣੇ ਅੰਦਰ ਉਹ ਕਪੈਸਿਟੀ ਹੈ ਬ੍ਰਹਮ ਗਿਆਨੀ ਬਣਨ ਦੀ, ਬੜੀ ਵੱਡੀ ਗੱਲ। ਇਹਦੇ ਲਈ ਕੋਈ ਲੋੜ ਨਹੀਂ ਆਪਣੇ ਆਪ ਨੂੰ ਤਸੀਹੇ ਦੇਣ ਦੀ, ਇਹਦੇ ਲਈ ਕੋਈ ਲੋੜ ਨਹੀਂ ਜੰਗਲਾਂ ਦੇ ਵਿੱਚ ਜਾ ਕੇ ਭਟਕਣ ਦੀ। ਸਾਰਿਆਂ ਨੇ ਸੁਣਿਆ ਹੋਣਾ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਮੇਰੀ ਤਾਂ ਖੈਰ ਨੌਲੇਜ ਬੜੀ ਲਿਮਿਟਡ ਹੈ, ਬੜੇ ਵੱਡੇ ਵੱਡੇ ਸਕਾਲਰ ਇਸ ਚੀਜ਼ ਨੂੰ ਦੱਸ ਸਕਦੇ ਨੇ। ਸੋ ਇਹ ਜਿਹੜੀ ਕਪੈਸਿਟੀ ਹੈ, ਇਹ ਸਾਨੂੰ ਗੁਰੂ ਸਾਹਿਬਾਨ ਨੇ ਇਹ ਸਾਨੂੰ ਗੁੜਤੀ ਦਿੱਤੀ ਹੈ ਕਿ ਅਸੀਂ ਸਾਰੇ ਸ਼ਬਦ ਗੁਰੂ ਦੇ ਨਾਲ ਜੁੜ ਕੇ, ਹੁਣ ਸ਼ਬਦ ਗੁਰੂ ਮੇਰੇ ਲਈ ਕੁਝ ਹੋਰ ਹੋ ਸਕਦਾ, ਤੁਹਾਡੇ ਲਈ ਕੁਝ ਹੋਰ ਹੋ ਸਕਦਾ ਹੈ, ਉਹ ਜਿਵੇਂ ਜਿਵੇਂ ਐਵੋਲਿਊਸ਼ਨ ਦੀ ਸਟੇਜ ਆਂਦੀ ਜਾਂਦੀ ਹੈ। ਪਰ ਸ਼ਬਦ ਗੁਰੂ ਤੋਂ ਇੱਕ ਚੀਜ਼ ਮੇਰੇ ਲਈ ਬੜੀ ਕਲੀਅਰ ਹੈ ਕਿ ਸ਼ਬਦ ਗੁਰੂ ਦੇਹਧਾਰੀ ਗੁਰੂ ਨਹੀਂ ਹੈ, ਸ਼ੁਰੂ ਤੋਂ ਦੇਹਧਾਰੀ ਗੁਰੂ ਨਹੀਂ ਹੈ, ਸ਼ਬਦ ਗੁਰੂ। ਸੋ ਸਾਨੂੰ ਸ਼ਬਦ ਗੁਰੂ, ਸਾਨੂੰ ਐਸੈਂਸ ਲੱਭਣਾ ਹੈ ਅਸੀਂ ਗੁਰਬਾਣੀ ਵਿੱਚ ਆਪ। ਇਹ ਕੋਈ ਰੈਡੀਮੇਡ ਉਹ ਚੀਜ਼ ਨਹੀਂ ਹੈਗੀ ਕਿ ਕਿਸੇ ਹੋਰ ਨੇ ਸਾਨੂੰ, ਲੋਕੀ ਸਾਨੂੰ ਜਿਹੜੀ ਚੰਗੀ ਸੰਗਤ ਦੇ ਨਾਲ ਰਹਿ ਕੇ, ਸਿਆਣੇ ਲੋਕਾਂ ਨਾਲ ਗੱਲਬਾਤ ਕਰਕੇ, ਵਿਚਾਰ ਕਰਨ ਕਰਕੇ ਆਪਾਂ ਆਪਣੀ ਕਪੈਸਿਟੀ ਵਧਾ ਸਕਦੇ ਹਾਂ। ਪਰ ਅਲਟੀਮੇਟਲੀ ਸਾਨੂੰ ਆਪਣੇ ਆਪ ਪੂਰੀ ਤਰ੍ਹਾਂ ਸਮਝ ਕੇ ਸ਼ਬਦ ਗੁਰੂ ਦੇ ਨਾਲ ਜੁੜਨਾ ਪੈਣਾ ਹੈ, ਸ਼ਾਰਟਕਟ ਕੋਈ ਨਹੀਂ ਲੱਗਣਾ। ਸੋ ਮੇਰੇ ਹਿਸਾਬ ਨਾਲ ਇਹ ਇੱਕ ਦੂਜਾ ਬੜਾ ਵੱਡਾ ਫਰਕ ਜੋ ਮੈਂ ਸਮਝਦਾ ਉਹ ਇਹ ਹੈ ਕਿ ਮੈਂ ਸਾਰੇ ਧਰਮਾਂ ਦੀ ਮੈਂ ਇੱਜ਼ਤ ਕਰਦਾ, ਪਰ ਬਾਕੀ ਮੈਨੂੰ ਕਿਸੇ ਵੀ ਧਰਮ ਦੇ ਵਿੱਚ ਇਹ ਚੀਜ਼ ਨਹੀਂ ਲੱਭੀ ਕਿ ਸਾਡੇ ਧਰਮ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਉਹਨਾਂ ਨੇ ਆਪ ਉਚਾਰਨ ਕੀਤਾ, ਜੋ ਕਿ ਉਹਨਾਂ ਨੂੰ, ਜੋ ਉਹਨਾਂ ਦਾ ਵਾਹਿਗੁਰੂ ਜਿਵੇਂ ਉਹਨਾਂ ਨੂੰ ਪ੍ਰਗਟ ਹੋਇਆ, ਜੋ ਉਹਨਾਂ ਨੇ ਸਮਝਿਆ ਵਾਹਿਗੁਰੂ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਕੀ ਬਾਣੀ, ਧੁਰ ਕੀ ਬਾਣੀ ਆਈ, ਕੀ ਆਇਆ। ਬਾਕੀ ਧਰਮਾਂ ਦੇ ਵਿੱਚ ਜਿੱਥੇ ਤੱਕ ਮੇਰੀ ਲਿਮਿਟਿਡ ਅਕਲ ਹੈਗੀ ਹੈ, ਜਿਹੜੇ ਫਾਊਂਡਰ ਸੀਗੇ ਜਾਂ ਜਿਹੜੇ ਪ੍ਰੋਫਿਟ ਸੀ, ਉਹਨਾਂ ਤੋਂ ਕਈ ਵਾਰੀ ਤਾਂ ਕਈ ਸਦੀਆਂ ਬਾਅਦ ਲੋਕਾਂ ਨੇ ਲਿਖਿਆ। ਸਾਨੂੰ ਤਾਂ ਇਹ ਧੁਰ ਤੋਂ ਆਈ ਬਾਣੀ ਮਿਲੀ ਹੈ, ਗੁਰੂ ਸਾਹਿਬ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ।
ਸੋ ਉਸ ਕਪੈਸਿਟੀ ਨੂੰ ਡਿਵੈਲਪ ਕਰਨ ਦੀ ਬਜਾਏ ਜੋ ਅਸੀਂ ਅੱਜ ਕੱਲ੍ਹ ਸਿੱਖ ਸਮਾਜ 'ਚ ਦੇਖਦੇ ਹਾਂ, ਤਾਂ ਜੋ ਡਾਕਟਰ ਕਰਮਵੀਰ ਸਿੰਘ ਢਿੱਲੋਂ ਸਾਹਿਬ ਨੇ ਕਿਹਾ ਕਿ ਹਾਈਜੈਕਿੰਗ ਆਫ ਸਿੱਖੀ, ਮੈਨੂੰ ਉਹਨਾਂ ਦੇ ਮੇਰੀਆਂ ਤਾਂ ਅੱਖਾਂ ਖੁੱਲ ਗਈਆਂ ਉਹਨਾਂ ਦੀਆਂ ਜੋ ਮੈਂ ਗੱਲਾਂ ਸੁਣੀਆਂ, ਕਿਉਂਕਿ ਕਈ ਗੱਲਾਂ ਮੈਨੂੰ ਡਿਸਟਰਬ ਜ਼ਰੂਰ ਕਰਦੀਆਂ ਸੀ ਬ੍ਰਿਗੇਡੀਅਰ ਸਾਹਿਬ। ਕਈ ਸਾਡੀਆਂ ਪ੍ਰੈਕਟਿਸਿਸ ਜਿਵੇਂ ਗੁਰਦੁਆਰਿਆਂ ਦੇ ਵਿੱਚ ਮੈਂ ਦੇਖਦਾ ਹਾਂ, ਇਹ ਵੀ ਹੁਣ ਕਈ ਲੋਕਾਂ ਨੂੰ ਸ਼ਾਇਦ ਚੰਗਾ ਲੱਗੇ ਜਾਂ ਨਾ ਲੱਗੇ, ਪਰ ਮੈਨੂੰ ਲੱਗਦਾ ਸੀ ਵੀ ਇਹ ਤਾਂ ਆਪਾਂ ਮੂਰਤੀ ਪੂਜਾ ਟਾਈਪ ਦੀਆਂ ਪ੍ਰੈਕਟਿਸਿਸ ਨੇ, ਭਾਵੇਂ ਕਿ ਅਸੀਂ ਮੂਰਤੀ ਨਹੀਂ ਰੱਖੀ, ਪਰ ਮੈਨੂੰ ਡਿਸਟਰਬ ਕਰਦੀਆਂ ਸੀ ਇਹ ਚੀਜ਼ਾਂ। ਤਾਂ ਜਦੋਂ ਮੈਂ ਉਹਨਾਂ ਨੂੰ ਸੁਣਿਆ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਮੇਰੀ ਜਿਹੜੀ ਇਹ ਬੇਸਿਕ ਫੀਲਿੰਗ ਸੀ, ਜੋ ਮੈਨੂੰ ਲੱਗਦਾ ਸੀ ਵੀ ਇਹ ਕੁਝ ਠੀਕ ਨਹੀਂ ਹੈਗਾ, ਉਹ ਫੀਲਿੰਗ ਬਿਲਕੁਲ ਠੀਕ ਸੀ, ਪਰ ਮੇਰੀ ਆਪਣੀ ਇਗਨੋਰੈਂਸ ਕਰਕੇ ਮੈਨੂੰ ਉਹਦਾ ਕਾਰਨ ਨਹੀਂ ਸੀ ਪਤਾ ਲੱਗ ਰਿਹਾ। ਹੁਣ ਮੈਨੂੰ ਉਹਦਾ ਕਾਰਨ ਥੋੜਾ ਬਿਹਤਰ ਸਮਝ ਆਉਣਾ ਸ਼ੁਰੂ ਹੋ ਗਿਆ। ਸੋ ਇਸ ਕਰਕੇ ਹੁਣ ਮੈਂ ਤਾਂ ਜਿੰਨੇ ਕੋਈ ਹੁਣ ਸਾਲ ਰਹਿੰਦੇ ਨੇ ਜ਼ਿੰਦਗੀ ਦੇ, ਪੂਰੀ ਕੋਸ਼ਿਸ਼ ਇਹ ਕਰਨੀ ਹੈ ਕਿ ਜਿੰਨਾ ਨੇੜੇ ਤੋਂ ਨੇੜੇ ਹੋ ਸਕਾਂ ਮੈਂ ਸ਼ਬਦ ਗੁਰੂ ਨੂੰ ਸਮਝਣ ਤੇ ਗੁਰੂ ਸਾਹਿਬ ਦੇ ਮੈਸੇਜ ਨੂੰ ਸਮਝਣ 'ਚ, ਔਰ ਜੋ ਸਾਡੀਆਂ ਡਿਸਟੋਰਸ਼ਨਸ ਆ ਗਈਆਂ ਨੇ ਸਾਡੇ ਤੁਸੀਂ ਇਹ ਦੇਖੋ ਕਿ ਸਿਰਫ ਇਹ ਨਹੀਂ ਕਿ ਸਿਰਫ ਸਾਡੇ ਮੈਸੇਜ ਨੂੰ ਡਿਸਟੋਰਟ ਕੀਤਾ ਗਿਆ ਹੈ, ਸਾਡੇ ਉੱਤੇ ਕਈ ਸਕ੍ਰਿਪਚਰਸ ਵੀ ਕਈ ਕਹੇ ਜਾਂਦੇ ਨੇ ਕਿ ਜੀ ਇਹ ਗੁਰੂ ਸਾਹਿਬਾਨ ਨੇ ਲਿਖੇ ਨੇ ਜਾਂ ਨਹੀਂ ਲਿਖੇ। ਸੋ ਇਹ ਸਾਰੀਆਂ ਗੱਲਾਂ ਤੇ ਕੋਈ ਡਿਸਕਸ਼ਨ ਨਹੀਂ ਹੋ ਸਕਦੀ। ਸੋ ਮੇਰੇ ਹਿਸਾਬ ਨਾਲ ਆਪਾਂ ਨੂੰ ਇੱਕ ਚੀਜ਼ ਤੇ ਕੌਨਸ਼ੀਅਸ ਰਹਿਣਾ ਚਾਹੀਦਾ ਕਿ ਗੁਰਬਾਣੀ ਤੇ ਕੋਈ ਕੰਟਰੋਵਰਸੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਤੇ ਕੋਈ ਸਵਾਲ ਨਹੀਂ ਉੱਠਦਾ। ਜਿਹੜੇ ਸਵਾਲ ਉੱਠਦੇ ਨੇ ਉਹ ਹੋਰ ਚੀਜ਼ਾਂ ਤੇ ਉੱਠਦੇ ਨੇ, ਪਰ ਇਹ ਕੋਈ ਨਹੀਂ ਕਹਿੰਦਾ ਕਿ ਜੋ ਗੁਰਬਾਣੀ ਹੈ ਧੁਰ ਦੀ ਬਾਣੀ ਨਹੀਂ ਹੈ, ਜਾਂ ਜੋ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨ ਨੇ ਇੱਕ ਸਾਨੂੰ ਦਿੱਤੀ ਹੈ ਦਾਤ, ਉਹਦੇ ਤੇ ਸਵਾਲ ਨਹੀਂ ਉੱਠਦੇ। ਸੋ ਆਪਾਂ ਖੱਬੇ ਸੱਜੇ ਲੱਭਣ ਦੀ ਸਾਨੂੰ ਲੋੜ ਨਹੀਂ, ਸਾਡੇ ਕੋਲੇ ਸੋਰਸ ਹੈ। ਆਪਾਂ ਗੁਰਬਾਣੀ ਦੇ ਨਾਲ ਜੁੜੇ ਰਹੀਏ ਤੇ ਸ਼ਬਦ ਗੁਰੂ ਲੱਭਣ ਦੀ ਕੋਸ਼ਿਸ਼ ਕਰੀਏ, ਮੇਰੇ ਹਿਸਾਬ ਨਾਲ ਆਪਾਂ ਬਿਲਕੁਲ ਠੀਕ ਲਾਈਨ ਤੇ ਰਵਾਂਗੇ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਕਿ ਜੇ ਅਸੀਂ ਬਾਕੀ ਧਰਮਾਂ ਦੇ, ਹਾਲਾਂਕਿ ਸਾਰੇ ਧਰਮ ਇੱਕੋ ਹੀ ਮੈਸੇਜ ਦਿੰਦੇ ਨੇ, ਪਰ ਜੇ ਬਾਕੀ ਧਰਮਾਂ ਦੀ ਗੱਲ ਕਰੀਏ, ਥੋੜ੍ਹਾ ਜਿਹਾ ਸਾਡੇ ਸਿੱਖਜ਼ਮ 'ਚ ਇਹ ਜ਼ਰੂਰ ਐਡਵਾਂਟੇਜ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਗੁਰੂਆਂ ਨੇ ਜੋ ਉਹਨਾਂ ਨੇ ਤੁਰਕੀ ਬਾਣੀ ਲਈ, ਉਹੀ ਵਰਬੇਟਿਜ਼ਮ ਨਾਲ ਡਿਕਟੇਟ ਕਰਕੇ ਗੁਰੂ ਗ੍ਰੰਥ ਸਾਹਿਬ ਸਾਨੂੰ ਡੈਡੀਕੇਟ ਕਰ ਦਿੱਤਾ ਕੌਮ ਨੂੰ। ਔਰ ਬਾਕੀ ਜਿਹੜੇ ਧਰਮ ਹੈ ਉਹਨਾਂ 'ਚ ਜਿਵੇਂ ਤੁਸੀਂ ਕਿਹਾ, ਕਈਆਂ 'ਚ ਬਹੁਤ ਸਾਲਾਂ ਬਾਅਦ ਲਿਖਿਆ ਗਿਆ, ਕੁਝ ਸਾਲਾਂ ਬਾਅਦ ਦੇਖਿਆ, ਚਾਹੇ ਬਾਈਬਲ ਲੈ ਲਈਏ, ਚਾਹੇ ਕੁਰਾਨ ਲੈ ਲਈਏ, ਚਾਹੇ ਕੋਈ ਹੋਰ ਵੀ ਗ੍ਰੰਥ ਲੈ ਲਈਏ, ਇੱਕ ਤਾਂ ਉਹ ਹੈ ਜਦੋਂ ਫਿਰ ਟਾਈਮ ਲੈਗ ਹੋ ਜਾਂਦਾ, ਇੰਟਰਪ੍ਰੀਟੇਸ਼ਨ ਡਿਫਰੈਂਟ ਹੋ ਜਾਂਦੀ ਹੈ। ਦੂਸਰੇ ਉਹ ਧਰਮ ਵੀ ਹੁਣ ਇੰਨੀ ਪੁਰਾਣੇ ਹੋ ਗਏ ਨੇ, ਕਿਉਂਕਿ ਈਵਨ ਸਾਡਾ ਧਰਮ 550 ਸਾਲ ਪੁਰਾਣਾ ਹੀ ਹੈ, ਪਰ ਇਹਦੇ ਵਿੱਚ ਵੀ ਡਿਸਟੋਰਸ਼ਨ, ਜਿਵੇਂ ਤੁਸੀਂ ਕਿਹਾ, ਜਿਵੇਂ ਡਾਕਟਰ ਸਾਹਿਬ ਕਰਮਿੰਦਰ ਢਿੱਲੋਂ ਨੇ ਕਿਹਾ ਕਿ ਇਹਨੂੰ ਵੀ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਅਸੀਂ ਡਿਸਕਸ ਕਰਦੇ ਹਾਂ। ਇਹ ਤੋਂ ਪਹਿਲਾਂ ਅਸੀਂ ਚੱਲੀਏ ਕਿ ਡਾਕਟਰ ਸਾਹਿਬ ਨੇ ਕੀ ਤੱਥ ਦਿੱਤੇ ਆ, ਔਰ ਮੈਂ ਸਿਰਫ ਇਹੀ ਜੋ ਮੈਂ ਸਮਝਦਾ ਡਾਕਟਰ ਸਾਹਿਬ ਕਿ ਸ਼ਬਦ ਗੁਰੂ ਗੁਰਬਾਣੀ ਦੇ ਵਿੱਚ, ਜਿੱਦਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਗੁਰਬਾਣੀ 'ਚ ਦੱਸਿਆ ਗਿਆ ਕਿ ਜੇ ਤੁਸੀਂ ਇਸੇ ਲਾਈਫ 'ਚ ਤੁਸੀਂ ਇਹੋ ਜਿਹੀ ਸਿਚੁਏਸ਼ਨ ਅਟੇਨ ਕਰ ਸਕਦੇ ਹੋ ਕਿ ਜਿਹਦੇ ਨਾਲ ਕਿ ਤੁਸੀਂ ਜਨਮ ਮਰਨ ਦੇ ਜਿਹੜੇ ਚੱਕਰ ਹੈਗੇ ਉਹ 'ਚੋਂ ਨਿਕਲ ਸਕਦੇ ਹੋ, ਔਰ ਉਹ ਨਿਕਲਣ ਦਾ ਤਰੀਕਾ ਇਹੀ ਹੈ ਕਿ ਜਾਪ ਸਿਮਰਨ, ਔਰ ਇਹਨੂੰ ਪ੍ਰੈਕਟੀਕਲ ਕਰੋ, ਨਾ ਕਿ ਸਿਰਫ ਥਿਉਰੀ ਜਾਂ ਇੰਟਲੈਕਚੁਅਲ ਡਿਸਕਸ਼ਨ ਕਰੋ। ਜਦੋਂ ਤੁਸੀਂ ਪ੍ਰੈਕਟੀਕਲ ਕਰਦੇ ਹੋ, ਜਾਪ ਸਿਮਰਨ ਕਰਨ 'ਤੇ ਇੱਕ ਸਟੇਜ ਆ ਜਾਂਦੀ ਹੈ ਜਦੋਂ ਤੁਸੀਂ ਸਹਿਜ ਦੀ ਅਵਸਥਾ 'ਚ ਆ ਜਾਂਦੇ ਹੋ। ਸਹਿਜ ਅਵਸਥਾ ਮੀਨ ਥੋਟਲੈਸ ਮਾਈਂਡ ਹੋ ਜਾਂਦਾ ਤੁਹਾਡੀ, ਫਿਰ ਇੰਟਰਨਲਾਈਜ਼ ਹੋ ਜਾਂਦੀਆਂ 5 ਕਕਾਰ। ਉਹ ਤੋਂ ਬਾਅਦ 'ਚ ਫਿਰ ਪਰਮਾਤਮਾ ਦੀ ਕੋਈ ਸ਼ਕਤੀ ਤੁਹਾਨੂੰ ਗਾਈਡ ਕਰਦੀ ਹੈ, ਜਿਹਨੂੰ ਤੁਸੀਂ ਸ਼ਬਦ ਗੁਰੂ ਕਹਿ ਦਿਓ, ਉਹੀ ਤੁਹਾਨੂੰ, ਉਹਨੂੰ ਕੋਈ ਲੋਕ ਇਨਲਾਈਟਨਮੈਂਟ ਕਹਿੰਦੇ ਆ, ਕੋਈ ਆਤਮ ਗਿਆਨ ਕਹਿ ਦਿੰਦਾ, ਕੋਈ ਕੌਨਸ਼ੀਅਸਨੈਸ ਕਹਿ ਦਿੰਦਾ, ਪਰ ਗੱਲ ਇੱਕੋ ਹੀ ਹੈ ਕਿ ਤੁਸੀਂ ਜਦੋਂ ਉਹ ਗਾਈਡੈਂਸ ਆਉਣੀ ਸ਼ੁਰੂ ਹੋ ਜਾਂਦੀ ਹੈ, ਇਹਦਾ ਮਤਲਬ ਸ਼ਬਦ ਗੁਰੂ ਦੇ ਨਾਲ ਤੁਸੀਂ ਜੁੜ ਗਏ ਆ, ਇੰਟਰਨਲੀ ਜੁੜ ਗਏ ਆ। ਤੁਸੀਂ ਹਰ ਇਨਸਾਨ ਆਪਣੇ ਇੰਟਰਨਲੀ ਜੁੜ ਕੇ ਇਹਨੂੰ ਪਾ ਸਕਦਾ, ਰਾਦਰ ਦੈਨ ਕਿ ਅਸੀਂ ਇੰਟਲੈਕਚੁਅਲ ਡਿਸਕਸ਼ਨ ਕਰਦੇ ਰਹੀਏ, ਇੰਟਲੈਕਚੁਅਲ ਡਿਸਕਸ਼ਨ ਸੁਣਦੇ ਰਹੀਏ, ਪ੍ਰੈਕਟੀਕਲ ਕਰੀਏ। ਕਿਉਂ ਡਾਕਟਰ ਸਾਹਿਬ, ਤੁਹਾਡਾ ਕੀ ਵਿਚਾਰ ਇਹਦੇ ਬਾਰੇ? ਇਹ ਠੀਕ ਹੈ, ਪਰ ਕੁਝ ਹੱਦ ਤੱਕ ਡਾਕਟਰ ਸਾਹਿਬ ਡਿਸਕਸ਼ਨ ਵੀ ਜ਼ਰੂਰੀ ਹੁੰਦੀ ਹੈ, ਕਿਉਂਕਿ ਜਿਵੇਂ ਮੈਂ ਕਿਹਾ, ਜਿਹੜੇ ਸਾਡੇ ਨਾਲੋਂ ਜ਼ਿਆਦਾ ਇਵੋਲਵਡ ਲੋਕ ਨੇ, ਜਿਹੜੇ ਲੋਕ ਸਪਿਰਿਚੁਅਲੀ ਸਾਡੇ ਨਾਲੋਂ ਉੱਪਰ ਵਾਲੇ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਗੁਰੂ ਮੰਨ ਕੇ ਵਰਸ਼ਿਪ ਕਰਨਾ ਸ਼ੁਰੂ ਕਰ ਦਈਏ, ਦੇਹ ਧਾਰੂ ਗੁਰੂ ਮੰਨ ਕੇ।
ਇੰਟੈਲੈਕਚੁਅਲ ਡਿਸਕਸ਼ਨ ਦਾ ਮਕਸਦ ਇਹ ਹੋਣਾ ਚਾਹੀਦਾ ਕਿ ਅਸੀਂ ਆਪਣੀ ਅਵਸਥਾ ਨੂੰ ਇੰਪਰੂਵ ਕਰੀਏ, ਨਾ ਕਿ ਇਹ ਦਿਖਾਉਣ ਲਈ ਕਿ ਜੀ ਦੇਖੋ ਮੈਂ ਕਿੰਨਾ ਸਿਆਣਾ ਬੰਦਾ ਤੇ ਤੁਸੀਂ ਮੈਨੂੰ ਫੋਲੋ ਕਰੋ। ਫੋਲੋ ਕਰਨਾ ਗੁਰਬਾਣੀ ਨੂੰ, ਤੇ ਉਹਦੇ ਵਿੱਚ ਡਿਸਕਸ਼ਨ ਦੇ ਵਿੱਚ ਕੋਈ, ਮੇਰੇ ਹਿਸਾਬ ਨਾਲ ਡਿਸਕਸ਼ਨ ਕਰਨ 'ਚ ਕੋਈ ਨੁਕਸਾਨ ਨਹੀਂ, ਪਰ ਪਰਪਸ ਈਗੋ ਨਹੀਂ ਹੋਣਾ ਚਾਹੀਦਾ। ਇਹ ਪਰਪਸ ਨਹੀਂ ਹੋਣਾ ਚਾਹੀਦਾ ਦਿਖਾਉਣ ਲਈ ਕਿ ਜੀ ਦੇਖੋ ਮੈਂ ਕਿੰਨਾ ਸਿਆਣਾ ਤੇ ਮੈਂ ਬੈਟਰ ਸਮਝਦਾ। ਹਰ ਬੰਦਾ, ਹਰ ਔਰਤ, ਉਹ ਕੁਝ ਹੱਦ ਤੱਕ ਕੋਈ ਜ਼ਿਆਦਾ ਜੁੜੇ ਹੋਏ ਨੇ, ਕੋਈ ਘੱਟ ਜੁੜੇ ਹੋਏ ਨੇ, ਉਹ ਹਰ ਕਿਸੇ ਦੀ ਆਪਣੀ ਇੰਡੀਵਿਜੂਅਲ ਹਾਲਾਤ ਹੈਗੇ ਨੇ, ਸਥਿਤੀ ਉਹਨਾਂ ਦੀ ਸਟੇਟ ਹੈਗੀ ਹੈ। ਸੋ ਮੈਂ ਇਹ ਨਹੀਂ ਕਹੂੰਗਾ ਕਿ ਡਿਸਕਸ਼ਨ ਬਿਲਕੁਲ ਨਾ ਕਰੋ, ਪਰ ਡਿਸਕਸ਼ਨ ਉਸ ਜਿਗਿਆਸਾ ਨਾਲ ਕਰੋ ਕਿ ਆਪਣੇ ਆਪ ਨੂੰ ਬਿਹਤਰ ਕਿਵੇਂ ਬਣਾਉਣਾ ਹੈ, ਨਾ ਇਸ ਕਰਕੇ ਡਿਸਕਸ਼ਨ ਕਰੋ ਦਿਖਾਉਣ ਲਈ ਕਿ ਜੀ ਮੈਨੂੰ ਦੇਖੋ ਮੈਨੂੰ ਕਿੰਨਾ ਕੁਝ ਪਤਾ ਹੈ ਤੇ ਮੈਂ ਕਿੰਨਾ ਵੱਡਾ ਆਦਮੀ ਬਣ ਗਿਆ ਕਿਉਂਕਿ ਮੈਂ ਗੁਰਬਾਣੀ ਨੂੰ ਕੋਟ ਕਰ ਸਕਦਾ ਜਾਂ ਮੈਂ ਇੰਟੈਲੈਕਚੁਅਲ ਬੜੀ ਡਿਸਕਸ਼ਨ ਕਰ ਸਕਦਾ। ਮੇਰੀ ਤਾਂ ਇਹ ਫੀਲਿੰਗ ਹੈ। ਨਹੀਂ, ਬਿਲਕੁਲ ਠੀਕ ਕਿਹਾ। ਮੈਂ ਡਿਸਕਸ਼ਨ ਦਾ ਮਤਲਬ ਇਹ ਨਹੀਂ ਕਿਹਾ ਸੀ ਕਿ ਅਸੀਂ ਡਿਸਕਸ਼ਨ ਨਾ ਕਰੀਏ। ਮੇਰਾ ਸਿਰਫ ਇਹ ਮਤਲਬ ਸੀ ਕਿ ਜੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਰੈਵੋਲੂਸ਼ਨਰੀ ਨਵਾਂ ਤਰੀਕਾ ਦੱਸਿਆ, ਜਿਹਦੀ ਕਿ ਬਾਅਦ 'ਚ ਆਪੋਜੀਸ਼ਨ ਵੀ ਹੁੰਦੀ ਰਹੀ ਹੈ। ਕਿਉਂ ਆਪੋਜੀਸ਼ਨ ਹੋਈ ਹੈ ਕਿ ਉਸ ਵੇਲੇ ਕਿ ਵੇਦ ਸੀਗੇ, ਸਾਡੇ ਬਹੁਤ ਪੁਰਾਣੀ ਸਿਵਲਾਈਜੇਸ਼ਨ ਹੈ, ਵੇਦ ਨੇ, ਰਿਗਵੇਦਾ, ਪੁਰਾਣੇ ਵੇਦ ਨੇ, ਫਿਰ ਉਹ ਪੂਰੀ ਵੇਦਾਂ 'ਤੇ ਜਿਹੜੇ ਸਾਡੇ ਸੀਗੇ ਪੰਡਤ ਜਾਂ ਕਲਰਜੀ, ਉਹ ਸਿਰਫ ਉਹ 'ਤੇ ਹੀ ਸਾਨੂੰ ਦੱਸਦੇ ਰਹੇ ਆ, ਪ੍ਰੈਕਟੀਕਲ ਕੀ ਕਰਨਾ ਉਹ ਨਹੀਂ ਹੋਇਆ। ਹੁਣ ਗੁਰਬਾਣੀ 'ਚ ਵੀ ਇਸ ਤਰ੍ਹਾਂ ਹੋ ਰਿਹਾ। ਮੈਂ ਉਸ ਡਿਸਕਸ਼ਨ ਨੂੰ ਕਹਿ ਰਿਹਾ ਸੀ। ਵੈਸੇ ਤਾਂ ਇੱਦਾਂ ਵਾਰਤਾਲਾਪ ਤਾਂ ਹੋਣਾ ਚਾਹੀਦਾ ਤਾਂ ਕਿ ਇਨਸਾਨ ਨੂੰ ਪਤਾ ਲੱਗੇ। ਮੈਂ ਹੁਣ ਇਹਨੂੰ ਥੋੜ੍ਹਾ ਜਿਹਾ ਡਿਸਕਸ਼ਨ ਨੂੰ ਇੱਧਰ ਸ਼ਿਫਟ ਕਰਨਾ ਚਾਹੁੰਦਾ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਬਹੁਤ ਸਾਰੇ ਰਿਲੀਜਨ ਨੂੰ ਚੈਲੰਜ ਕੀਤਾ ਸੀ, ਖਾਸ ਕਰ ਰਿਚੁਅਲਸ ਨੂੰ। ਉਹਨਾਂ ਨੇ ਕਿਸੇ ਰਿਲੀਜਨ ਦੀ ਜਿਹੜੀ ਬੁਨਿਆਦ ਨੂੰ ਚੈਲੰਜ ਨਹੀਂ ਕੀਤਾ ਸੀ, ਪਰ ਉਹ ਰਿਲੀਜਨ ਹੀ ਇੰਨੇ ਰਿਚੁਅਲ ਦੇ ਵਿੱਚ ਪੈ ਗਏ ਸੀ ਤਾਂ ਪੋਸੀਬਲੀ ਕੁਛ ਇੱਕ ਹਰਟ ਹੋ ਗਿਆ, ਕੁਛ ਇੱਕ ਰਿਲੀਜਨ ਦੀਆਂ ਫੀਲਿੰਗ, ਔਰ ਉਹ ਚੀਜ਼ ਸਮਾ ਨਹੀਂ ਹੋਈ। ਜਦੋਂ 10ਵੇਂ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਡੈਡੀਕੇਟ ਕੀਤਾ ਕੌਮ ਨੂੰ, ਉਹ ਤੋਂ ਬਾਅਦ 'ਚ ਜਿਹੜੇ ਸਿੱਖ ਸੀਗੇ ਜਿਨ੍ਹਾਂ ਨੇ ਸਿੱਖੀ 'ਤੇ ਚੱਲੇ, ਚਾਹੇ ਬਾਬਾ ਬੰਦਾ ਸਿੰਘ ਬਹਾਦਰ ਸੀਗਾ, ਚਾਹੇ ਬਾਬਾ ਦੀਪ ਸਿੰਘ ਸੀਗਾ, ਜਿਹੜੇ ਟਰੂ ਸਿੱਖ ਮੈਂ ਜਿਹਨਾਂ ਨੂੰ ਮੰਨਦਾ, ਕਿ ਉਹਨਾਂ ਨੇ ਜਿਹੜੀਆਂ ਐਗਜ਼ਾਮਪਲ ਦਿੱਤੀਆਂ, ਉਹ ਜੇ ਗੁਰਬਾਣੀ ਦੇ ਹਿਸਾਬ ਨਾਲ ਚੱਲਦੇ ਤਾਂ ਮੇਰੇ ਖਿਆਲ ਅਸੀਂ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ ਬਹਾਦਰ ਵੀ ਹੁੰਦੇ ਔਰ ਸਪਿਰਿਚੁਅਲ ਵੀ ਹੁੰਦੇ। ਪਰ ਪ੍ਰੋਬਲਮ ਇਹ ਹੋ ਗਈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਐਗਜ਼ੀਕਿਊਸ਼ਨ ਹੋ ਗਈ, ਉਹ ਤੋਂ ਬਾਅਦ 'ਚ ਸਿੰਘਾਂ ਨੂੰ ਵੀ ਕਤਲ ਹੋਣਾ ਸ਼ੁਰੂ ਹੋ ਗਿਆ। ਬਹੁਤ ਸਾਰੇ ਸਿੱਖਜ਼ਮ ਉਦੋਂ ਬਚਿਆ ਸਿਰਫ ਜੰਗਲਾਂ 'ਚ ਜਾ ਕੇ ਲੁਕ ਛੁਪ ਕੇ, ਔਰ ਬਹੁਤ ਸਾਰੇ ਗੁਰਦੁਆਰੇ ਸੀਗੇ ਉੱਥੇ ਜਿਹੜੀ ਬ੍ਰਹਮਣੀਵਾਦ ਥਾਟ ਸੀਗੀ, ਮੈਂ ਥਾਟ ਕਹਿੰਦਾ ਉਹਨੂੰ, ਜਾਂ ਉਹਦੇ ਟ੍ਰੈਡੀਸ਼ਨ ਸੀਗੇ ਜਾਂ ਉਹਦੀਆਂ ਜਿਹੜੀਆਂ ਰਿਚੁਅਲ ਸੀਗੀਆਂ, ਉਹਨਾਂ ਨੂੰ ਮੌਕਾ ਮਿਲ ਗਿਆ। ਫਿਰ ਸਾਡੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਕਿ ਉਦਾਸੀਆਂ ਦੇ ਉਸ ਦੇ ਇਸ ਸਮੇਂ 'ਚ ਕੋਈ 70 ਸਾਲ ਦੇ ਸਮੇਂ ਉਦਾਸੀਆਂ ਦੇ ਉਹਨਾਂ ਨੇ ਗੁਰਦੁਆਰਿਆਂ 'ਚ ਇੱਕ ਰਾਜ ਕੀਤਾ ਜਾਂ ਗੁਰਦੁਆਰੇ ਸਾਂਭ ਲਏ। ਤਾਂ ਕਿਉਂਕਿ ਸਿੱਖ ਤਾਂ ਕਦੀ ਆਉਂਦੇ ਸੀਗੇ ਜੰਗਲਾਂ 'ਚੋਂ ਮੱਥਾ ਟੇਕਣ। ਉਸ ਵੇਲੇ ਕੀ ਸਿੱਖੀ ਦੇ ਵਿੱਚ ਉਹਨਾਂ ਨੇ ਮਤਲਬ ਥੋੜ੍ਹੀ ਡਿਸਟੋਰਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਉਹਦੇ ਤੁਸੀਂ ਬਿਲਕੁਲ ਠੀਕ ਕਿਹਾ ਬ੍ਰਿਗੇਡੀਅਰ ਸਾਹਿਬ, ਕਿਉਂਕਿ ਸਿੱਖ ਤਾਂ ਵਿਚਾਰੇ ਜੰਗਲਾਂ 'ਚ ਸੀਗੇ, ਜਾਂ ਮਤਲਬ ਕਿ ਆਪਾਂ ਜੂਇਸ਼ ਹੋਲੋਕਾਸਟ ਬਾਰੇ ਤਾਂ ਸਾਰੀ ਦੁਨੀਆ ਨੂੰ ਪਤਾ ਹੈ, ਪਰ ਬੜੇ ਘੱਟ ਲੋਕਾਂ ਨੂੰ ਪਤਾ ਹੈ ਕਿ ਸਾਡੇ ਨਾਲ ਵੀ ਪੂਰਾ ਹੋਲੋਕਾਸਟ ਹੋਇਆ ਉਹਨਾਂ ਸਮਿਆਂ 'ਚ 60-70 ਸਾਲ। ਡਿਸਟੋਰਸ਼ਨਸ ਦੇਖੋ, ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਵੀ ਸਿੱਖੀ ਦੇ ਵਿੱਚ ਸੈਲੀਬੇਸੀ ਦੀ ਕੋਈ ਵੈਲਿਊ ਨਹੀਂ ਸੀ ਮੰਨੀ ਜਾਂਦੀ। ਸਾਰੇ ਗੁਰੂ ਸਾਹਿਬਾਨ ਪਰਿਵਾਰਾਂ 'ਚ ਰਹਿੰਦੇ ਸੀ, ਗ੍ਰਹਿਸਥ ਜੀਵਨ। ਔਰ ਤੁਸੀਂ ਗੁਰਬਾਣੀ ਦੇ ਵਿੱਚ ਵੀ ਲੱਭ ਸਕਦੇ ਹੋ ਕਿ ਗ੍ਰਹਿਸਥ ਜੀਵਨ ਦੇ ਨਾਲ ਹੀ ਵਾਹਿਗੁਰੂ ਦੇ ਨਾਲ ਜੁੜਨਾ ਹੈ, ਸ਼ਬਦ ਗੁਰੂ ਦੇ ਰਸਤੇ। ਸੋ ਹੁਣ ਕਈ ਉਦਾਸੀਆਂ ਦੇ ਵਿੱਚ ਕਈ ਤੁਸੀਂ ਦੇਖੋ ਉਹਨਾਂ ਦੇ ਕਈ ਜਿਹੜੇ ਉਹਨਾਂ ਦੇ ਕੰਪੋਜੀਸ਼ਨਸ ਹੈਗੀਆਂ ਨੇ ਜਾਂ ਜੋ ਉਹਨਾਂ ਦੀਆਂ ਟੀਚਿੰਗਸ ਹੈਗੀਆਂ ਨੇ, ਉਹਦੇ ਵਿੱਚ ਸੈਲੀਬੇਸੀ ਨੂੰ ਬੜੀ ਇੰਪੋਰਟੈਂਸ ਦਿੱਤੀ ਜਾਂਦੀ ਹੈ, ਪਹਿਲੀ ਗੱਲ। ਦੂਜੀ ਗੱਲ,
ਕੱਪੜੇ ਕਿਸ ਤਰ੍ਹਾਂ ਪਹਿਨਣੇ ਨੇ, ਸਿਰਫ ਲੰਗੋਟ ਪਾ ਕੇ ਰੱਖਣਾ ਜਾਂ ਨਹੀਂ ਕਰਨਾ, ਜਾਂ ਜਿਹੜੇ ਰਿਚੁਅਲਿਜ਼ਮ ਦੁਬਾਰਾ ਇੰਟਰੋਡਿਊਸ ਹੋਣਾ ਸ਼ੁਰੂ ਹੋ ਗਿਆ। ਉਦੋਂ ਬਾਅਦ ਜਿਹੜਾ ਉਦਾਸੀਆਂ ਦੇ ਬਾਅਦ ਜਿਹੜਾ ਨਿਰਮਲਿਆਂ ਦਾ ਪੀਰੀਅਡ ਆਇਆ, ਤੁਸੀਂ ਦੇਖਿਆ ਹੀ ਹੈ ਵੀ ਜਿਹੜੇ ਗੁਰਦੁਆਰੇ ਸੀ ਉਹ ਮਹੰਤਾਂ ਦੇ ਕਬਜ਼ੇ 'ਚ ਆ ਗਏ। ਤੇ 1900 ਸਿੰਘ ਸਭਾ ਮੂਵਮੈਂਟ ਤੋਂ ਬਾਅਦ ਫਿਰ 1920-25 ਜਦੋਂ ਮੋਰਚੇ ਲੱਗੇ ਉਹਨਾਂ ਨੂੰ ਛਡਾਉਣ ਲਈ, ਤਾਂ ਡਿਸਟੋਰਸ਼ਨ ਹੋ ਇੱਕ ਡਿਸਟੋਰਸ਼ਨ, ਜਿਵੇਂ ਮੈਂ ਆਪਾਂ ਪਹਿਲਾਂ ਵੀ ਥੋੜੀ ਗੱਲ ਕਰ ਰਹੇ ਸੀ, ਕੀਰਤਨ ਸੋਹਲੇ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਗਗਨ ਮੇ ਥਾਲ, ਜਿਹੜਾ ਆਰਤੀ ਵਾਲਾ ਜਿਹੜਾ ਪੋਰਸ਼ਨ ਹੈਗਾ, ਠੀਕ ਹੈ ਨਾ ਜੀ। ਹੁਣ ਤੁਸੀਂ ਦੇਖੋ ਵੀ ਕਈ ਗੁਰਦੁਆਰਿਆਂ ਦੇ ਵਿੱਚ ਥਾਲੀ ਦੇ ਵਿੱਚ ਮੋਮਬੱਤੀਆਂ ਲੈ ਕੇ ਜਿਵੇਂ ਮੂਰਤੀਆਂ ਦੀ ਆਰਤੀ ਕੀਤੀ ਜਾਂਦੀ ਹੈ, ਉਚਾਰਨ ਉਹ ਕਰ ਰਹੇ ਨੇ ਜੋ ਗੁਰੂ ਸਾਹਿਬ ਨੇ ਕਿਹਾ ਵੀ ਵਾਹਿਗੁਰੂ ਦੀ ਆਰਤੀ ਤਾਂ ਕਦੀ ਰੁਕਦੀ ਨਹੀਂ। ਗਗਨ ਮੇ ਥਾਲ ਰਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਤੇ ਉਧਰੋਂ ਮੋਮਬੱਤੀਆਂ ਜਗਾ ਕੇ ਲੋਕਾਂ ਨੂੰ ਇਹ ਇੰਪ੍ਰੈਸ਼ਨ ਦਿੱਤਾ ਜਾ ਰਿਹਾ ਕਿ ਜੀ ਤੁਸੀਂ ਜੇ ਕਿਸੇ ਇੱਕ ਤਰੀਕੇ ਨਾਲ ਥਾਲੀ ਵਿੱਚ ਮੋਮਬੱਤੀਆਂ ਲੈ ਕੇ ਜਾਂ ਇਹ ਰਿਚੁਅਲ ਜਾਂ ਸੈਰੇਮਨੀ ਨਹੀਂ ਕਰੋਗੇ ਤਾਂ ਤੁਸੀਂ ਗਿਆਨ ਨਹੀਂ ਪਾ ਸਕਦੇ। ਸਾਡੇ ਵਿਆਹਾਂ 'ਚ ਦੇਖ ਲਓ ਹੁਣ ਕਿ ਕਿੰਨੇ ਫਿਰ ਦੁਬਾਰਾ ਰਿਚੁਅਲ ਸ਼ੁਰੂ ਹੋ ਗਏ ਨੇ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਰਫ ਲਾਵਾਂ ਦਿੱਤੀਆਂ, 4 ਲਾਵਾਂ, ਸਿੰਪਲਿਸਿਟੀ ਦੱਸੀ। ਅੱਜ ਕੱਲ੍ਹ ਜਿਹੜੇ ਵਿਆਹ ਹੋ ਰਹੇ ਨੇ ਸਿੱਖਾਂ ਦੇ, ਤੁਹਾਨੂੰ ਉਹਦੇ 'ਚ ਕੋਈ ਸਿੰਪਲਿਸਿਟੀ ਦਿਸਦੀ ਹੈ? ਸੋ ਇਹ ਸਾਰੀਆਂ ਗੱਲਾਂ ਡਿਸਟੋਰਟ ਹੁੰਦੀਆਂ ਰਹੀਆਂ। ਹਾਲਾਂਕਿ ਹਾਈਜੈਕਿੰਗ ਆਫ ਸਿੱਖੀ ਦੇ ਵਿੱਚ ਵੀ ਮੈਨੂੰ ਉੱਥੋਂ ਰੀਅਲਾਈਜੇਸ਼ਨ ਹੋਈ ਕਿ ਸਿਰਫ ਬ੍ਰਿਗੇਡੀਅਰ ਸਾਹਿਬ ਰਿਚੁਅਲਿਜ਼ਮ ਨਹੀਂ ਇੰਟਰੋਡਿਊਸ ਕੀਤਾ ਗਿਆ ਸਾਡੇ ਗੁਰਦੁਆਰਿਆਂ ਦੇ ਵਿੱਚ ਜਾਂ ਸਾਡੇ ਰਹਿਣ ਸਹਿਣ ਦੇ ਵਿੱਚ, ਈਵਨ ਜਿਹੜੇ ਸਾਡੇ ਸਕ੍ਰਿਪਚਰਸ ਨੇ ਉਹਨਾਂ ਨੂੰ ਵੀ ਕਈ ਵਾਰੀ ਸਾਡੇ ਤੇ ਥੋਪਿਆ ਗਿਆ ਉਹ ਗੱਲਾਂ। ਸੋ ਮੈਂ ਤਾਂ ਉਸ ਤੋਂ ਇਸ ਕੰਕਲੂਜਨ ਤੇ ਪਹੁੰਚਿਆ ਕਿ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਜੇ ਆਪਾਂ ਸਿਰਫ ਉਹਦੇ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖੀਏ ਤੇ ਆਪਾਂ ਗਲਤ ਰਸਤੇ ਤੇ ਹੋ ਨਹੀਂ ਸਕਦੇ। ਤੇ ਬਾਕੀ ਤੁਸੀਂ ਦੇਖੋ ਪ੍ਰੀਸਟਹੁੱਡ ਦੀ ਜਿਹੜੀ ਇੰਪੋਰਟੈਂਸ ਵਧਾਈ ਗਈ, ਗੁਰੂ ਸਾਹਿਬਾਨ ਦੀ ਟੀਚਿੰਗ ਦੇ ਵਿੱਚ ਪ੍ਰੀਸਟਹੁੱਡ ਦਾ ਕਿਧਰੇ ਵੀ ਤੁਹਾਨੂੰ ਝਲਕ ਨਹੀਂ ਮਿਲੇਗੀ ਕਿ ਇੱਕ ਦੂਜਿਆਂ ਨਾਲੋਂ ਕਿਸੇ ਤਰ੍ਹਾਂ ਬਿਹਤਰ। ਗੁਰਬਾਣੀ ਦੇ ਵਿੱਚ ਸਾਨੂੰ ਇਹ ਆਏਗਾ ਕਿ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਜਾਂ ਦੂਜਿਆਂ ਦੀ, ਉਹ ਕਿਧਰੇ ਇਹ ਨਹੀਂ ਕਿਹਾ ਕਿ ਜਿਹੜਾ ਪ੍ਰੀਸਟ ਹੈ ਉਹ ਦੂਜਿਆਂ ਨਾਲੋਂ ਸੁਪੀਰੀਅਰ ਹੈ। ਪਰ ਜੇ ਤੁਸੀਂ ਜਿਹੜੇ ਟ੍ਰੈਡੀਸ਼ਨਲ ਰਿਲੀਜਨ ਸੀ, ਜਾਂ ਜਿਵੇਂ ਉਦਾਸੀਆਂ ਦਾ ਜਾਂ ਬਾਅਦ ਦੇ ਵਿੱਚ ਨਿਰਮਲਿਆਂ ਨੇ, ਜਾਂ ਜਿਹੜੇ ਬਾਅਦ ਦੇ ਵਿੱਚ ਡੇਰੇ ਵਗੈਰਾ ਆ ਗਏ ਨੇ ਸਿੱਖੀ ਦੇ ਵਿੱਚ, ਉਹ ਪ੍ਰੀਸਟਹੁੱਡ ਨੂੰ ਐਕਸਕਲੂਸਿਵਿਟੀ ਸਾਡੇ ਤੇ ਥੋਪੀ ਜਾਂਦੀ ਹੈ ਕਿ ਜੀ ਇਹ ਲੋਕਾਂ ਨੂੰ ਤੁਹਾਡੇ ਨਾਲੋਂ ਇਹ ਇੰਟਰਮੀਡੀਏਰੀ ਨੇ, ਇਹ ਤੁਹਾਨੂੰ ਠੀਕ ਇੰਟਰਪ੍ਰੀਟੇਸ਼ਨ ਦੱਸਣਗੇ ਵੀ ਗੁਰੂ ਸਾਹਿਬਾਨ ਦਾ ਮੈਸੇਜ ਕੀ ਹੈ, ਗੁਰਬਾਣੀ ਦਾ ਮੈਸੇਜ ਕੀ ਹੈ। ਸੋ ਮੇਰੇ ਹਿਸਾਬ ਨਾਲ ਇਹ ਸਾਰੀਆਂ ਡਿਸਟੋਰਸ਼ਨਸ ਇਸ ਕਰਕੇ ਆਈਆਂ ਕਿ ਜਿਨ੍ਹਾਂ ਨੂੰ ਤੁਸੀਂ ਵੀ ਕਿਹਾ ਅਸਲੀ ਸਿੱਖ ਜਿਹੜੇ ਸੀ ਉਹ ਤਾਂ ਕਦੀ ਕਦਾਈ ਆ ਸਕਦੇ ਸੀ, ਕਿਉਂਕਿ ਉਹ ਜ਼ਿਆਦਾ ਆਉਂਦੇ ਸੀ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਉਹ ਸਾਡੇ ਸਿਰਾਂ ਦੇ ਉੱਤੇ ਕੀਮਤਾਂ ਸੀਗੀਆਂ। ਉਹ ਜਿਹੜੇ ਮੁਗਲ ਸੂਬੇਦਾਰ ਵਗੈਰਾ ਸੀ ਉਹ ਪੈਸੇ ਦਿੰਦੇ ਸੀ ਜੇ ਕੋਈ ਸਿੱਖ ਦਾ ਸਿਰ ਸੀਸ ਲੈ ਕੇ ਆਵੇ ਤਾਂ। ਸੋ ਇਹ ਸਾਰੇ ਪੀਰੀਅਡ ਦੇ ਵਿੱਚ ਕਾਫੀ ਡਿਸਟੋਰਸ਼ਨਸ ਇੰਟਰੋਡਿਊਸ ਹੋ ਗਈਆਂ, ਰਿਚੁਅਲਸ ਇੰਟਰੋਡਿਊਸ ਹੋ ਗਏ, ਔਰ ਜਿਹੜਾ ਸਾਡੇ ਗੁਰੂ ਸਾਹਿਬਾਨ ਦਾ ਗੁਰਬਾਣੀ ਦਾ ਮੈਸੇਜ ਹੈ ਉਹਨੂੰ ਕਾਫੀ ਡਿਸਟੋਰਟ ਕੀਤਾ ਗਿਆ, ਮੈਨੂੰ ਤਾਂ ਇਹ ਲੱਗਦਾ। ਡਾਕਟਰ ਸਾਹਿਬ ਮੈਂ ਕੋਟ ਕਰਾਂ ਫਿਰ ਡਾਕਟਰ ਕਰਮਿੰਦਰ ਸਿੰਘ ਢਿੱਲੋਂ ਦੀ ਜਿਹੜੀਆਂ ਹੈਗੀਆਂ ਵੀਡੀਓ, ਜਿਹੜੇ ਉਹਨਾਂ ਨੇ ਤੱਥਾਂ ਦੇ ਨਾਲ ਕਿਹਾ ਕਿ ਉਹਨਾਂ ਨੇ ਇਹੀ ਕਿਹਾ ਕਿ ਸਾਨੂੰ 4 ਸਟੇਜਸ 'ਤੇ, ਇਹ ਨਹੀਂ ਕਿ ਕੋਈ ਬਾਹਰੋਂ ਆਇਆ, ਸਾਡੇ ਵਿੱਚੋਂ ਹੀ ਸਿੱਖ ਉਹ ਡਿਸਟੋਰਸ਼ਨ ਦੇ ਭਾਗੀਦਾਰ ਰਹੇ ਬਾਈ ਡਿਜ਼ਾਈਨ ਜਾਂ ਡਿਫਾਲਟ। ਉਹ ਤਾਂ ਕਹਿੰਦੇ ਕਾਫੀ ਬਾਈ ਡਿਜ਼ਾਈਨ ਹੋਇਆ। ਉਹ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਉਦਾਸੀਆਂ, ਉਹਨਾਂ ਨੇ ਪਹਿਲਾਂ ਗੁਰਦੁਆਰਿਆਂ ਦੇ ਵਿੱਚ ਸਾਡੀ ਫਾਰਮ 'ਚ ਹੀ ਸਿਰਫ ਉਹਨਾਂ ਨੇ ਟੀਚਿੰਗ ਡਿਫਰੈਂਟ ਦਿੱਤੀ, ਰਿਚੁਅਲ 'ਚ ਪਾ ਦਿੱਤਾ। ਉਸ ਟਾਈਮ 'ਚ ਸਾਖੀਆਂ ਵੀ ਆਈਆਂ। ਸਾਖੀਆਂ ਇੱਦਾਂ ਆਈਆਂ ਕਿ ਜਿਵੇਂ ਕੋਈ ਹਿਸਟੋਰੀਕਲ ਫੈਕਟ ਹੋਵੇ, ਪਰ ਉਹ ਸਾਖੀਆਂ ਉਹ ਪ੍ਰੂਵ ਕਰਦੇ ਨੇ ਡਾਕਟਰ ਢਿੱਲੋਂ ਸਾਹਿਬ ਕਿ ਉਹ ਕਹਿੰਦੇ ਬਿਲਕੁਲ ਗਲਤ ਹੈ, ਬਾਲਾ ਸਾਹਿਬ ਦੀ ਸਾਖੀ ਜਿਹੜੀ ਹੈ ਬਿਲਕੁਲ ਝੂਠੀ ਹੈ। ਇਸੇ ਤਰ੍ਹਾਂ ਫਿਰ ਪੀਰੀਅਡ ਆਇਆ 70 ਸਾਲ ਬਾਅਦ ਨਿਰਮਲਿਆਂ ਦਾ, ਉਹਨਾਂ ਦੀ ਜਿਹੜੀ ਟੀਚਿੰਗ ਸਾਰੀ ਉੱਥੋਂ ਸ਼ੁਰੂ ਹੁੰਦੀ ਸੀ, ਸਾਨੂੰ ਪਤਾ ਯੂਪੀ ਤੋਂ ਵਿੱਚੋਂ। ਉਹ ਸਿਰਫ ਸਾਡੀ ਫਾਰਮ 'ਚ ਆ ਕੇ ਸਾਡੇ ਗੁਰਦੁਆਰਿਆਂ 'ਚ ਉਹਨਾਂ ਦਾ ਕਬਜ਼ਾ ਰਿਹਾ ਕੋਈ ਆਲਮੋਸਟ 125 ਸਾਲ। ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਸੀ, ਪਰ ਮਹਾਰਾਜਾ ਸਾਹਿਬ ਤੋਂ ਸਿੱਖੀਜ਼ਮ, ਉਹ ਸਿੱਖੀ 'ਚ ਬਿਲੀਵ ਬਹੁਤ ਕਰਦੇ ਸੀ। ਹਾਲਾਂਕਿ ਉਹਨਾਂ ਦੀ ਬੜੀ ਦੇਣ ਹੈ ਸਿੱਖੀ ਨੂੰ, ਬਟ ਉਹ
ਇਸ ਲੈਵਲ ਤੱਕ ਵਿੱਚ ਇੰਟਰਫੇਅਰ ਨਹੀਂ ਕਰ ਸਕੇ ਜਾਂ ਕੀਤਾ ਉਹਨਾਂ ਨੇ। ਔਰ ਨਿਰਮਲਿਆ ਨੇ ਫਿਰ 1920 ਤੋਂ ਬਾਅਦ ਜਦੋਂ ਸ਼ੁਰੂ ਹੋਈ ਮੁਹਿੰਮ ਗੁਰਦੁਆਰਾ ਦੀ ਸੁਧਾਰ ਮੂਵਮੈਂਟ, ਉਦੋਂ ਫਿਰ ਥੋੜ੍ਹਾ ਅਵੇਕਨਿੰਗ ਹੋਈ ਕਿ ਇਹ ਤਾਂ ਸਾਡੇ ਜਿਹੜੇ ਉਸ ਪੀਰੀਅਡ ਦੇ ਵਿੱਚ ਬਹੁਤ ਕੁਝ ਸਾਡੇ ਨਵੇਂ ਇੱਕ ਪੈਰਲਲ ਗ੍ਰੰਥ ਪੈਦਾ ਕਰ ਦਿੱਤਾ ਗਿਆ। ਔਰ ਸਾਨੂੰ ਜਿਹੜਾ ਹੈਗਾ ਰਹਿਤ ਮਰਿਆਦਾ ਦੇ ਵਿੱਚ ਕੁਛ ਇੱਕ ਇਹੋ ਜਿਹੀਆਂ ਚੀਜ਼ਾਂ ਅੰਮ੍ਰਿਤ ਛਕਣ ਵੇਲੇ ਕੋਈ ਇਹੋ ਜਿਹੇ ਪਾਠ ਜਿਹੜੇ ਕਿ ਗੁਰਬਾਣੀ ਦੇ ਵਿੱਚ ਨਹੀਂ ਹੈ। ਔਰ ਇਸੇ ਤਰ੍ਹਾਂ ਸਾਡਾ ਜਿਹੜਾ ਹੈਗਾ ਕੀਰਤਨ ਦੀ ਜਿਹੜੀ ਅੰਗਰੇਜ਼ੀ 'ਚ ਡੈਫੀਨੇਸ਼ਨ ਹੈ ਰਹਿਤ ਮਰਿਆਦਾ ਦੀ, ਉਹ ਚੇਂਜ ਕਰ ਦਿੱਤੀ। ਇਸੇ ਤਰ੍ਹਾਂ ਜਿਹੜਾ ਗੁਰਦੁਆਰਿਆਂ ਦੇ ਵਿੱਚ ਕਥਾ ਹੋਣੀ ਚਾਹੀਦੀ ਉਹ ਸਿਰਫ ਗੁਰਬਾਣੀ 'ਚੋਂ ਹੋਣੀ ਚਾਹੀਦੀ ਹੈ, ਉਹਦੀ ਡੈਫੀਨੇਸ਼ਨ ਵੀ ਅੰਗਰੇਜ਼ੀ 'ਚ ਚੇਂਜ ਕਰ ਦਿੱਤੀ। ਇਹ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਸੁਣਦੇ ਹਾਂ ਤੋ ਇਹਦੇ ਨਾਲ ਲੱਗਦਾ ਕਿ ਉਹ ਜਿਹੜਾ ਚੈਲੰਜ ਗੁਰੂ ਨਾਨਕ ਸਾਹਿਬ ਕਰ ਗਏ ਸੀਗੇ ਬਾਕੀ ਰਿਲੀਜਨ ਨੂੰ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਬੜਾ ਮੈਥੋਡਿਕਲੀ, ਔਰ ਸਾਡੇ ਥਰੂ ਹੀ ਉਹਨੂੰ ਇੰਟਰੋਡਿਊਸ ਕਰਕੇ ਔਰ ਨੈਕਸਟ ਸਟੇਜ 'ਤੇ ਡੇਰੇ ਆ ਗਏ ਔਰ ਡੇਰਿਆਂ ਦੇ ਨਾਲ ਟਕਸਾਲੀ ਡੇਰੇ। ਔਰ ਹੁਣ SGPC ਹੈ ਇਸ ਵੇਲੇ ਵੀ, ਜੇ ਇੱਕ ਰਹਿਤ ਮਰਿਆਦਾ ਹੈ 1932 'ਚ ਜਿਹੜੀ ਸਾਈਨ ਹੋਈ ਸੀ, ਹਾਲਾਂਕਿ ਉਹ 'ਚ ਵੀ ਡਿਸਟੋਰਸ਼ਨ ਨੇ, ਆਪਾਂ ਗੱਲ ਕਰ ਸਕਦੇ ਉਹਦੇ ਬਾਰੇ, ਪਰ ਉਹ ਵੀ ਜਿਹੜੇ 5 ਸਾਡੇ ਤਖਤ ਨੇ ਉਹਨਾਂ 'ਚ ਹਰੇਕ ਤਖਤ ਦੀ ਆਪਣੀ ਆਪਣੀ ਮਰਿਆਦਾ ਹੈ ਔਰ ਡੇਰਿਆਂ ਦੀ ਆਪਣੀ ਆਪਣੀ ਮਰਿਆਦਾ। ਫਿਰ ਸਟੈਂਡਰਡਾਈਜ਼ ਤਾਂ ਫਿਰ ਅਸੀਂ ਕੁਝ ਵੀ ਨਹੀਂ ਕਰ ਸਕੇ। ਤੋ ਇਸ ਚੀਜ਼ਾਂ ਨੂੰ ਸਾਨੂੰ ਹੁਣ ਦੇਖਣ ਦੀ ਜ਼ਰੂਰਤ ਹੈ, ਕਿਉਂਕਿ ਹੁਣ ਇੰਟਰਨੈਟ ਦਾ ਜ਼ਮਾਨਾ, ਹੁਣ ਇੰਟਲੈਕਚੁਅਲਸ ਵੀ ਉੱਠ ਗਏ ਨੇ, ਇੰਟਲੈਕਚੁਅਲਸ ਨੇ ਵੀ ਪੜ੍ਹਿਆ ਗੁਰਬਾਣੀ ਨੂੰ, ਹੁਣ ਅਸੀਂ ਵੀ ਥੋੜ੍ਹੇ ਅਵੇਕ ਹੋ ਗਏ ਹਾਂ। ਤਾਂ ਇਹ 'ਤੇ ਹੁਣ ਪਹਿਰਾ ਦੇਣ ਦੀ, ਇਹ 'ਤੇ ਡਿਸਕਸ਼ਨ ਕਰਨ ਦੀ ਜ਼ਰੂਰਤ ਹੈ। ਡਾਕਟਰ ਸਾਹਿਬ, ਇਹ ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਬ੍ਰਿਗੇਡੀਅਰ ਸਾਹਿਬ। ਇੰਟਰਨੈਟ ਦੇ ਆਉਣ ਨਾਲ ਨਾ ਬਹੁਤ, ਮੈਂ ਤਾਂ ਤੁਹਾਨੂੰ ਦੱਸਿਆ ਵੀ ਜਿਵੇਂ ਅੱਖਾਂ ਖੋਲ੍ਹਣ ਵਾਲੀ ਗੱਲ ਹੋ ਜਾਂਦੀ ਹੈ। ਔਰ ਬੜੇ ਜਿਹੜੇ ਸਾਡੇ ਯੰਗ ਸਿੱਖ ਬੱਚੇ ਬੱਚੀਆਂ ਨੇ ਹਿੰਦੁਸਤਾਨ ਤੋਂ ਬਾਹਰ ਵੀ, ਉਹਨਾਂ ਤੋਂ ਇੰਨਾ ਕੁਝ ਸਿੱਖਿਆ ਜਾ ਸਕਦਾ ਇੰਟਰਨੈਟ 'ਤੇ। ਮੈਂ ਸਿੱਖ ਰਿਸਰਚ ਇੰਸਟੀਚਿਊਟ ਦੇ ਵੈਬਸਾਈਟ 'ਤੇ ਦੇਖਦਾ ਰਹਿੰਦਾ ਟਾਈਮ ਟੂ ਟਾਈਮ। ਤੋ ਤੁਸੀਂ ਬਿਲਕੁਲ ਠੀਕ ਕਿਹਾ, ਇਹ ਸਾਰੀਆਂ ਡਿਸਟੋਰਸ਼ਨ ਤੋਂ ਬਚਣ ਦਾ ਤਾਂ ਤਰੀਕਾ ਬੜਾ ਸਿੱਧਾ ਹੈ ਸਰ। ਤਰੀਕਾ ਇਹ ਹੈ ਕਿ ਅਸੀਂ ਸਿਰਫ ਜੋ ਗੁਰੂ ਗ੍ਰੰਥ ਸਾਹਿਬ 'ਚ ਹੈਗਾ ਜਾਂ ਜੋ ਗੁਰਬਾਣੀ 'ਚ ਹੈਗਾ, ਆਪਾਂ ਜੇ ਉਹਦੇ 'ਤੇ ਉਹਨੂੰ ਹੀ ਆਪਣਾ ਧੁਰਾ ਬਣਾ ਕੇ ਰੱਖੀਏ, ਉਹਨੂੰ ਆਪਣਾ ਬੇਸ ਬਣਾ ਕੇ ਰੱਖੀਏ, ਤਾਂ ਅਸੀਂ ਸਿੱਧੇ ਰਸਤੇ 'ਤੇ ਰਵਾਂਗੇ। ਤੇ ਜੇ ਅਸੀਂ ਖੱਬੇ ਸੱਜੇ ਵੇਖਣਾ ਸ਼ੁਰੂ ਕਰ ਦਿਆਂਗੇ ਤੇ ਫਿਰ ਇਹ ਸਾਰੀਆਂ ਗੱਲਾਂ ਕੰਟਰੋਵਰਸੀਜ਼ ਸ਼ੁਰੂ ਹੋ ਜਾਂਦੀਆਂ। ਇੱਕ ਹੋਰ ਚੀਜ਼ ਬ੍ਰਿਗੇਡੀਅਰ ਸਾਹਿਬ ਮੈਂ ਮੈਂਸ਼ਨ ਇਹ ਕਰਨਾ ਚਾਹੁੰਦਾ ਵੀ ਜਦੋਂ ਕੋਈ ਸਕਾਲਰ, ਆਪਣੇ ਜਿਹੜੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਸਕਾਲਰ, ਜਦੋਂ ਉਹ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਐਕਸਕਮਿਊਨੀਕੇਟ, ਉਹਨਾਂ ਨੂੰ ਛੇਕ ਦਿੱਤਾ ਜਾਂਦਾ। ਇਹ ਇੱਕ ਨਵਾਂ ਡੰਡਾ ਸ਼ੁਰੂ ਹੋ ਗਿਆ ਕਿ ਜੀ ਇਹਨਾਂ ਨੂੰ ਪੰਥ ਤੋਂ ਛੇਕ ਦਿਓ। ਉਹ ਤੁਸੀਂ ਸੁਣਿਆ ਹੋਣਾ ਖੁਦ ਵੀ ਉਹ ਵੀਡੀਓਜ਼ ਦੇ ਵਿੱਚ, ਪ੍ਰੋਫੈਸਰ ਗੁਰਮੁਖ ਸਿੰਘ ਤੋਂ ਸ਼ੁਰੂ ਕਰਕੇ ਬਾਕੀ ਗੁਰਬਖਸ਼ ਸਿੰਘ ਕਾਲੇ ਅਫਗਾਨੇ ਵਾਲੇ ਜਾਂ ਹੋਰ ਵੀ ਸਕਾਲਰਸ, ਮੈਂ ਤਾਂ ਖੈਰ ਉਹਨਾਂ ਦੀ ਕਿਤਾਬ ਹਾਲੇ ਤਾਈਂ ਨਹੀਂ ਪੜ੍ਹੀਆਂ, ਪਰ ਸਿਰਫ ਇਸ ਕਰਕੇ ਕਿਸੇ ਨੂੰ ਛੇਕ ਦੇਣਾ, ਕਿਉਂਕਿ ਉਹਦਾ ਜਿਹੜਾ ਵਿਊ ਹੈ, ਉਹ ਜਿਹੜੇ ਸਾਡੇ ਪ੍ਰਚਾਰਕ ਨੇ ਉਹ ਉਹਨਾਂ ਦੇ ਹਿਸਾਬ ਨਾਲ, ਉਹਨਾਂ ਦੇ ਪੈਰਲਲ ਨਹੀਂ ਹੈਗਾ, ਉਹਨਾਂ ਨੂੰ ਛੇਕਣਾ ਸ਼ੁਰੂ ਕਰ ਦਿਓ। ਤੇ ਇਹ ਕਿੱਧਰ ਦੀ ਗੁਰਬਾਣੀ ਦੇ ਨਾਲ ਲਗਾਓ ਦਾ ਇਹ ਨਿਸ਼ਾਨਾ ਹੈਗਾ। ਜੇ ਕੋਈ ਲੈਜੀਟੀਮੇਟਲੀ ਕੁਐਸਚਨ ਕਰਦਾ ਹੈ ਕਿ ਜੀ ਇਹ ਜਿਹੜੀ ਚੀਜ਼ ਹੈ, ਮੈਨੂੰ ਨਹੀਂ ਲੱਗਦਾ ਕਿ ਸਾਡੇ ਗੁਰਬਾਣੀ ਜਾਂ ਸਾਡੇ ਈਥੋਸ ਦੇ ਹਿਸਾਬ ਨਾਲ ਹੈ, ਕਈਆਂ ਨੂੰ ਮਾਰਨ ਦੇ ਧਮਕੀਆਂ ਦਿੰਦੇ ਨੇ, ਗਾਲਾਂ ਕੱਢਦੇ ਨੇ, ਵਾਇਲੈਂਸ ਸ਼ੁਰੂ ਕਰ ਦਿੰਦੇ ਨੇ, ਇਹ ਕਿੱਧਰ ਦੀ ਟੀਚਿੰਗ ਹੈਗੀ ਹੈ ਜਾਂ ਇਹ ਕਿਹੜਾ ਲਗਾਓ ਹੈਗਾ ਗੁਰਬਾਣੀ ਦੇ ਨਾਲ ਕਿ ਤੁਸੀਂ ਲੋਕਾਂ ਨੂੰ ਧਮਕੀਆਂ ਦਿਓ ਜਾਂ ਮਾਰਨ ਦੀਆਂ ਧਮਕੀਆਂ ਦਿਓ ਜਾਂ ਉਹਨਾਂ ਨੂੰ ਗਾਲੀ ਗਲੋਚ ਕਰੋ। ਸੋ ਅਸੀਂ ਬਹੁਤ ਦੂਰ ਹੋ ਗਏ ਹਾਂ। ਤੁਸੀਂ ਰਹਿਤ ਮਰਿਆਦਾ ਦੀ ਗੱਲ ਕੀਤੀ ਸੀ, ਤੁਸੀਂ ਉਹ ਵੀਡੀਓਜ਼ ਦੇਖਿਆ ਹੋਣਾ ਕਿ 10-12 ਸਾਲ ਤਾਂ ਉਹ ਵੀਡੀਓਜ਼ ਨੂੰ ਠੱਪ ਹੀ ਰੱਖਿਆ, ਮਤਲਬ ਕਿ ਉਹ ਰਹਿਤ ਮਰਿਆਦਾ ਨੂੰ ਪ੍ਰੋਮਲਗੇਟ ਨਹੀਂ ਕੀਤਾ। ਮੇਰਾ ਖਿਆਲ 8 ਦੀ ਕਮੇਟੀ ਸੀ ਜੋ ਡਾਕਟਰ ਸਾਹਿਬ ਨੇ ਦੱਸਿਆ ਸੀ ਉਹ ਵੀਡੀਓਜ਼ ਦੇ ਵਿੱਚ, ਜਿਨ੍ਹਾਂ ਨੇ ਉਹ ਰਹਿਤ ਮਰਿਆਦਾ ਬਣਾਈ ਸੀ, ਸਕਾਲਰਸ ਨੇ। ਤੇ ਉਦੋਂ ਬਾਅਦ 2 ਜਾਂ 3 ਬੰਦਿਆਂ ਨੇ ਉਹ ਚੇਂਜ ਕਰਕੇ ਤੇ ਉਹਨੂੰ ਪਬਲਿਸ਼ ਕਰ ਛੱਡਿਆ। ਕਿਸੇ ਨੇ ਕਦੀ ਇਹ ਐਕਸਪਲੇਨੇਸ਼ਨ ਨਹੀਂ ਦਿੱਤੀ ਕਿ ਕਿਹਨੇ ਉਹਨਾਂ ਨੂੰ ਇਹ ਹੱਕ ਦਿੱਤਾ ਸੀ ਕਿ ਤੁਸੀਂ ਜਿਹੜੀ SGPC ਵੱਲੋਂ ਨੋਮੀਨੇਟਡ ਕਮੇਟੀ ਸੀ ਰਹਿਤ ਮਰਿਆਦਾ ਬਣਾਉਣ ਲਈ, ਉਹਨਾਂ ਨੂੰ ਤੁਸੀਂ ਆਪ ਹੀ ਚੇਂਜ ਕਰਕੇ ਤੇ ਤੁਸੀਂ ਉਹਨੂੰ ਪਬਲਿਸ਼ ਕਰਕੇ ਤੇ ਇਹ ਕਹੋ ਕਿ ਜੀ ਇਹ ਹੁਣ ਸਾਡੀ ਵਰਸ਼ਨ ਹੈਗੀ ਹੈ।
ਤੁਸੀਂ ਪਹਿਲਾਂ ਗੱਲ ਕੀਤੀ ਸੀ ਸਾਖੀਆਂ ਦੀ। ਡਾਕਟਰ ਢਿੱਲੋਂ ਨੇ ਬੜੀ ਇੱਕ ਗੱਲ ਉਹਨਾਂ ਨੇ ਕੀਤੀ ਜੋ ਕਿ ਮੈਨੂੰ ਬੜੀ ਪਰਟੀਨੈਂਟ ਲੱਗੀ। ਗੁਰਬਿਲਾਸ ਪਾਤਸ਼ਾਹੀ 6ਵੀਂ, ਇੱਕ ਅਕਾਲ ਤਖਤ ਦੇ ਜਥੇਦਾਰ ਨੇ ਉਹਨੂੰ ਬੈਨ ਕਰਤਾ ਕਿ ਜੀ ਇਹਦੇ ਤੇ ਸ਼ੱਕ ਹੈਗਾ। ਕੁਝ ਸਾਲ ਉਹ ਬੈਂਡ ਰਹੀ, ਉਸੇ ਅਕਾਲ ਤਖਤ ਦੇ ਇੱਕ ਹੋਰ ਜਥੇਦਾਰ ਨੇ ਆ ਕੇ ਉਹਨੂੰ ਫੇਰ ਦੁਬਾਰਾ ਠੀਕ ਕਰਤਾ। ਸੋ ਪਹਿਲਾ ਜਥੇਦਾਰ ਠੀਕ ਸੀ, ਪਹਿਲੇ ਜਥੇਦਾਰ ਸਾਹਿਬ ਠੀਕ ਸੀ ਜਾਂ ਦੂਜੇ ਜਥੇਦਾਰ ਸਾਹਿਬ ਠੀਕ ਸੀ? ਬਾਕੀ ਇਹ ਜਿਹੜਾ ਹੁਣ ਤੁਸੀਂ ਕਨਸੈਪਟ ਦੇਖੋ ਹੁਣ ਪੰਥ ਤੋਂ ਛੇਕਣ ਦਾ, ਮੈਂ ਬੜਾ ਲੱਭ ਰਿਹਾ ਵੀ ਇਹਦੇ ਤੇ ਕੋਈ ਮੈਨੂੰ ਇਨਫੋਰਮੇਸ਼ਨ ਮਿਲੇ ਵੀ ਇੱਕ ਬੰਦਾ ਜਿਹਦਾ ਨਾਂ ਲਿਫਾਫੇ ਚੋਂ ਕੱਢ ਕੇ ਨੋਮੀਨੇਟ ਕੀਤਾ ਜਾਂਦਾ, ਉਹਨੂੰ ਪੂਰੀ ਅਥਾਰਟੀ ਹੁਣ ਮਿਲ ਗਈ ਕਿ ਜੀ ਇਹ ਫਲਾਨਾ ਇਹ ਸਿੰਘ ਨਹੀਂ ਹੈਗਾ, ਇਹਨੂੰ ਛੇਕ ਦਿਓ, ਫਲਾਨੇ ਨੂੰ ਛੇਕ ਦਿਓ, ਢਿਮਕੇ ਨੂੰ ਛੇਕ ਦਿਓ। ਸੋ ਜੇ ਅਸੀਂ ਅੱਜ ਕੱਲ੍ਹ ਦੀ ਇੰਟਰਨੈਟ ਦੀ ਏਜ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਸਾਨੂੰ ਅਵੇਲੇਬਲ ਹੈ, ਹਰੇਕ ਇੰਡੀਵਿਜੂਅਲ ਸਿੱਖ ਔਰਤ ਜਾਂ ਮਰਦ ਨੂੰ ਆਪ ਫੈਸਲਾ ਕਰਨਾ ਪੈਣਾ, ਪੜ੍ਹ ਕੇ ਦੇਖ ਕੇ। ਔਰ ਉਹਦਾ ਤਰੀਕਾ ਬੜਾ ਸਿੱਧਾ ਹੈ ਕਿ ਗੁਰਬਾਣੀ ਤੇ ਰਹੋ, ਗੁਰੂ ਗ੍ਰੰਥ ਸਾਹਿਬ ਤੇ ਬੇਸਡ ਰਹੋ, ਤੇ ਇਹ ਨਾ ਸਮਝੋ ਕਿ ਹੋਰ ਕਿਸੇ ਸਕ੍ਰਿਪਚਰ ਨੂੰ ਜਾਂ ਕਿਸੇ ਕਿਤਾਬ ਨੂੰ ਜਿਹੜੀਆਂ ਕਿ 19th ਸੈਂਚਰੀ 'ਚ ਲਿਖੀਆਂ ਗਈਆਂ ਹੋਣ, 1870, 1860, 1849, ਉਹਨਾਂ ਨੂੰ ਆਪਾਂ ਕਿਵੇਂ ਉਸ ਦਰਜੇ ਤੇ ਦੇ ਸਕਦੇ ਹਾਂ ਕਿ ਜੀ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਾਂ ਇਹਨਾਂ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਈਏ। ਸੋ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਪ੍ਰੋਬਲਮ ਕੀ ਹੈਗੀ ਹੈ। ਸਾਡੇ ਕੋਲੇ ਕੁੰਜੀ ਹੈ ਗੁਰੂ ਗ੍ਰੰਥ ਸਾਹਿਬ, ਕੁੰਜੀ ਹੈ ਗੁਰੂ ਬਾਣੀ, ਕੁੰਜੀ ਹੈ ਸ਼ਬਦ ਗੁਰੂ, ਤੇ ਅਸੀਂ ਕਿਉਂ ਭਟਕਦੇ ਫਿਰਦੇ ਹਾਂ ਖੱਬੇ ਸੱਜੇ? ਉਹ ਇਸ ਕਰਕੇ ਭਟਕਦੇ ਫਿਰਦੇ ਹਾਂ ਕਿ ਬਾਕੀ ਧਰਮਾਂ ਵਾਂਗੂ ਸਾਡੇ ਵੀ ਇੱਕ ਪ੍ਰੀਸਟਲੀ ਕਲਾਸ ਡਿਵੈਲਪ ਹੋ ਗਈ ਹੈ, ਜਿਹਦਾ ਸੈਲਫ ਇੰਟਰਸਟ ਹੈਗਾ ਕਿ ਲੋਕਾਂ ਦੀਆਂ ਅੱਖਾਂ ਤੇ ਪਰਦਾ ਪਿਆ ਰਵੇ, ਕਿਉਂਕਿ ਜੇ ਲੋਕਾਂ ਦੀਆਂ ਅੱਖਾਂ 'ਚੋਂ ਪਰਦਾ ਉੱਠ ਗਿਆ ਤਾਂ ਜਿਹੜੀਆਂ ਪ੍ਰੀਸਟਲੀ ਕਲਾਸ ਦੀਆਂ ਪ੍ਰਿਵਿਲੇਜਸ ਉਹਨਾਂ ਨੂੰ ਮਿਲਦੀਆਂ ਨੇ, ਉਹਨਾਂ ਨੂੰ ਕੋਈ ਮੰਨੇਗਾ ਨਹੀਂ। ਸੋ ਆਪਾਂ ਵੀ ਬਾਕੀ ਧਰਮਾਂ ਵਾਂਗੂ ਪ੍ਰੀਸਟਲੀ ਕਲਾਸ ਦੇ ਝਮੇਲੇ 'ਚ ਪੈ ਗਏ ਹਾਂ। ਇਹ ਬੜੀ ਵੱਡੀ ਡਿਸਟੋਰਸ਼ਨ। ਡਾਕਟਰ ਸਾਹਿਬ, ਮੇਰਾ ਆਪਣਾ ਮੰਨਣਾ ਕਿ ਜੇ ਹੁਣ ਪੰਜਾਬ ਦੇ ਵਿੱਚ ਪੋਲੀਟੀਕਲ ਰੈਵੋਲੂਸ਼ਨ ਆ ਗਿਆ, ਇਹੀ ਹੁਣ ਇੱਕ ਮੌਕਾ ਹੈ ਕਿ ਜਿੱਥੇ ਰਿਲੀਜੀਅਸ ਰੈਵੋਲੂਸ਼ਨ ਵੀ ਆਉਣਾ ਚਾਹੀਦਾ। ਔਰ ਇਹ ਬੜਾ ਇੱਕ ਢੁਕਵਾਂ ਟਾਈਮ ਹੈ ਜਦੋਂ ਕਿ ਅਸੀਂ ਡਿਸਕਸ ਕਰ ਰਹੇ ਹਾਂ, ਆਪਣੇ ਸਰੋਤਿਆਂ ਨਾਲ ਸਾਂਝਾ ਕਰ ਰਹੇ ਹਾਂ। ਮੈਂ ਹੱਥ ਜੋੜ ਕੇ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਯੂਥ ਸਾਡੇ ਧਰਮ ਦੇ ਨਾਲ ਜੁੜਿਆ ਰਹੇ, ਜੇ ਅਸੀਂ ਚਾਹੁੰਦੇ ਹਾਂ ਜਿਹੜੇ ਪੜ੍ਹੇ ਲਿਖੇ ਇੰਟੈਲੈਕਚੁਅਲ ਉਹ ਧਰਮ ਦੇ ਨਾਲ ਜੁੜੇ ਰਹਿਣ, ਜੇ ਅਸੀਂ ਚਾਹੁੰਦੇ ਹਾਂ ਕਿ ਜੋ ਧਰਮ 'ਚ ਕੁਤਾਹੀਆਂ ਆਈਆਂ ਜਾਂ ਡਿਸਟੋਰਸ਼ਨ ਹੋਈ ਹੈ ਉਹਨੂੰ ਚੇਂਜ ਕੀਤਾ ਜਾਵੇ, ਫਿਰ ਮੇਰਾ ਖਿਆਲ ਇਹ ਟਾਈਮ ਬਣਦਾ ਕਿ ਜੋ ਡਾਕਟਰ ਢਿੱਲੋਂ ਕਹਿੰਦੇ ਨੇ, ਉਹਨਾਂ ਨੇ ਕੁਛ ਇੱਕ ਤੱਥ ਸਾਡੇ ਸਾਹਮਣੇ ਲਿਆਂਦੇ ਆ ਕਿ ਕੁਝ ਚੀਜ਼ਾਂ ਹਾਲੇ ਵੀ ਜਿਨ੍ਹਾਂ 'ਤੇ ਡਿਸਕਸ਼ਨ ਹੁੰਦੀ ਰਹੀ ਹੈ ਪਰ ਉਹ 'ਚ ਕੋਈ ਡਿਸੀਜ਼ਨ ਲਿਆ, ਚਾਹੇ ਉਹ ਜਾਪ ਸਾਹਿਬ ਬਾਰੇ ਹੋਵੇ, ਚਾਹੇ ਚੌਪਾਈ ਸਾਹਿਬ ਬਾਰੇ ਹੋਵੇ, ਚਾਹੇ ਆਪਾਂ ਸਵਈਆਂ ਬਾਰੇ ਹੋਵੇ, ਚਾਹੇ ਈਵਨ ਫਰੀਦਕੋਟ ਦੀ ਜਿਹੜੀ ਟਰਾਂਸਲੇਸ਼ਨ ਹੈ ਉਹਦੇ ਬਾਰੇ ਹੋਵੇ। ਤਾਂ ਇਹ ਹੁਣ ਟਾਈਮ ਆ ਗਿਆ ਕਿ ਅਸੀਂ ਬੜਾ ਹੰਬਲੀ ਇਹਦੇ 'ਤੇ ਆਪਾਂ ਡਿਸਕਸ਼ਨ ਕਰੀਏ। ਔਰ ਜੇ ਅਸੀਂ ਸੋਚਦੇ ਹਾਂ ਕਿ ਜੇ 1430 ਪੰਨੇ ਬਹੁਤ ਨੇ, ਉਹਨਾਂ ਦੇ ਵਿੱਚ ਹੀ ਆਪ ਨੂੰ ਰਿਸਟੇਨ ਰਹੀਏ, ਜੇ ਅਸੀਂ ਉਹਨਾਂ 'ਤੇ ਚੱਲ ਸਕੀਏ ਤਾਂ ਸਿੱਖੀ ਨੂੰ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਅਸੀਂ ਦੁਬਾਰਾ ਫਿਰ ਵਾਪਸ ਸਿੱਖੀ ਵੱਲ ਨੂੰ ਟਰਨਿੰਗ ਲੈਣ ਦੀ ਜ਼ਰੂਰਤ ਹੈ। ਇਸ ਵੇਲੇ ਮੇਰਾ ਖਿਆਲ ਇਹ ਕਿ ਬਹੁਤ ਵੱਡੀ ਜ਼ਰੂਰਤ ਹੈ ਕਿ ਖਾਸ ਕਰ ਜਿਹੜੇ ਬਾਹਰ ਦੇ ਦੇਸ਼ਾਂ 'ਚ ਬੱਚੇ ਨੇ ਉਹ ਸਵਾਲ ਪੁੱਛਦੇ ਨੇ, ਔਰ ਇਹ ਜਿਹੜਾ ਸਵਾਲ ਕਰਨਾ ਇੱਕ ਮੇਰੇ ਖਿਆਲ ਗੁਰੂ ਨਾਨਕ ਸਾਹਿਬ ਨੇ ਇਹ ਪ੍ਰਥਾ ਸ਼ੁਰੂ ਕੀਤੀ ਸੀ। ਪਟਾਨਾ ਉਹਨਾਂ ਨੇ ਸਵਾਲ ਕੀਤੇ, ਉਹਨਾਂ ਦੇ ਜਵਾਬ ਦਿੱਤੇ, ਔਰ ਜਿੱਥੇ ਵੀ ਗਏ ਆ ਵਾਰਤਾਲਾਪ ਕੀਤਾ, ਉਹਨਾਂ ਨੂੰ ਕਨਵਿੰਸ ਕੀਤਾ, ਤਾਂ ਕਨਵਿੰਸ ਕਰਕੇ ਉਹ ਅੱਗੇ ਚੱਲੇ ਨੇ, ਨਾ ਕਿ ਕਿਸੇ ਨੂੰ ਉਹਨਾਂ ਨੇ ਸ਼ਟ ਅਪ ਕਾਲ ਦਿੱਤੀ ਹੈ। ਪਰ ਸਮੋ ਤੁਸੀਂ ਇਹ ਬਿਲਕੁਲ ਠੀਕ ਕਿਹਾ ਕਿ ਸਾਡਾ ਜਿਹੜਾ ਹੁਕਮਨਾਮੇ ਦੀ ਪ੍ਰਥਾ ਹੈ ਉਹ ਜਿਹੜੀ ਹੈ ਉਹ ਸਿਰਫ ਤੁਸੀਂ ਪਿੱਛੇ ਖਿਆਲ ਲਿਆਈਏ, ਮੇਰੇ ਵੀ ਖਿਆਲ 'ਚ ਹੋਣਾ ਆ ਕਿ ਹੁਕਮਨਾਮਾ ਦੇਣ ਦਾ ਜਿਹੜਾ ਟ੍ਰੈਡੀਸ਼ਨ ਸੀਗਾ ਉਹ ਸਿਰਫ ਕਿਸੇ ਨੂੰ ਪਨਿਸ਼ ਕਰਨ ਦਾ ਹੀ ਨਹੀਂ ਹੈ। ਇਹ ਤਾਂ ਬੜਾ ਇੱਕ ਪਲੇਜ਼ੈਂਟ ਜਿਹੇ ਹੁਕਮਨਾਮੇ ਆਉਣੇ ਚਾਹੀਦੇ ਆ ਸਾਡੇ ਦਰਬਾਰ ਸਾਹਿਬ ਤੋਂ, ਖਾਸ ਕਰ ਉਹਨਾਂ ਨੂੰ, ਕਿਉਂਕਿ ਟਾਈਮ ਟੂ ਟਾਈਮ ਡਾਕਟਰ ਸਾਹਿਬ ਬਹੁਤ ਸਾਰੇ ਸਕਾਲਰ ਸਾਡੀ ਕੌਮ ਨੇ ਪ੍ਰੋਡਿਊਸ ਕੀਤੇ ਆ, ਜਿਨ੍ਹਾਂ ਨੇ ਬਹੁਤ ਸਾਰੇ ਤੱਥ ਪੇਸ਼ ਕੀਤੇ ਆ, ਕਿਤਾਬਾਂ ਲਿਖੀਆਂ ਔਰ ਸਾਡੇ ਨਾਲ ਡਿਸਕਸ਼ਨ ਕੀਤੀ ਹੈ। ਪਰ ਉਹਨਾਂ ਨੂੰ ਅਨਫੋਰਚੂਨੇਟਲੀ ਚਾਹੇ ਤੁਸੀਂ
ਅਕਾਲ ਤਖਤ ਸਾਹਿਬ ਦੇ ਪਿਛਲੇ ਦੋ ਤਿੰਨ ਜਥੇਦਾਰ ਵੇਖ ਲਓ, ਉਹ ਤੋਂ ਪਹਿਲਾਂ ਜਿਹੜੇ ਸਕਾਲਰ ਆਏ ਨੇ, ਤੁਸੀਂ ਕਾਲਾ ਅਫਗਾਨਾ ਦਾ ਨਾਮ ਮੈਨੂੰ, ਜਿਨ੍ਹਾਂ ਨੇ ਬੜੀ ਕੋਸ਼ਿਸ਼ ਕਰਕੇ ਐਕਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਹੋਰ ਸਕਾਲਰ ਨੇ, ਉਹਨਾਂ ਨੂੰ ਤੁਸੀਂ ਪੰਥ 'ਚੋਂ ਸੇਕਣਾ ਸ਼ੁਰੂ ਕਰ ਦਿੱਤਾ। ਤਾਂ ਮੇਰੇ ਖਿਆਲ ਇਹ ਬੜਾ ਨੈਗੇਟਿਵ ਸਾਈਡ ਨੂੰ ਪੰਥ ਜਾ ਰਿਹਾ। ਸਾਨੂੰ ਜ਼ਰੂਰਤ ਹੈ, ਕਿਉਂਕਿ ਜਿਹੜਾ ਅਕਾਲ ਤਖਤ ਦਾ ਇੱਕ ਵਾਰੀ ਜਥੇਦਾਰ ਬਣ ਗਿਆ, ਮੇਰਾ ਖਿਆਲ ਉਹ ਤਾਂ ਬਿਯੋਂਡ ਡਾਊਟ ਕਿ ਉਹਨੂੰ ਤਾਂ ਪੂਰੀ ਕੌਮ ਨੇ ਇੰਨਾ ਮਾਣ ਦਿੱਤਾ, ਉਹਨੂੰ ਫਿਰ ਪੰਥ ਤੋਂ ਇੱਕ ਵਾਰੀ ਉਸ ਮਾਣ 'ਤੇ ਲੈ ਜਾਣਾ, ਫਿਰ ਉਹਨਾਂ ਨੂੰ ਪੰਥ ਤੋਂ ਸੇਕਣ ਦੀ ਇਹ ਪ੍ਰਥਾ, ਮੇਰੇ ਖਿਆਲ ਇਹਦੀ ਆਪੋਜੀਸ਼ਨ ਸਾਨੂੰ ਹੋਣੀ ਚਾਹੀਦੀ ਹੈ। ਟਾਈਮ ਆ ਗਿਆ ਕਿ ਹੁਣ ਇੱਕ ਫਿਰ ਸਿੱਖੀਜ਼ਮ ਦੇ ਵਿੱਚ ਇੱਕ ਇੰਪਰੂਵਮੈਂਟ ਲਈ, ਇੱਕ ਸ਼ੁੱਧੀ ਲਈ ਰੈਵੋਲੂਸ਼ਨ ਫਿਰ ਆਏ। ਉਹ ਸਾਰੇ ਇੰਟੈਲੈਕਚੁਅਲ, ਸਾਰੇ ਯੂਥ ਔਰ ਸਾਰੇ ਪੜ੍ਹੇ ਲਿਖੇ ਲੋਕਾਂ ਤੋਂ ਆਉਣਾ ਪਏਗਾ। ਉਹਦੇ ਲਈ ਸਭ ਤੋਂ ਵੱਡੀ ਪਹਿਲ ਇਹ ਹੋਣੀ ਪੈਣੀ ਹੈ ਕਿ ਸਭ ਤੋਂ ਵੱਡੀ ਖਾਮੀ ਜਿਹੜੀ ਡਾਕਟਰ ਸਾਹਿਬ ਨੇ ਵੀ ਪੁਆਇੰਟ ਆਊਟ ਕੀਤੀ ਹੈ, ਜਿਵੇਂ ਤੁਸੀਂ ਵੀ ਕੀਤੀ ਹੈ, ਕਿ ਸਾਡੇ ਜਿਹੜੇ ਹੈਗੇ ਨੇ ਇਸ ਵੇਲੇ ਕਲਰਜੀ ਜਾਂ ਜਿਹੜੇ ਭਾਈ ਜੀ ਨੇ, ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹਨੂੰ ਸੁਧਾਰਨ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਕਿੱਥੋਂ ਟ੍ਰੇਨਿੰਗ ਮਿਲ ਰਹੀ ਹੈ, ਕੀ ਉਹਨਾਂ ਨੂੰ ਪਤਾ ਹੈ, ਕਿੰਨਾ ਕੁ ਹੈ। ਇਹਨੂੰ ਕੁਝ ਸਟੈਂਡਰਡਾਈਜ਼ ਕਰਨ ਦੀ ਜ਼ਰੂਰਤ ਹੈ। ਇਹ 'ਤੇ ਕੌਮ ਨੂੰ ਜ਼ੋਰ ਦੇਣ ਦੀ ਜ਼ਰੂਰਤ ਹੈ। ਹਾਲਾਂਕਿ ਉਹ ਗੁਰਬਾਣੀ ਦੇ ਮੁਤਾਬਕ ਤਾਂ ਸਾਨੂੰ ਕੋਈ ਵਿੱਚ ਕਲਰਜੀ ਚਾਹੀਦਾ ਨਹੀਂ। ਇਹ ਤਾਂ ਇੱਕ ਸਿੱਖ ਦੀ 1-to-1 ਗੁਰਬਾਣੀ ਦੇ ਨਾਲ ਵਾਰਤਾਲਾਪ ਹੈ, ਔਰ ਹਰ ਸਿੱਖ ਇੰਡੀਵਿਜੂਅਲੀ ਅਚੀਵ ਕਰ ਸਕਦਾ। ਪਰ ਜੇ ਕਿਸੇ ਨੇ, ਜਿਵੇਂ ਤੁਸੀਂ ਕਿਹਾ ਵੀ ਥੋੜ੍ਹੀ ਡਿਸਕਸ਼ਨ ਹੋਣੀ ਚਾਹੀਦੀ, ਥੋੜ੍ਹੀ ਵਿਆਖਿਆ ਹੋਣੀ ਚਾਹੀਦੀ ਹੈ, ਪਰ ਉਹ ਜਿਹੜੇ ਵਿਆਖਿਆ ਕਰਨੇ ਵਾਲੇ ਆ, ਉਹ ਕਿਤੇ ਨਾ ਕਿਤੇ, ਅਸੀਂ ਕਿਤੇ ਵੀ ਚੱਲ ਜਾਈਏ, ਬੱਚੇ ਕਿਉਂ ਨਹੀਂ ਗੁਰਦੁਆਰੇ ਜਾਂਦੇ? ਕਿਉਂਕਿ ਉਹ ਵੇਖਦੇ ਆ ਕਿ ਸਾਨੂੰ ਉੱਥੋਂ ਕੋਈ ਕੰਟੈਂਟ ਨਹੀਂ ਮਿਲਦਾ। ਜਦ ਤੱਕ ਅਸੀਂ ਕੰਟੈਂਟ ਨਹੀਂ ਬੱਚਿਆਂ ਨੂੰ ਦੇਵਾਂਗੇ, ਉਹ ਕਿਸ ਤਰ੍ਹਾਂ ਜੁੜਨਗੇ? ਕੀ ਖਿਆਲ ਹੈ ਤੁਹਾਡਾ ਡਾਕਟਰ? ਬਿਲਕੁਲ ਠੀਕ ਕਿਹਾ ਤੁਸੀਂ। ਦੇਖੋ, ਇੱਕ ਬੜੀ ਆਪਾਂ ਯੰਗਸਟਰਸ ਦੀ ਗੱਲ ਕਰ ਰਹੇ ਹਾਂ, ਸਪੈਸ਼ਲੀ ਜਿਹੜੇ ਬੱਚੇ ਹਿੰਦੁਸਤਾਨ ਤੋਂ ਬਾਹਰ ਜੰਮੇ ਪਲੇ ਔਰ ਜਿਹੜੇ ਬਾਹਰ ਪੜ੍ਹੇ ਯੂਨੀਵਰਸਿਟੀਆਂ 'ਚ ਗਏ ਨੇ ਜਾਂ ਸਕੂਲਾਂ 'ਚ ਗਏ ਨੇ, ਉਹਨਾਂ ਦੇ ਵਿੱਚ ਸਪਿਰਿਟ ਆਫ ਇਨਕੁਆਇਰੀ ਹੈ, ਬਿਲਕੁਲ ਹੈ। ਹਿੰਦੁਸਤਾਨ ਦੇ ਵਿੱਚ ਵੀ ਹੋਏਗੀ, ਪਰ ਬਾਹਰ ਤਾਂ ਬੱਚਿਆਂ 'ਚ ਮੈਂ ਬਹੁਤ ਦੇਖੀ ਹੈ। ਹੁਣ ਉਹ ਜਦੋਂ ਹੁਣ ਇੰਟਰਨੈਟ ਤੇ ਬਹੁਤ ਇਨਫੋਰਮੇਸ਼ਨ ਅਵੇਲੇਬਲ ਹੈ ਗੁਰਬਾਣੀ ਦੇ ਬਾਰੇ, ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਸਿੱਖ ਰਿਸਰਚ ਇੰਸਟੀਚਿਊਟ ਤੋਂ ਹੈ, ਹੋਰ ਕਈ ਸੋਰਸਿਸ ਤੋਂ ਇਨਫੋਰਮੇਸ਼ਨ ਮਿਲਦੀ ਹੈ। ਉਹ ਇੱਕ ਪਾਸੇ ਜਦੋਂ ਉਹ ਦੇਖਦੇ ਨੇ ਤੇ ਦੂਜੇ ਪਾਸੇ ਉਹ ਸੁਣਦੇ ਨੇ ਵੀ ਪ੍ਰਚਾਰਕ ਜਾਂ ਗ੍ਰੰਥੀ ਜਾਂ ਜਿਹੜੇ ਭਾਈ ਆਉਂਦੇ ਨੇ ਗੁਰਦੁਆਰਿਆਂ 'ਚ, ਉਹ ਕੀ ਕਹਿੰਦੇ ਨੇ, ਉਹ ਬੱਚਿਆਂ ਨੂੰ ਉਹਦੇ ਵਿੱਚ ਕੰਟਰਡਿਕਸ਼ਨ ਲੱਗਦੀ ਹੈ। ਇਸ ਕਰਕੇ ਤੁਸੀਂ ਦੇਖੋ ਵੀ ਬਹੁਤ ਸਾਰੇ ਬੱਚੇ ਗੁਰਦੁਆਰੇ ਨਹੀਂ ਜਾਂਦੇ ਜਾਂ ਸਵਾਲ ਉਠਾਉਂਦੇ ਨੇ, ਕਿਉਂਕਿ ਜੋ ਉਹਨਾਂ ਨੂੰ ਗੁਰੂ ਦਾ ਮੈਸੇਜ ਸਮਝ ਆ ਰਿਹਾ ਹੈ ਔਰ ਜੋ ਉਹ ਸੁਣ ਰਹੇ ਨੇ। ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਕਈ ਪ੍ਰਚਾਰਕਾਂ ਨੂੰ ਮੈਂ ਵੀ ਸੁਣਿਆ, ਉਹ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ, ਜ਼ਿੰਦਗੀ ਦੇ ਬਾਰੇ ਗੱਲਾਂ ਕਰਦੇ ਨੇ, ਉਹ ਸਾਖੀਆਂ ਤੋਂ ਸਾਰਾ ਕੁਝ ਲੈ ਕੇ ਉਹ ਮਿਰੇਕਲਸ ਤੇ ਜ਼ਿਆਦਾ ਐਮਫੈਸਿਸ ਦਿੰਦੇ ਨੇ, ਬਜਾਏ ਕਿ ਗੁਰੂ ਦੇ ਮੈਸੇਜ ਦੇ, ਸ਼ਬਦ ਗੁਰੂ ਦੇ ਮੈਸੇਜ ਬਾਰੇ, ਜਾਂ ਜੋ ਗੁਰੂ ਸਾਹਿਬਾਨ ਨੇ, ਜੋ ਉਹਨਾਂ ਦਾ ਸੋਸ਼ਲ, ਕਿਉਂਕਿ ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਬਹੁਤ ਵੱਡੇ ਸੋਸ਼ਲ ਰੈਵੋਲੂਸ਼ਨਰੀ ਸੀ, ਨੋਟ ਕਿ ਛੋਟੇ, ਬਹੁਤ ਵੱਡੇ ਸੋਸ਼ਲ ਰੈਵੋਲੂਸ਼ਨਰੀ। ਉਹ ਬ੍ਰਹਮ ਗਿਆਨੀ ਤਾਂ ਸੀਗੇ ਹੀ ਸੀਗੇ, ਤੁਰਕੀ ਬਾਣੀ ਆਈ ਸੀ, ਪਰ ਉਸ ਦੇ ਨਾਲ ਤੁਸੀਂ ਦੇਖੋ ਸੋਸ਼ਲ ਰੈਵੋਲੂਸ਼ਨਰੀ, ਉਹਦੀਆਂ ਬੜੀਆਂ ਐਗਜ਼ਾਮਪਲ ਸਾਨੂੰ ਗੁਰਬਾਣੀ ਦੇ ਵਿੱਚ ਮਿਲ ਜਾਂਦੀਆਂ, ਜਿਹਨੂੰ ਆਪਾਂ ਬਾਬਰ ਬਾਣੀ ਕਹਿੰਦੇ ਆ। ਤੁਸੀਂ ਉਹ ਦੇਖੋ ਵੀ ਉਹ ਕਿਸ ਹੌਸਲੇ ਦੇ ਨਾਲ ਉਹ ਬਾਬਰ ਦੇ ਬਾਰੇ ਕਹਿੰਦੇ ਨੇ। ਜੇ ਤੁਸੀਂ ਮੈਨੂੰ ਅਲਾਓ ਕਰੋ ਤਾਂ ਮੈਂ ਇੱਕ ਦੋ ਲਾਈਨਾਂ ਉਹਦੇ ਚੋਂ ਕੋਟ ਕਰਨਾ ਚਾਹੁੰਦਾ, ਜੇ ਮੈਨੂੰ ਅਲਾਓ ਕਰੋ। ਸ਼ੋਰ ਡਾਕਟਰ ਸਾਹਿਬ, ਬਿਲਕੁਲ। ਗੁਰੂ ਸਾਹਿਬ ਕਹਿੰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, पाप की जंज ले काबलों ताया, जोरी मंगे दान वे लालो, सरम धरम दोए छिप खलोए, कूड़ फिरे प्रधान वे लालो, काजियां बामना की गल थकी, अगद पड़े शैतान वे लालो। जात सनात ਹੋਰ ਵੀ ਲਾਈਨਾਂ ਹੈਗੀਆਂ ਨੇ, ਜੇ ਕਹੋ ਤਾਂ ਮੈਂ ਇੰਗਲਿਸ਼ ਵੀ ਦੱਸ ਦੇਣਾ, ਜੇ ਕਿਸੇ ਨੂੰ ਪੰਜਾਬੀ ਨਾ ਸਮਝ ਆਉਂਦੀ ਹੋਵੇ। ਡਾਕਟਰ ਸਾਹਿਬ ਕੁਝ ਸਰੋਤੇ ਬਿਲਕੁਲ ਚਾਹੁੰਦੇ। ਹਾਂਜੀ, ਕਈਆਂ ਨੂੰ ਪੰਜਾਬੀ ਸੇ ਮੈਂ ਤੁਹਾਨੂੰ ਦੱਸਦਾ, ਕਿਉਂਕਿ ਮੈਂ ਜਿੰਨੀ ਵਾਰੀ ਵੀ ਇਹ ਪੜ੍ਹਦਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਹੋਰ ਸੋਸ਼ਲ ਰੈਵੋਲੂਸ਼ਨਰੀ ਦੀ ਕੀ ਹੋ ਸਕਦੀ ਹੈ ਡੈਫੀਨੇਸ਼ਨ। ਠੀਕ ਹੈ, ਮੈਂ ਥੋੜੀਆਂ ਇਹ ਲਾਈਨਾਂ ਨੂੰ ਟਰਾਂਸਲੇਟ ਕਰਾਂ। ਇਹ ਟਰਾਂਸਲੇਸ਼ਨ ਮੈਂ ਇੰਟਰਨੈਟ ਤੋਂ ਲਈ ਹੈ। Having attacked Khurasan अफगानिस्तान च हैगा, ईरान च भी है, Babur terrified Hindustan,
The creator does not himself take the blame, but has sent the Mughal as the messenger of death. There was so much slaughter that the people screamed, "Didn't you feel compassion, O Lord?" ਇਹ ਪੰਜਾਬੀ ਦੇ ਵਿੱਚ ਵੀ ਤੁਸੀਂ ਜ਼ਰੂਰ ਇਹ ਸੁਣਿਆ ਹੋਣਾ ਕਿ "Didn't you feel compassion, O Lord?" So ਫਿਰ ਉਹ ਕਹਿੰਦੇ ਨੇ, "If a powerful tiger attacks a flock of sheep and kills them, then its master must answer for it. The priceless country has been laid waste and defiled by dogs, and no one pays any attention to the dead." I mean, social revolutionary ਦੇ ਇੰਨੇ revolutionary message ਨੂੰ, ਠੀਕ ਹੈ, ਅਸੀਂ ਉਹਨੂੰ ਮਿਰੇਕਲਸ ਤੇ ਰਿਡਿਊਸ ਕਰ ਦਈਏ ਕਿ ਜੀ ਜਦੋਂ ਗੁਰੂ ਸਾਹਿਬ ਦੇ ਮੂੰਹ ਤੇ ਧੁੱਪ ਪੈ ਰਹੀ ਸੀ ਤਾਂ ਸੱਪ ਨੇ ਉਹਨਾਂ ਦੇ ਉੱਤੇ ਸਿਰ ਰੱਖ ਛੱਡਿਆ, ਜਾਂ ਕਿ ਜੀ ਉਹ ਜਾ ਕੇ ਜਦੋਂ ਉਹਨਾਂ ਨੇ ਪੈਰ ਮੱਕੇ ਵੱਲ ਕੀਤੇ ਤੇ ਉਹ ਜਿੱਧਰ ਵੀ ਪੈਰ ਘੁਮਾਉਂਦੇ ਸੀ ਮੱਕਾ ਘੁੰਮ ਘੁੰਮ ਕੇ ਉਧਰ ਨੂੰ ਹੋਈ ਜਾ ਰਿਹਾ ਸੀ। ਸਿੰਬੋਲਿਕਲੀ ਉਹਨਾਂ ਦਾ ਮੈਸੇਜ ਬੜਾ ਕਲੀਅਰ ਸੀ ਕਿ ਜਿੱਧਰ ਵਾਹਿਗੁਰੂ ਨਹੀਂ ਹੈਗਾ ਮੇਰੇ ਉਧਰ ਪੈਰ ਕਰ ਦਿਓ। ਪਰ ਇਹ ਸਿੰਬੋਲਿਜ਼ਮ ਨੂੰ ਬੱਚਿਆਂ ਨੂੰ ਸਿਖਾਉਣ ਦੀ ਬਜਾਏ ਅਸੀਂ ਜ਼ਿਆਦਾ ਐਮਫੈਸਿਸ ਦੇਈ ਜਾਂਦੇ ਆ ਮਿਰੇਕਲਸ ਤੇ ਜਾਂ ਕਾਰਨਾਮਿਆਂ ਤੇ, ਜਦੋਂ ਕਿ ਗੁਰਬਾਣੀ ਸਾਨੂੰ ਕਾਰਨਾਮਿਆਂ ਦੇ ਬਿਲਕੁਲ ਖਿਲਾਫ ਦੱਸਦੀ। 9ਵੇਂ ਪਾਤਸ਼ਾਹ ਨੂੰ ਕਿਹਾ ਗਿਆ ਸੀ ਕਿ ਜੀ ਜੇ ਤੁਸੀਂ ਮਿਰੇਕਲ ਦਿਖਾ ਦਿਓ ਤਾਂ ਮੈਂ ਤੁਹਾਡੀ, ਔਰੰਗਜ਼ੇਬ ਨੇ ਕਿਹਾ ਮੈਂ ਤੁਹਾਨੂੰ ਤੁਹਾਡੀ ਜਾਨ ਬਖਸ਼ ਦਿਆਂਗਾ। ਗੁਰੂ ਸਾਹਿਬ ਨੇ ਕੋਈ ਮਿਰੇਕਲ ਦਿਖਾਇਆ? ਕੋਈ ਮਿਰੇਕਲ ਨਹੀਂ ਦਿਖਾਇਆ। ਸਿਰ ਦਿਆ ਪਰ ਸਿਰੜ ਨਾ ਦਿਆ। ਸੋ ਇਹ ਬਿਲਕੁਲ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ। ਆਪਾਂ ਨੂੰ ਆਪਣੇ ਯੰਗਸਟਰਸ ਨੂੰ ਜੇ ਆਪਣੇ ਨਾਲ ਜੋੜ ਕੇ ਰੱਖਣਾ ਹੈ ਤਾਂ ਸਾਨੂੰ ਮੈਸੇਜ ਤੇ ਐਮਫੈਸਿਸ ਦੇਣਾ ਚਾਹੀਦਾ ਹੈ, ਬਜਾਏ ਕਿ ਮਿਰੇਕਲ ਤੇ ਜਾਂ ਇਹ ਦੱਸਣ ਤੇ ਕਿ ਜੀ ਉਹ ਫਲਾਣੇ ਡੇਰੇ ਚਲੇ ਜਾਓ, ਉਹ ਤੁਹਾਨੂੰ ਇੱਕ ਮੰਤਰ ਦੇਣਗੇ, ਉਹ ਮੰਤਰ ਦੇ ਨਾਲ ਤੁਹਾਡੀ ਬਿਲਕੁਲ ਮੁਕਤੀ ਹੋ ਜਾਏਗੀ। ਇਹ ਮੁਸ਼ਕਲ ਰਸਤਾ ਹੈ। ਇਹ ਹਰ ਇੱਕ ਨੂੰ, ਹਰੇਕ ਸਿੱਖ ਨੂੰ, ਬੰਦੇ ਔਰ ਔਰਤ ਨੂੰ ਆਪ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਕੇ ਆਪ ਆਪਣੇ ਲੈਵਲ ਨੂੰ ਉੱਤੇ ਚੁੱਕਣ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈਗਾ। ਕੋਈ ਥਰਡ ਪਰਸਨ, ਕੋਈ ਬਾਹਰਲਾ ਬੰਦਾ ਤੁਹਾਨੂੰ ਕੋਈ ਉਹ ਮੰਤਰ ਨਹੀਂ ਦੇ ਸਕਦਾ ਜਿਹਦੇ ਨਾਲ ਤੁਹਾਡੀ ਮੁਕਤੀ ਹੋ ਜਾਏਗੀ। ਸਿਆਣੇ ਬੰਦਿਆਂ ਦੀਆਂ ਗੱਲਾਂ ਸੁਣ ਕੇ ਮਦਦ ਜ਼ਰੂਰ ਹੋ ਸਕਦੀ ਹੈ ਬੈਟਰ ਸਮਝਣ ਲਈ, ਪਰ ਇਹ ਸਮਝਣਾ ਕਿ ਅਸੀਂ ਬੱਚਿਆਂ ਨੂੰ ਇਹ ਦਸੀਏ ਕਿ ਜੀ ਫਲਾਣੇ ਨੇ ਆ ਮਿਰੇਕਲ ਕਰਤਾ। ਅੱਜ ਕੱਲ੍ਹ ਵੀ ਅਸੀਂ ਕਹਿੰਦੇ ਆ ਕਿ ਜੀ ਉਹ ਫਲਾਣੇ ਸੰਤ ਨੇ ਉਹਨਾਂ ਨੇ ਕਰਾਮਾਤ ਕਰਤੀ। ਮੇਰੇ ਹਿਸਾਬ ਨਾਲ ਇਹ ਸਾਰਾ ਕੁਝ ਸਿੱਖੀ ਦੇ ਮੈਸੇਜ ਦੇ ਖਿਲਾਫ। ਤੋ ਇਸ ਕਰਕੇ ਗੁਰੂ ਸਾਹਿਬ ਦਾ ਮੈਸੇਜ ਡਿਸਟੋਰਟ ਨਾਟ ਓਨਲੀ ਹੋ ਰਿਹਾ, ਹਾਲੇ ਵੀ ਚੱਲ ਰਿਹਾ ਹੈ। ਔਰ ਮਜ਼ੇ ਦੀ ਗੱਲ ਇਹ ਹੈ ਕਿ ਜਿਹੜੇ ਲੋਕੀ ਸਾਡੇ ਲੀਡਰ ਨੇ, ਜਿਨ੍ਹਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਇਹ ਹਾਲਾਤ ਨੂੰ ਬਿਹਤਰ ਕਰਨ ਲਈ, ਉਹ ਸਗੋਂ ਇਹਦੇ ਨਾਲ ਮਿਲੇ ਹੋਏ ਨੇ ਕਿਉਂਕਿ ਉਹਨਾਂ ਦੀ ਪ੍ਰਿਵਿਲੇਜਸ ਬਣੀਆਂ ਰਹਿੰਦੀਆਂ ਨੇ। ਤੁਸੀਂ ਐਸਜੀਪੀਸੀ ਦੀ ਗੱਲ ਕਰ ਰਹੇ ਹੋ, ਐਸਜੀਪੀਸੀ ਦੇ ਬਾਰੇ ਵੀ ਆਪਾਂ ਕੁਝ ਗੱਲ ਕਰ ਸਕਦੇ ਹਾਂ। ਮਤਲਬ ਕਿ ਹਾਂਜੀ ਬਿਲਕੁਲ ਡਾਕਟਰ ਸਾਹਿਬ, ਆਪਾਂ ਐਸਜੀਪੀਸੀ ਦੀ ਜਾਂ ਕਰੰਟ ਸਿਚੁਏਸ਼ਨ ਤੇ ਜਾਣ ਤੋਂ ਪਹਿਲਾਂ ਸਿਰਫ ਇੱਕ ਹੋਰ ਪੁਆਇੰਟ ਡਿਸਕਸ ਕਰ ਲਈਏ ਕਿ ਪੰਜਾਬ ਦੇ ਵਿੱਚ ਕੋਈ ਟੋਟਲ 12,000 ਪਿੰਡ ਨੇ ਔਰ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ 16,000 ਡੇਰੇ ਨੇ ਔਰ ਡੇਰਾ ਦੀ ਪ੍ਰਥਾ ਵੀ ਨਿਰਮਲਿਆਂ ਤੋਂ ਬਾਅਦ ਸ਼ੁਰੂ ਹੋਈ ਹੈ, ਨਾਲ ਸ਼ੁਰੂ ਹੋਈ ਹੈ। ਖਾਸ ਕਰ ਅੰਗਰੇਜ਼ਾਂ ਨੂੰ ਬਲੇਮ ਕੀਤਾ ਜਾ ਰਿਹਾ ਇਸ 'ਤੇ, ਕਿਉਂਕਿ ਉਹ ਬੜੀ ਕੌਮ, ਤੁਸੀਂ ਤਾਂ ਉਹਨਾਂ ਨੂੰ ਜ਼ਿਆਦਾ ਸਮਝਦੇ ਹੋ ਸਾਡੇ ਸਾਰਿਆਂ ਤੋਂ, ਕਿ ਉਹਨਾਂ ਨੇ ਬੜੇ ਇੰਟੈਲੀਜੈਂਟਲੀ ਜੇ ਕਿਸੇ ਰਿਲੀਜਨ ਨੂੰ ਢਾਹ ਲਾਉਣੀ, ਬੜੇ ਪਿਆਰ ਦੇ ਨਾਲ ਉਹਨਾਂ ਨੇ ਕੀ ਕੀਤਾ। ਕੁਛ ਇੱਕ ਉਸ ਵੇਲੇ ਦੇ ਐਕਸ ਆਰਮੀ ਜਾਂ ਆਰਮੀ ਦੇ ਸੋਲਜਰ ਜਿਹੜੇ ਚੰਗੇ ਭਗਤੀ ਕਰ ਲੈਂਦੇ ਸੀਗੇ, ਉਹਨਾਂ ਨੂੰ ਚੰਗਾ ਬੋਲ ਲੈਂਦੇ ਸੀ, ਉਹਨਾਂ ਨੂੰ ਇਕੱਠੇ ਕਰਕੇ ਕੁਛ ਇੱਕ ਜਗ੍ਹਾ ਜ਼ਮੀਨਾਂ ਦੇ ਦਿੱਤੀਆਂ ਔਰ ਕੁਛ ਇੱਕ ਜਗ੍ਹਾ ਮੇਰੇ ਖਿਆਲ ਉਹ ਫੰਡਿੰਗ ਵੀ ਕਰਦੇ ਰਹੇ ਨੇ। ਔਰ ਮੈਨੂੰ ਹਾਲੇ ਤੱਕ ਯਕੀਨ ਹੈ, ਬਿਲੀਵ ਹੈ ਕਿ ਹਾਲੇ ਵੀ ਫੰਡਿੰਗ ਹੁੰਦੀ ਹੈ, ਚਾਹੇ ਉਹ ਫੈਡਰਲ ਗੌਰਮੈਂਟ ਤੋਂ ਹੁੰਦੀ ਹੈ, ਚਾਹੇ ਸਟੇਟ ਗੌਰਮੈਂਟ ਤੋਂ, ਚਾਹੇ ਪੋਲੀਟੀਕਲ ਪਾਰਟੀਜ਼ ਤੋਂ। ਔਰ ਇਹ ਡੇਰਿਆਂ ਦਾ ਜਿਹੜਾ ਹੈਗਾ ਕਿ ਉਹ ਜਿਹੜਾ ਮੇਨ ਸਟਰੀਮ ਜਿਹੜੀ ਸਿੱਖਜ਼ਮ ਹੈ ਉਹਨੂੰ, ਹਾਲਾਂਕਿ ਕੁਛ ਇੱਕ ਡੇਰੇ ਚੰਗਾ ਕੰਮ ਵੀ ਕਰ ਰਹੇ, ਪਰ ਉਹ ਮੇਰਾ ਖਿਆਲ ਉਹ ਥੋੜ੍ਹਾ ਜਿਹਾ ਉਹਨਾਂ ਦਾ ਕੈਮੋਫਲੈਜ ਹੈ ਤਾਂ ਕਿ ਲੋਕ ਉਹਨਾਂ ਦੇ ਨਾਲ ਜੁੜੇ ਰਹਿਣ। ਪਰ ਸਭ ਤੋਂ ਜ਼ਿਆਦਾ ਜਿਹੜਾ ਸਿੱਖਜ਼ਮ ਨੂੰ ਉਹ ਢਾਹ ਲਾ ਰਹੇ ਨੇ, ਉਹਨਾਂ ਨੇ ਆਪਣੀ ਪ੍ਰਥਾ ਸ਼ੁਰੂ ਕੀਤੀ ਆ, ਆਪਣੇ ਉਹਨਾਂ ਨੇ ਗੁਰੂ ਕ੍ਰੀਏਟ ਕਰ ਦਿੱਤੇ ਜਿਹੜੇ ਕਿ ਗੁਰਬਾਣੀ ਦੇ ਬਿਲਕੁਲ ਅਗੇਂਸਟ ਨੇ ਕਿ ਮਤਲਬ ਕੋਈ ਹਿਊਮਨ ਬੀਇੰਗ ਉਹ ਨਹੀਂ ਹੋ ਸਕਦਾ ਗੁਰੂ।
ਔਰ ਹੋਰ ਬਹੁਤ ਸਾਰੀਆਂ ਕੁਰੀਤੀਆਂ ਆ ਗਈਆਂ, ਤਾਂ ਕਿ ਇਹ ਵੀ ਇੱਕ ਬੜਾ ਵੱਡੀ ਹਰਡਲ ਹੈ ਸਾਡੇ ਪੰਜਾਬ ਦੇ ਵਿੱਚ। ਔਰ ਆਫ ਲੇਟ ਤੇ ਡੇਰੇ ਇਹਨਾਂ ਪੋਲੀਟੀਕਲ ਪਾਰਟੀ ਦੇ ਨਾਲ ਇਦਾਂ ਇਨਮੈਸ਼ ਹੋ ਗਏ ਕਿ ਇਹਨਾਂ ਦਾ ਵੋਟ ਬੈਂਕ ਵੀ ਬਣ ਗਿਆ। ਤਾਂ ਪੋਲੀਟੀਕਲ ਜਿਹੜਾ ਇਹਨਾਂ ਦਾ ਮੈਰਿਜ ਸੀ, ਇਹਨਾਂ ਦੇ ਵੀ ਲੋਕਾਂ ਨੂੰ ਹੁਣ ਸੁਚੇਤ ਕਰਨ ਦੀ ਜ਼ਰੂਰਤ ਹੈ ਕਿ ਇਹ ਵੀ ਅਸੀਂ, ਕਿਉਂਕਿ ਇਹ ਵੀ ਪੰਜਾਬ ਨੂੰ, ਜੇ ਅਸੀਂ ਸਿੱਖਜ਼ਮ 'ਤੇ ਰੈਵੋਲੂਸ਼ਨ ਲਿਆਉਣਾ, ਇੱਕ ਇਹਨਾਂ ਦੇ ਅਗੇਂਸਟ ਵੀ ਆਵਾਜ਼ ਉਠਾਉਣੀ ਜ਼ਰੂਰੀ ਹੈ। ਡਾਕਟਰ ਇਹ ਬਿਲਕੁਲ ਬਿਲਕੁਲ ਠੀਕ ਕਿਹਾ ਜੀ, ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਇਹਨਾਂ ਲੋਕਾਂ ਦਾ ਤਾਂ ਵੈਸਟਡ ਇੰਟਰਸਟ ਹੈਗਾ ਕਿ ਅਸਲੀ ਸਿੱਖੀ ਤੋਂ ਜਿੰਨੀ ਦੂਰ ਰਹਿਣਗੀਆਂ ਸੰਗਤਾਂ, ਉਨਾ ਹੀ ਇਹਨਾਂ ਦਾ ਹੋਲਡ ਬਣਿਆ ਰਹਿਣਾ। ਔਰ ਤੁਸੀਂ ਦੇਖੋ ਵੀ ਲੋਕਾਂ ਨੂੰ ਲੈਕਚਰ ਦਿੰਦੇ ਨੇ ਕਿ ਜੀ ਸਿੰਪਲਿਸਿਟੀ ਦੇ ਇਹ ਹੈ ਵਾਹ ਹੈ, ਤੇ ਤੁਸੀਂ ਇਹਨਾਂ ਦੇ ਕਈਆਂ ਦੇ, ਤੁਸੀਂ ਇਹਨਾਂ ਦਾ ਜਿਹੜਾ ਰਹਿਣ ਦਾ ਲਾਈਫ ਸਟਾਈਲ ਹੈਗਾ, ਕਾਰਾਂ ਤੇ 에ਅਰ ਕੰਡੀਸ਼ਨਡ ਸਾਰਾ ਕੁਝ ਤੁਸੀਂ ਦੇਖੋ, ਉਹ ਬਿਲਕੁਲ ਕੰਟਰਡਿਕਸ਼ਨਸ ਹੈਗੀਆਂ ਨੇ। ਬੜੇ ਸਾਰੇ ਕਿੱਸੇ ਆਉਂਦੇ ਰਹਿੰਦੇ ਨੇ ਟਾਈਮ ਟੂ ਟਾਈਮ ਕਿ ਜੀ ਡੇਰਿਆਂ ਦੇ ਵਿੱਚ ਕੀ ਹੋ ਰਿਹਾ ਹੈ। ਸਰਸੇ ਦੇ ਡੇਰੇ ਦੇ ਵਿੱਚ ਜੋ ਹੋ ਰਿਹਾ, ਤੁਸੀਂ ਦੱਸੋ ਵੀ ਇੱਕ ਬੰਦਾ ਇੱਕ ਵਾਰੀ ਨਹੀਂ 2 ਵਾਰੀ ਹਿੰਦੁਸਤਾਨ ਦੇ ਕੋਰਟਾਂ ਦੇ ਵਿੱਚ ਜਿਹੜੇ ਜੱਜਾਂ ਨੇ ਉਹਨੂੰ ਕੰਡੈਮ ਕੀਤਾ, ਉਹਨਾਂ ਦੋਵਾਂ ਜੱਜਾਂ 'ਚੋਂ ਸਿੱਖ ਕੋਈ ਵੀ ਨਹੀਂ ਸੀਗਾ, ਠੀਕ ਹੈ। ਕੋਰਟਾਂ ਦੇ ਵਿੱਚ ਕਿਸੇ ਬੰਦੇ ਨੂੰ ਫਾਰਮਲੀ ਕੰਡੈਮ ਕੀਤਾ ਗਿਆ, ਰੇਪ ਦੇ ਲਈ ਇੱਕ ਵਾਰੀ ਕੰਡੈਮ ਕੀਤਾ ਗਿਆ, ਮਰਡਰ ਦੇ ਲਈ। ਤੇ ਬੜੇ ਸਾਰੇ ਲੋਕ ਫਿਰ ਇਹੋ ਜਿਹੇ ਲੋਕਾਂ ਨੂੰ ਜੇ ਅਸੀਂ ਉਹਨਾਂ ਨੂੰ ਆਪਣੇ ਮਾਰਗਦਰਸ਼ਕ ਸਮਝੀ ਜਾਵਾਂਗੇ, ਤੇ ਉਹ ਤੇ ਫਿਰ ਹੁਣ ਲੋਕਾਂ ਦੀ ਹੁਣ ਦੱਸੋ ਵੀ ਕੀ ਹੋ ਸਕਦਾ। ਉਹਦਾ ਇੱਕੋ ਤਰੀਕਾ ਹੈ ਕਿ ਅਸਲੀ ਜਿਹੜਾ ਸਿੱਖੀ ਦਾ ਮੈਸੇਜ ਹੈ, ਉਹ ਪ੍ਰੋਪਰਲੀ ਟ੍ਰੇਨਡ ਪ੍ਰਚਾਰਕ ਉਹ ਮੈਸੇਜ ਲਿਜਾਣ ਲੋਕਾਂ ਤਾਈਂ, ਉਹਨਾਂ ਨੂੰ ਦੱਸਣ, ਉਹਨਾਂ ਨੂੰ ਦਿਖਾਣ, ਗੁਰਬਾਣੀ ਦੇ ਆਧਾਰ ਤੇ ਉਹਨਾਂ ਨੂੰ ਦਿਖਾਉਂਦੇ ਰਹਿਣ ਕਿ ਕਿਸ ਕਿਸ ਤਰ੍ਹਾਂ ਨਾਲ 150 ਸਾਲਾਂ ਦੇ ਵਿੱਚ ਡਿਸਟੋਰਸ਼ਨਸ ਕੀਤੀਆਂ ਗਈਆਂ। ਔਰ ਜੋ ਬਾਰ-ਬਾਰ ਅਸੀਂ ਡਾਕਟਰ ਕਰਮਵੀਰ ਸਿੰਘ ਢਿੱਲੋਂ ਦਾ ਨਾਂ ਲਈ ਜਾ ਰਹੇ ਹਾਂ, ਪਰ ਉਹਨਾਂ ਨੇ ਜੋ ਟਾਈਟਲ ਦਿੱਤਾ ਹੈ ਉਹ ਮੇਰੇ ਹਿਸਾਬ ਨਾਲ ਇੰਨਾ ਐਪਰੋਪਰੀਏਟ ਹੈ, ਦੀ ਹਾਈਜੈਕਿੰਗ ਆਫ ਸਿੱਖੀ। ਕਿਉਂਕਿ ਜੇ ਸਿੱਖੀ ਹਾਈਜੈਕ ਨਾ ਹੋਵੇ, ਡਾਕਟਰ ਸਾਹਿਬ ਤੁਸੀਂ ਇਹ ਦੇਖੋ ਬ੍ਰਿਗੇਡੀਅਰ ਸਾਹਿਬ, ਕਿ ਇਹ ਜਿਹੜਾ ਬੇਸਿਕ ਟ੍ਰੈਡੀਸ਼ਨਲ ਹਿੰਦੁਸਤਾਨੀ ਸੁਸਾਇਟੀ ਹੈਗੀ ਹੈ, ਉਹ ਬੇਸਿਕ ਜਿਹੜਾ ਉਹਦਾ ਸੀ ਕਿ ਇੱਕ ਕਲਾਸ ਬ੍ਰਾਹਮਣਾਂ ਦੀ ਸੁਪੀਰੀਅਰ ਹੈ, ਉਹ ਸਾਰਿਆਂ ਨਾਲੋਂ ਉੱਪਰ ਰਹਿੰਦੀ ਹੈ, ਉਹਨਾਂ ਦੀ ਸੁਪੀਰੀਅਰਿਟੀ ਨੂੰ ਚੈਲੰਜ ਕੀਤਾ ਜਾਂਦਾ। ਔਰ ਉਹ ਸਿੱਖੀ ਤੋਂ ਪਹਿਲਾਂ ਵੀ ਕੁਝ ਚੈਲੰਜਸ ਆਏ, ਤੁਸੀਂ ਦੇਖੋ ਲਿੰਗਾਇਤਸ ਵਗੈਰਾ ਜਾਂ ਜੈਨ ਜਾਂ ਬੁੱਧਿਜ਼ਮ ਚੈਲੰਜ, ਇਹ ਨਹੀਂ ਕਿ ਸਿੱਖੀ ਪਹਿਲਾ ਚੈਲੰਜ ਆਇਆ, ਪਰ ਸਿੱਖੀ ਜਿੰਨਾ ਇੰਪੋਰਟੈਂਟ ਚੈਲੰਜ ਨਹੀਂ ਆਇਆ, ਕਿਉਂਕਿ ਬਹੁਤ ਸਿਰਫ ਸਭ ਤੋਂ ਰੀਸੈਂਟ ਚੈਲੰਜ ਸਿੱਖੀ ਦਾ ਆਇਆ। ਇਸ ਵੇਲੇ ਸਿੱਖ ਸਿਰਫ ਹਿੰਦੁਸਤਾਨ 'ਚ ਨਹੀਂ ਹੈਗੇ, ਇੰਟਰਨੈਸ਼ਨਲੀ ਬਹੁਤ ਮੁਲਕਾਂ ਦੇ ਵਿੱਚ ਪ੍ਰੈਜ਼ੈਂਟ। ਸੋ ਇਸ ਕਰਕੇ ਉਹਨਾਂ ਤੋਂ ਜਿਹੜੀਆਂ ਐਸਟੈਬਲਿਸ਼ਡ ਪੁਰਾਣੀਆਂ ਜਿਹੜੀਆਂ ਪ੍ਰਿਵਿਲੇਜ ਕਲਾਸਿਸ ਨੇ, ਉਹਨਾਂ ਨੂੰ ਖਤਰਾ ਸਿੱਖਾਂ ਤੋਂ ਜ਼ਿਆਦਾ ਲੱਗਿਆ। ਕਿਉਂਕਿ ਸਿੱਖੀ ਦੇ ਵਿੱਚ ਸਪੈਸ਼ਲੀ ਦਸਮ ਪਾਤਸ਼ਾਹ ਨੇ ਵੀ ਦੱਸਿਆ ਕਿ ਜੀ ਆਪਾਂ ਆਪਣੇ ਹੱਕ ਲਈ ਜ਼ਰੂਰ ਲੜਨਾ, ਠੀਕ ਹੈ। ਜੇ ਅਸੀਂ ਆਪਣੇ ਹੱਕ ਲਈ ਲੜਾਂਗੇ ਔਰ ਸਿੱਖੀ ਨੂੰ ਅਸਲੀ ਤਰੀਕੇ ਨਾਲ ਸਮਝਾਂਗੇ, ਤਾਂ ਅਸੀਂ ਇਹ ਫਿਰ ਕਦੀ ਐਕਸੈਪਟ ਨਹੀਂ ਕਰਾਂਗੇ ਕਿ ਸੁਸਾਇਟੀ ਦੇ ਵਿੱਚ ਰਿਲੀਜੀਅਸਲੀ ਅਪਰੂਵਡ ਇਨਐਗੈਲਿਟੀਜ਼ ਰਹਿਣ ਕਿ ਜੀ ਬਾਹਮਣ ਸੁਪੀਰੀਅਰ ਹੈ ਜਾਂ ਦੂਜਾ ਸੁਪੀਰੀਅਰ ਹੈ ਜਾਂ ਕੋਈ ਹੋਰ ਸੁਪੀਰੀਅਰ ਹੈ। ਸੋ ਇਸ ਕਰਕੇ ਸਾਡੇ ਤੇ ਅਟੈਕ ਵੀ ਉਨਾ ਹੀ ਜ਼ਿਆਦਾ ਵਾਇਲੈਂਟਲੀ ਆਵੇਗਾ, ਕਿਉਂਕਿ ਅਸੀਂ ਉਹਨਾਂ ਦਾ ਜਿਹੜੇ ਉਹ ਤਖਤਾਂ ਤੇ ਬੈਠੇ ਨੇ, ਅਸੀਂ ਉਹ ਤਖਤਾਂ ਦੀਆਂ ਜੜ੍ਹਾਂ ਨੂੰ ਪੱਟ ਰਹੇ ਹਾਂ ਆਪਣੇ ਗੁਰੂਆਂ ਦੇ ਮੈਸੇਜ ਨਾਲ। ਸੋ ਇਸ ਕਰਕੇ ਇਹ ਬੜੀ ਲੰਬੀ ਫਾਈਟ ਹੈ। ਔਰ ਜਦੋਂ ਕੋਈ ਕੋਸ਼ਿਸ਼ ਕਰਦਾ ਹੈ, ਉਹਨੂੰ ਛੇਕ ਦਿੱਤਾ ਜਾਂਦਾ ਕਿ ਜੀ ਇਹ ਤਾਂ ਸਿੱਖ ਹੈ ਹੀ ਨਹੀਂ, ਉੱਥੋਂ ਪਤਾ ਲੱਗਦਾ ਹੈ। ਸੋ ਪਰ ਹੁਣ ਮੈਨੂੰ ਇਹ ਉਮੀਦ ਹੈ, ਮੈਂ ਪੈਸੀਮਿਸਟਿਕ ਨਹੀਂ ਹੈਗਾ, ਮੈਂ ਤਾਂ ਖੈਰ ਹੁਣ 70 ਸਾਲ ਟੱਪ ਗਿਆ, ਪਰ ਜਿਹੜੇ ਸਾਡੇ ਯੰਗਸਟਰਸ ਨੇ ਮੈਂ ਦੇਖਦਾ, ਔਰ ਸਪੈਸ਼ਲੀ ਇੰਟਰਨੈਟ ਔਰ ਟੈਕਨੋਲੋਜੀ ਦੇ ਨਾਲ ਬੜੀ ਮਦਦ ਹੋ ਰਹੀ ਹੈ ਕਿ ਜਿਹੜਾ ਅਸਲੀ ਮੈਸੇਜ ਹੈ ਉਹ ਹੌਲੀ ਹੌਲੀ ਅਵੇਲੇਬਲ ਹੋ ਰਿਹਾ ਲੋਕਾਂ ਨੂੰ। ਸੋ ਜੇ ਕਿਸੇ ਨੂੰ ਇੱਛਾ ਹੋਵੇ ਤਾਂ ਉਹ ਪੜ੍ਹ ਸਕਦੇ ਨੇ, ਉਹ ਸੁਣ ਸਕਦੇ ਨੇ, ਵੀਡੀਓਜ਼ ਵੀ ਹੈਗੇ ਨੇ, ਐਸੇਜ਼ ਵੀ ਹੈਗੇ ਨੇ, ਬੜਾ ਕੁਝ ਹੈਗਾ। ਸੋ ਮੇਰੇ ਹਿਸਾਬ ਨਾਲ ਫਿਊਚਰ ਦੇ ਵਿੱਚ ਇਹ ਜਿਹੜੀ ਹਾਈਜੈਕ ਹੋ ਗਈ ਹੈ ਸਿੱਖੀ, ਉਹਨੂੰ ਹਾਈਜੈਕਿੰਗ ਨੂੰ ਖਤਮ ਕਰਨ ਲਈ ਹੌਲੀ ਹੌਲੀ ਜਿਹੜੀਆਂ ਐਫਰਟਸ ਨੇ ਉਹ ਦੇ ਕੈਨ ਕੈਚ ਪੇਸ, ਉਹ ਵੱਧ ਸਕਦੀਆਂ। ਬਿਲਕੁਲ, ਤੁਸੀਂ ਹੁਣ ਟਾਈਮ ਆ ਗਿਆ ਹਾਈਜੈਕਰ ਨੂੰ ਫੜਨ ਦਾ, ਕਿ ਤੁਸੀਂ ਬਿਲਕੁਲ ਠੀਕ ਕਿਹਾ। ਇਹ ਨਹੀਂ ਕਿ ਪਹਿਲੀ ਵਾਰ ਅਟੈਕ ਹੋਇਆ। ਗੌਤਮ ਬੁੱਧਾ, ਸਾਨੂੰ ਪਤਾ ਬੁੱਧਿਜ਼ਮ ਇੰਡੀਆ 'ਚ ਕਿੰਨਾ ਫੈਲਿਆ ਸੀ,
ਪਰ ਉਹਨੂੰ ਬੜਾ ਸਿਸਟਮੈਟਿਕਲੀ ਉਹ ਇੰਡੀਆ 'ਚ ਹੁਣ ਕਿਸ ਲੈਵਲ ਤੇ ਆ ਔਰ ਪੂਰੇ ਵਰਲਡ 'ਚ ਦੇਖੋ ਕਿਸ ਤਰ੍ਹਾਂ ਫੈਲ ਗਿਆ ਤੁਹਾਡੇ ਗੁਆਂਢੀ ਦੇਸ਼ਾਂ 'ਚ। ਕਿਉਂ? ਕਿਉਂਕਿ ਉਹ ਵੀ ਸੱਚ ਦੀ ਗੱਲ ਆ। ਉਹੋ ਹੀ ਜਿਹੜੀ ਫਿਲਾਸਫੀ ਗੁਰੂ ਨਾਨਕ ਸਾਹਿਬ ਨੇ, ਸੱਚ ਲਈ ਇਹ ਕੌਮ ਖੜੀ ਹੈ ਵੀ ਸੱਚ ਲਈ ਅਸੀਂ ਕੋਈ ਵੀ ਹੋਵੇ ਸਰਬੱਤ ਦਾ ਭਲਾ ਉਹਦਾ ਭਲਾ ਕਰਾਂਗੇ, ਚਾਹੇ ਕੋਈ ਵੀ ਕੌਮ ਹੋਵੇ। ਕੋਈ ਵਿਤਕਰਾ ਨਹੀਂ ਰੱਖਿਆ, ਕੋਈ ਬ੍ਰਾਹਮਣੀਕਲ ਉਹ ਜਿਹੜੀਆਂ ਚਾਰ ਵੰਡੀਆਂ ਸੀਗੀਆਂ, ਸ਼ੂਦਰ ਹੈ, ਵੈਸ਼ਨ ਹੈ, ਫਲਾਨਾ ਹੈ, ਬ੍ਰਾਹਮਣ ਹੈ, ਉਹ ਇਹਨਾਂ ਨੇ ਸਿੱਖੀ ਨੇ ਉਹ ਤੋੜ ਦਿੱਤੀ। ਉਹ ਬਾਕੀ ਜਿਹੜੇ ਟ੍ਰੈਡੀਸ਼ਨਲ ਰਿਲੀਜਨ ਹੈ ਜਾਂ ਬਾਕੀ ਵੇ ਆਫ ਲਾਈਫ ਉਹਨਾਂ ਨੂੰ ਨਹੀਂ ਇਹ ਚੰਗੀ ਲੱਗੀ, ਚਾਹੇ ਮੁਗਲ ਦਾ ਸੀਗੇ, ਚਾਹੇ ਬ੍ਰਿਟਿਸ਼ਰਸ ਦਾ ਕ੍ਰਿਸਚੈਨਿਟੀ ਹੈ, ਚਾਹੇ ਹਿੰਦੂਇਜ਼ਮ ਹੈ। ਉਹਦੇ ਅਗੇਂਸਟ ਇਹਨਾਂ ਨੇ ਸਿਰਫ ਡਿਫਰੈਂਟ ਆਪਣੀ ਅਪਰੋਚ ਰੱਖੀ ਹੈ। ਯੈਸ, ਹੁਣ ਵੀ ਕੋਸ਼ਿਸ਼ ਹੋ ਰਹੀ ਹੈ। ਕਈ ਵਾਰੀ ਤਾਂ ਪਹਿਲਾਂ ਲੱਗਦਾ ਸੀਗਾ ਕਿ ਸ਼ਾਇਦ ਬੁੱਧਿਜ਼ਮ ਵਾਂਗੂ ਸਿੱਖ ਵੀ ਇੰਡੀਆ 'ਚ ਨਹੀਂ ਰਹਿਣ ਤਾਂ ਬਾਹਰਲੇ ਦੇਸ਼ਾਂ 'ਚ ਫਲੋਰਿਸ਼ ਹੋਣਗੇ। ਪਰ ਕੁਛ ਇੱਕ ਐਗਜ਼ਾਮਪਲ ਡਾਕਟਰ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਜੇ ਅਸੀਂ ਇਕੱਠੇ ਹੋ ਜਾਈਏ, ਜੁੜ ਜਾਈਏ, ਜਿਵੇਂ ਤੁਸੀਂ ਕਿਹਾ ਹੋਪ ਹੈ, ਉਹ ਜਿਹੜੀਆਂ ਐਗਜ਼ਾਮਪਲ ਹੈ ਉਹਨਾਂ ਤੋਂ ਇਨਸੈਂਟਿਵ ਮਿਲਦਾ। ਇੱਕ ਤਾਂ ਸਭ ਤੋਂ ਵੱਡੀ ਐਗਜ਼ਾਮਪਲ ਜਦੋਂ 2016 'ਚ ਮੇਰੇ ਖਿਆਲ ਜਦੋਂ ਸਰਬੱਤ ਖਾਲਸਾ ਕਾਲ ਕੀਤਾ ਸੀ, ਪੂਰੀ ਕੌਮ ਖੜ ਗਈ ਸੀ। ਚਾਹੇ ਬਾਅਦ 'ਚ ਉਹਨੂੰ ਇਹਨਾਂ ਨੇ ਪੋਲੀਟੀਕਲ ਦਾ ਇਨਫਿਲਟ੍ਰੇਸ਼ਨ ਕਰਕੇ ਉਹਨੂੰ ਥੋੜ੍ਹਾ ਡਿਲਿਊਟ ਕਰ ਦਿੱਤਾ। ਇਸੇ ਤਰ੍ਹਾਂ ਜਦੋਂ ਦਿੱਲੀ ਦੇ ਬਾਰਡਰ 'ਤੇ ਫਾਰਮਰ ਖੜੇ ਹੋ ਗਏ ਆ, ਉਹਨਾਂ 'ਚ ਵੀ ਮੇਰੇ ਖਿਆਲ 70% ਸਿੱਖੀ ਨੇ। ਵੈਸੇ ਪੰਜਾਬੀ ਸਪਿਰਿਟ ਵੀ ਸਿੱਖੀ ਸਪਿਰਿਟ ਹੀ ਹੈ। ਇਸੇ ਤਰ੍ਹਾਂ ਬਰਗਾੜੀ ਦਾ ਜਿਹੜਾ ਮੋਰਚਾ ਜਦੋਂ ਉਹਨਾਂ ਨੇ ਲਾਇਆ ਸੀਗਾ, ਉਹ ਵੀ ਜਦੋਂ ਪਿਨੇਕਲ 'ਤੇ ਸੀ। ਇਸੇ ਤਰ੍ਹਾਂ ਜੇ ਹੁਣ ਇਹਨਾਂ ਨੇ ਪੋਲੀਟੀਕਲ ਚੇਂਜ ਲਿਆਂਦੀ ਹੈ ਤਾਂ ਮੇਰਾ ਖਿਆਲ ਇਹ ਜਿਹੜੀ ਰਿਲੀਜੀਅਸ ਚੇਂਜ ਵੀ ਹੁਣ ਤਿਆਰ ਹੋ ਰਹੇ ਆ। ਕੋ ਖਾਸ ਕਰ ਜਿਹੜੇ ਬਾਹਰ ਲੋਕ ਰਹਿੰਦੇ ਆ, ਖਾਸ ਕਰ ਜਿਹੜੀ ਸੋਸ਼ਲ ਮੀਡੀਆ ਦੇ ਨਾਲ ਵਿਕਨਿੰਗ ਆ ਗਈ ਹੈ, ਤਾਂ ਹਰੇਕ ਨੂੰ ਪਤਾ ਲੱਗ ਰਿਹਾ ਵੀ ਕਾਹਦੇ ਲਈ ਇਹ ਸਾਡਾ ਰਿਲੀਜਨ ਖੜਾ ਹੋਇਆ। ਔਰ ਇਹਦੀਆਂ ਬਹੁਤ ਐਗਜ਼ਾਮਪਲ ਨੇ, ਲੋਕਾਂ ਨੇ ਪੋਜ਼ਿਟਿਵ ਐਗਜ਼ਾਮਪਲ ਦਿੱਤੀਆਂ। ਚਾਹੇ ਕੋਈ ਕਿਸੇ ਨੂੰ ਆਪਣੀ ਪੱਗ ਦੇ ਕੇ ਬੱਚਿਆਂ ਨੂੰ ਬਚਾਉਂਦਾ ਕੈਲੀਫੋਰਨੀਆ 'ਚ, ਚਾਹੇ ਇੱਥੇ ਵੈਨਕੂਵਰ ਦੇ ਵਿੱਚ, ਚਾਹੇ ਕੋਈ ਆਸਟ੍ਰੇਲੀਆ ਦੇ ਵਿੱਚ ਕੰਮ ਕਰਦਾ, ਚਾਹੇ ਲੰਗਰ ਲਾਉਂਦੇ ਨੇ, ਈਵਨ ਵਾਰ ਜ਼ੋਨ 'ਤੇ ਜਾ ਕੇ ਉਹਨਾਂ ਨੂੰ ਹੈਲਪ ਕੀਤੀ ਜਾਂਦੀ ਹੈ। ਇਹ ਸਾਡੇ ਸਿੱਖੀ ਦੇ ਪ੍ਰਿੰਸੀਪਲਸ ਹੈ, ਇਹ ਹੁਣ ਇਸਟੈਬਲਿਸ਼ ਹੋ ਰਿਹਾ, ਇਹਨਾਂ ਨੂੰ ਐਕਨੋਲੇਜ ਕਰ ਰਹੇ ਆ। ਹੁਣ ਡਾਕਟਰ ਸਾਹਿਬ ਆਪਾਂ ਥੋੜ੍ਹਾ ਜਿਹਾ ਆਪ ਇੱਕ ਕਰੰਟ ਜਿਹੜੀ ਸਿਚੁਏਸ਼ਨ ਹੈ SGPC ਦੀ, ਇੱਕ ਤਾਂ ਮੇਰੇ ਮਨ 'ਚ, ਕਿਉਂਕਿ ਕਰੰਟ ਟੌਪਿਕ ਹੈ, ਸਾਡੇ ਦਰਸ਼ਕ ਵੀ ਇਹਨੂੰ ਜਾਣਨ ਨੂੰ ਉਤਸੁਕ ਹੋਊਗੇ ਕਿ ਇਹ ਜਿਹੜੀ ਗੁਰਬਾਣੀ ਨੂੰ ਇਹ ਜਿਹੜਾ ਕੰਟਰੋਲ ਕਰਨ ਦੀ ਜਾਂ ਗੁਰਬਾਣੀ ਨੂੰ ਕੰਟਰੈਕਟ 'ਤੇ ਵੇਚਣ ਦੀ ਜਿਸ ਤਰ੍ਹਾਂ ਹੈਂਡਲ ਕੀਤਾ PTC ਦੇ ਨਾਲ, ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ, ਫਿਰ ਆਪਾਂ SGPC ਦੇ ਇੱਕ ਦੋ ਹੋਰ ਜਿਹੜੇ ਤੱਥ ਚੁੱਕਾਂਗੇ। ਜਿੱਥੇ ਤੱਕ ਬ੍ਰਿਗੇਡੀਅਰ ਸਾਹਿਬ ਚੈਨਲ ਦੀ ਗੱਲ ਹੈ, ਮੈਨੂੰ ਤਾਂ ਸ਼ੁਰੂ ਤੋਂ ਹੀ, ਮੈਂ ਪਹਿਲਾਂ ਵੀ ਇਸ ਟੌਪਿਕ ਤੇ ਇੱਕ ਦੋ ਚੈਨਲਸ ਤੇ ਬੋਲ ਚੁੱਕਿਆ ਭਾਈ। ਔਰ ਸਪੈਸ਼ਲੀ ਹੁਣ ਤੁਸੀਂ ਦੇਖਿਆ ਇੱਕ ਹੁਣ ਬਿਲਕੁਲ ਆ ਕੁਝ ਦਿਨਾਂ ਤੋਂ ਇੱਕ ਬੜੀ ਵੱਡੀ ਕੰਟਰੋਵਰਸੀ ਚੱਲ ਰਹੀ ਹੈ PTC ਚੈਨਲ ਦੇ ਬਾਰੇ, ਸਰੋਤਿਆਂ ਨੇ ਵੀ ਦੇਖਿਆ ਹੋਣਾ। ਇੱਕ ਇਹੋ ਜਿਹਾ ਚੈਨਲ ਜਿਹਦੇ ਤੇ ਇੰਨੇ ਸੰਗੀਨ ਆਰੋਪ ਲਗਾਏ ਗਏ ਨੇ, ਉਹ ਤਾਂ ਖੈਰ ਹੁਣ ਕੋਰਟ ਫੈਸਲਾ ਕਰਨਗੇ ਵੀ ਕੀ ਠੀਕ ਹੈ ਤੇ ਕੀ ਨਹੀਂ ਠੀਕ ਹੈ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹੋ ਜਿਹੇ ਚੈਨਲ ਕੋਲੇ ਮੋਨੋਪੋਲੀ ਹੋਵੇ ਗੁਰਬਾਣੀ ਦਾ ਪ੍ਰਸਾਰ ਕਰਨ ਲਈ, ਤੇ ਮੈਨੂੰ ਤੇ ਇਹਦੇ ਵਿੱਚ ਕੋਈ ਜਸਟੀਫਿਕੇਸ਼ਨ ਦਿਸਦੀ ਨਹੀਂ। ਹੁਣ ਆ ਇੱਕ ਦੋ ਦਿਨ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਸ਼ਾਇਦ ਹੁਣ ਕਿਹਾ ਕਿ ਜੀ SGPC ਨੂੰ ਆਪ ਬ੍ਰੌਡਕਾਸਟ ਲਈ ਆਪ ਕੁਝ, ਹੁਣ ਉਹਦੀਆਂ ਡਿਫਰੈਂਟ ਫਿਗਰਸ ਆਉਣੀਆਂ ਸ਼ੁਰੂ ਹੋ ਗਈਆਂ, ਕੋਈ 200 ਕਰੋੜ ਕਹਿ ਰਿਹਾ, ਕੋਈ ਕੁਝ ਕਹਿ ਰਿਹਾ। ਤੇ ਮਤਲਬ ਕਿ ਮੈਨੂੰ ਪਰਸਨਲੀ ਕੋਈ ਜਸਟੀਫਿਕੇਸ਼ਨ ਨਹੀਂ ਦਿਸਦੀ ਵੀ ਇਹੋ ਜਿਹੇ ਇੱਕ ਚੈਨਲ ਨੂੰ ਤੁਸੀਂ ਮੋਨੋਪੋਲੀ ਦੇ ਛੱਡੋ, ਭਾਵੇਂ ਉਹ ਚੈਨਲ ਦਾ ਮਾਲਕ ਕੋਈ ਵੀ ਹੋਵੇ। ਗੁਰਬਾਣੀ ਪੂਰੀ ਸਿੱਖ ਕੌਮ ਦੀ ਗੁਰਬਾਣੀ ਹੈ। ਉਹ ਨਾ ਇੱਕ ਪਰਿਵਾਰ ਦੀ ਹੈ, ਕਿਸੇ ਟੱਬਰ ਦੀ ਹੈ, ਨਾ ਕਿਸੇ ਪੋਲੀਟੀਕਲ ਪਾਰਟੀ ਦੀ ਹੈ। ਸੋ ਮੇਰੇ ਹਿਸਾਬ ਨਾਲ ਤਾਂ ਜੇ SGPC ਆਪਣਾ ਡਾਇਰੈਕਟਲੀ ਬ੍ਰੌਡਕਾਸਟ ਕਰੇ ਉਹ ਬੜੀ ਚੰਗੀ ਗੱਲ ਹੈ। ਸੰਗਤਾਂ ਜ਼ਰੂਰ ਮਦਦ ਕਰਨ ਲਈ ਤਿਆਰ ਹੋਣਗੀਆਂ, ਤੇ ਇਹ ਜਿਹੜਾ ਅਰੇਂਜਮੈਂਟ ਹੈ ਇਹ ਜਿੰਨੀ ਜਲਦੀ ਖਤਮ ਕੀਤਾ ਜਾਏ ਉਹਨਾਂ ਇਟਸ ਆਲਰੇਡੀ ਟੂ ਲੇਟ। ਇਹ ਤਾਂ ਹੋਣਾ ਹੀ ਨਹੀਂ ਸੀ ਚਾਹੀਦਾ ਕਦੇ, ਕਿਉਂਕਿ ਹਰ ਸ਼ਰਧਾਲੂ ਚਾਹੁੰਦਾ ਹੈ ਕਿ ਵੀ ਉਹ ਗੁਰਬਾਣੀ ਨੂੰ ਸੁਣ ਸਕੇ ਦਰਬਾਰ ਸਾਹਿਬ ਤੋਂ, ਤੇ ਉਹ ਤੁਸੀਂ ਸਿਰਫ ਕੁਝ ਬੜੇ ਛੋਟੇ ਸਰਕਲ ਦੇ ਬੈਨੀਫਿਟ ਲਈ ਉਹਨੂੰ ਮੋਨੋਪੋਲੀ ਦੇ ਛੱਡੋ। ਮੈਨੂੰ ਤਾਂ ਇਹਦੇ 'ਚ ਕੋਈ ਜਸਟੀਫਿਕੇਸ਼ਨ ਲੱਗਦੀ ਨਹੀਂ। ਸੋ ਇਹ ਬਿਲਕੁਲ ਅਨਜਸਟੀਫਾਈਡ ਹੈ, ਔਰ ਇਹਨੂੰ ਜਿੰਨਾ ਛੇਤੀ ਖਤਮ ਕਰਕੇ
ਇਹਨੂੰ ਓਪਨ ਕੀਤਾ ਜਾਏ, ਐਸਜੀਪੀਸੀ ਵਾਲੇ ਆਪ ਚੈਨਲ ਬਣਾ ਲੈਣ। ਉਹਦੇ ਨਾਲ ਇੱਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਐਸਜੀਪੀਸੀ ਨੂੰ ਜਦੋਂ ਤਾਈਂ ਇੱਕ ਟੱਬਰ ਜਾਂ ਇੱਕ ਪਾਰਟੀ ਦੇ ਚੰਗਲ ਚੋਂ ਨਹੀਂ ਲਿਬਰੇਟ ਕੀਤਾ ਜਾਂਦਾ, ਉਦੋਂ ਤਾਈਂ ਮੇਰਾ ਖਿਆਲ ਹੈ ਸਾਰਾ ਕੁਝ ਕਰਨਾ ਬੜਾ ਮੁਸ਼ਕਲ ਹੈ। ਉਹ ਹੁਣ ਸੰਗਤਾਂ ਨੇ ਕਰਨਾ ਹੈ। ਉਹ ਹੁਣ ਉਹ ਕੋਰਟਾਂ ਦੇ ਵਿੱਚ ਮਾਮਲੇ ਫਸੇ ਹੋਏ ਨੇ, ਕੋਈ ਕਹਿੰਦੇ ਨੇ ਜੀ ਸਹਿਜਧਾਰੀਆਂ ਨੂੰ ਵੋਟ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ, ਉਹਦੀ ਐਕਸਕਿਊਜ਼ ਲੈ ਕੇ ਉਹ ਇਲੈਕਸ਼ਨਾਂ ਨਹੀਂ ਕਰਵਾਉਂਦੇ। ਆਪਾਂ ਤੁਹਾਨੂੰ ਯਾਦ ਹੋਣਾ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਤੇ ਮੈਂ ਕਿਹਾ ਸੀ ਵੀ ਇਲੈਕਸ਼ਨਾਂ ਰੈਗੂਲਰਲੀ ਹੋਣੀਆਂ ਚਾਹੀਦੀਆਂ ਔਰ ਮੈਕਸਿਮਮ 2 ਟਰਮਸ ਤੋਂ ਵੱਧ ਕਿਸੇ ਨੂੰ ਅਲਾਉ ਨਹੀਂ ਹੋਣਾ ਚਾਹੀਦਾ ਕਿ ਉਹ ਰੀਇਲੈਕਟ ਹੋਵੇ, ਸਿਰਫ ਮੈਕਸਿਮਮ 2 ਟਰਮਸ। ਤੇ ਪੋਲੀਟੀਸ਼ੀਅਨਸ ਤੇ ਟੋਟਲ ਬੈਨ ਲੱਗਣਾ ਚਾਹੀਦਾ ਕਿ ਉਹ ਕਿਸੇ ਵੀ ਐਸਜੀਪੀਸੀ ਦੀ ਇਲੈਕਸ਼ਨ ਪਾਰਟਿਸਿਪੇਟ ਨਹੀਂ ਕਰ ਸਕਦੇ। ਕਿਸਾਨਾਂ ਨੂੰ ਪਾਰਟਿਸਿਪੇਟ ਕਰਨ ਦਿਓ, ਫੌਜੀ ਅਫਸਰਾਂ ਨੂੰ ਪਾਰਟਿਸਿਪੇਟ ਕਰੋ, ਸਕਾਲਰਸ ਨੂੰ ਪਾਰਟਿਸਿਪੇਟ, ਪੋਲੀਟੀਸ਼ੀਅਨ ਸ਼ੁੱਡ ਬੀ ਬੈਂਡ। ਉਹ ਪੋਲਿਟਿਕਸ ਕਰਨ, ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਐਸਜੀਪੀਸੀ ਦੇ ਵਿੱਚ ਆ ਕੇ ਆਪਣੀਆਂ ਜਿਹੜੀਆਂ ਪੋਲੀਟੀਕਲ ਮਸਲੇ ਉਹ ਵਿੱਚ ਲਿਆ ਕੇ ਖਰਾਬ ਕਰੀ ਜਾਂਦੇ ਨੇ। ਪੰਜਾਬ ਦਾ ਬੇੜਾ ਗਰਕ ਕਰਤਾ ਪੋਲੀਟੀਸ਼ੀਅਨਾਂ ਨੇ 1966 ਤੋਂ ਬਾਅਦ। ਐਡੀ ਸਾਰੀ ਡੱਬੀ ਜਿੱਡੀ ਸੂਬੀ ਬਣਾ ਕੇ ਪਾਣੀਆਂ ਦੇ ਹੱਕ ਵੀ ਦੇ ਦਿੱਤੇ, ਚੰਡੀਗੜ੍ਹ ਵੀ ਦੇ ਦਿੱਤਾ ਤੇ ਹੁਣ ਭਾਖੜਾ ਮੈਨੇਜਮੈਂਟ ਬੋਰਡ ਦਾ ਕੰਟਰੋਲ ਵੀ ਦੇ ਦਿੱਤਾ। ਤੇ ਪੰਥਕ ਪਾਰਟੀਆਂ ਬਣੇ ਫਿਰਦੇ ਨੇ, ਜਦੋਂ ਕਿ ਕੋਈ ਕਿਸੇ ਨੇ ਵੀ ਪੰਥ ਦੇ ਤਾਂ ਕੋਈ ਜਿਹੜੇ ਬੇਸਿਕ ਜਿਹੜੇ ਹੱਕ ਸੀਗੇ ਸਾਡੇ, ਕਿਸੇ ਨੇ ਉਹਨਾਂ ਦੀ ਰੱਖਿਆ ਨਹੀਂ ਕੀਤੀ। ਸੋ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਲੋਕਾਂ ਨੂੰ ਇਹ ਕਿਉਂ ਨਹੀਂ ਦਿਸਦਾ ਜੋ ਸਾਨੂੰ ਇੰਨਾ ਓਬਵੀਅਸ ਦਿਸ ਰਿਹਾ ਕਿ ਇਹਨਾਂ ਨੂੰ ਪੋਲੀਟੀਕਲ ਕੰਟਰੋਲ ਤੋਂ ਛਡਾ ਕੇ ਜਿਹੜੇ ਚੰਗੇ ਸਿੱਖ ਨੇ, ਸਕਾਲਰਸ ਨੇ, ਜਿਹੜੇ ਗੁਰਬਾਣੀ ਨੂੰ ਸਮਝਦੇ ਨੇ, ਉਹ ਲੋਕ ਹੋਣੇ ਚਾਹੀਦੇ ਨੇ ਐਸਜੀਪੀਸੀ ਦੇ ਵਿੱਚ, ਬਜਾਏ ਕਿ ਜਿਹੜੇ ਇਹਨੂੰ ਐਜ਼ ਅ ਸਪਰਿੰਗ ਬੋਰਡ ਯੂਜ਼ ਕਰਦੇ ਨੇ ਆਪਣੇ ਪੋਲੀਟੀਕਲ ਕੈਰੀਅਰ ਬਣਾਉਣ। ਬਿਲਕੁਲ ਠੀਕ ਕਿਹਾ ਤੁਸੀਂ। ਮੈਂ ਥੋੜ੍ਹਾ ਜਿਹਾ ਇੱਥੇ ਹੋਰ ਡਿਵੈਲਪ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪਰਸਨਲ ਨੌਲੇਜ ਹੈ। ਆਪਾਂ ਸੁਰਸਾਗਰ 'ਤੇ ਵੀ ਇਹ ਡਿਸਕਸ਼ਨ ਬਹੁਤ ਵਾਰੀ ਕੀਤੀ ਹੈ ਡਾਕਟਰ ਸਾਹਿਬ ਕਿ ਜਿਹੜਾ ਗੁਰਬਾਣੀ ਹੈ, ਗੁਰਬਾਣੀ ਦਾ ਕੋਈ ਕੰਟਰੈਕਟ ਕਰਨਾ ਕਿਸੇ ਦੇ ਨਾਲ, ਗੁਰਬਾਣੀ ਨੂੰ ਇੱਕ ਪੋਲੀਟੀਕਲ ਪਾਰਟੀ ਦਾ ਜਿਹੜਾ ਅਦਾਰਾ ਹੈ ਉਹਦੇ ਮਾਲਕਾਂ ਦੇ ਉਹਨੂੰ ਐਕਸਕਲੂਸਿਵ ਰਾਈਟ ਦੇਣੇ ਔਰ ਗੁਰਬਾਣੀ ਨੂੰ ਉਹ ਪਾਰਟੀ ਆਪਣੇ ਪੋਲੀਟੀਕਲ ਗੇਨਸ ਲਈ ਯੂਜ਼ ਕਰੇ ਔਰ ਜਿਹੜਾ ਅਦਾਰਾ ਹੈਗਾ ਉਹ ਉਹਨੇ ਇਕਨੋਮਿਕ ਗੇਨਸ ਕਰ ਲਏ। ਉਹਨੇ ਕਰੋੜਾਂ ਦਾ ਉਹਨੂੰ ਰੈਵਨਿਊ ਆਇਆ ਔਰ ਪੰਜਾਬੀਆਂ ਨੂੰ ਇਨਫੋਰਮੇਸ਼ਨ ਤੋਂ ਵੀ ਵਾਝਿਆ ਰੱਖਿਆ। ਹੋਰ ਕੋਈ ਚੈਨਲ ਹੀ ਨਹੀਂ ਉਹਨਾਂ ਨੇ ਆਉਣ ਦਿੱਤਾ ਜਦੋਂ ਉਹਨਾਂ ਦਾ ਰਾਜ ਸੀਗਾ। ਇਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਸ਼ੇਅਰ ਕਰਾਂ, ਦਰਸ਼ਕਾਂ ਨਾਲ ਵੀ ਕਰਦਾ ਕਿ ਅੱਜ ਤੋਂ 6 ਸਾਲ ਪਹਿਲਾਂ ਨਾ ਕੈਮਰੇ ਲਾਉਣੇ ਸੀ ਡਾਕਟਰ ਸਾਹਿਬ ਉੱਥੇ ਹਰਿਮੰਦਰ ਸਾਹਿਬ, ਤੇ ਇਹਨਾਂ ਨੇ ਟੈਂਡਰ ਭਰੇ, ਫਲੋਟ ਕੀਤਾ ਸੀ। ਤੋ ਇੱਕ ਮੇਰੇ ਸੱਜਣ ਨੇ, ਰਿਸ਼ਤੇਦਾਰ ਵੀ ਨੇ, ਦੋਸਤ ਨੇ, ਕੈਲੀਫੋਰਨੀਆ 'ਚ ਰਹਿੰਦੇ ਆ, ਉਹਨਾਂ ਨੇ ਵੀ ਟੈਂਡਰ ਭਰਿਆ ਪਰ ਉਹ ਕਿਸੇ ਹੋਰ ਨੂੰ ਮਿਲ ਗਿਆ ਔਰ ਉਹ ਟੈਂਡਰ 6 ਮਹੀਨੇ ਬਾਅਦ ਉਹ ਟੈਂਡਰ ਵਾਲੇ ਛੱਡ ਕੇ ਚਲੇ ਗਏ। ਫਿਰ ਇਹਨਾਂ ਨੇ ਦੁਬਾਰਾ ਭਰਿਆ ਤਾਂ ਉਹਨਾਂ ਨੂੰ 4 ਕਰੋੜ ਦਾ ਮਿਲਿਆ। ਤਾਂ ਉਹਨਾਂ ਨੇ 4 ਕਰੋੜ ਜਮ੍ਹਾਂ ਕਰ ਦਿੱਤਾ ਔਰ 4 ਕਰੋੜ ਦਾ ਟੈਂਡਰ ਮਿਲਿਆ। ਪਰ ਜਦੋਂ ਉਹਨਾਂ ਨੇ ਕੈਮਰੇ ਲਾ ਦਿੱਤੇ, ਇਸ ਵੇਲੇ ਵੀ ਉਹਨਾਂ ਦੇ ਕੈਮਰੇ ਚੱਲਦੇ ਆ ਔਰ ਉਹ ਉੱਥੇ ਉਹਨਾਂ ਦਾ ਸਟਾਫ ਵੀ ਹੈ 20-25। ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਕੋਲੋਂ ਇੱਕ ਨਿੱਕਾ ਪੈਸਾ ਨਹੀਂ ਲੈਣਾ ਕਿਉਂਕਿ ਮੈਂ ਵੀ ਗੁਰੂ ਦਾ ਸਿੱਖ ਹੈਗਾ। ਔਰ ਕਹਿੰਦੇ ਜੀ ਸਾਨੂੰ ਤੁਸੀਂ ਥੋੜ੍ਹੀ ਬਹੁਤੀ ਰਿਸੀਟ ਤਾਂ ਦੇ ਦਿਓ ਤਾਂ ਕਿ ਅਸੀਂ ਸ਼ੋਅ ਕਰ। ਕਹਿੰਦੇ ਵੀ ਨਹੀਂ ਮੈਂ ਇੱਥੇ ਨਹੀਂ ਆਉਣਾ। ਉਹਨਾਂ ਦੇ ਮੇਰਾ ਕਹਿਣ ਦਾ ਮਤਲਬ ਆ ਹਾਲੇ ਵੀ ਕੈਮਰੇ ਚੱਲਦੇ ਆ ਔਰ ਪੰਨੂ ਸਾਹਿਬ ਕੋਲ ਇਹ ਗੋਲਡਨ ਟੈਂਪਲ ਵੱਲੋਂ ਅਥਾਰਟੀ ਹੈ ਕਿ ਆਪਣੇ ਸੁਰਸਾਗਰ ਰੇਡੀਓ 'ਤੇ ਗੁਰਬਾਣੀ ਦਾ ਰਿਲੇ ਕਰ ਸਕਣ ਸਿੱਧਾ। ਅਸੀਂ ਰਿਕੁਐਸਟ ਕੀਤੀ ਕਈ ਵਾਰੀ ਇਹਨਾਂ ਨੂੰ ਐਸਜੀਪੀਸੀ ਨੂੰ ਕਿ ਤੁਸੀਂ ਸਾਨੂੰ ਵੀ ਦੇ ਦਿਓ ਵੀਡੀਓ ਇੱਕ ਕਰਨ ਦੀ, ਤਾਂ ਉਹਨਾਂ ਨੇ ਨਹੀਂ ਦਿੱਤੀ। ਕਹਿੰਦੇ ਜੀ ਸਾਡਾ ਕੰਟਰੈਕਟ ਹੈ 2023 'ਚ ਹੋਣਾ। ਹੁਣ ਪਤਾ ਲੱਗ ਰਿਹਾ ਕਿ ਕੰਟਰੈਕਟ ਕਿਸ ਤਰ੍ਹਾਂ ਇਹਨਾਂ ਨੇ ਇਹ ਕਰਕੇ, ਮੇਰਾ ਖਿਆਲ ਹੁਣ ਤਾਂ ਟਾਈਮ ਆ ਗਿਆ ਡਾਕਟਰ ਸਾਹਿਬ ਕਿ ਟੈਕਨੋਲੋਜੀ ਇੰਨੀ ਹੋ ਗਈ ਹੈ, ਇੰਨੀ ਸਸਤੀ ਹੋ ਗਈ ਹੈ, ਇੰਨੀ ਐਡਵਾਂਸ ਹੋ ਗਈ ਹੈ ਕਿ ਗੁਰਬਾਣੀ ਓਪਨ ਕਰ ਦੇਣ ਜੇ ਉਹਨਾਂ ਦੇ ਕੈਮਰਿਆਂ 'ਚੋਂ ਹੀ ਵਾਇਸ ਓਵਰ ਉਹ ਮਿਲ ਜਾਏ ਲੋਕਾਂ ਨੂੰ IP ਜਿਹੜਾ ਹੈਗਾ, ਤਾਂ ਉਹਦੇ ਨਾਲ ਲੋਕ ਘਰ ਘਰ ਦੇਖ ਕੇ ਪੂਰੇ ਵਰਲਡ 'ਚ ਦੇਖ ਸਕਦੇ ਆ। ਜਿਹੜਾ 200 ਕਰੋੜ ਹੈ ਇਹਦੇ ਵਿੱਚ ਵੀ ਇਹਨਾਂ ਦਾ ਹੀ ਹੈ ਨਾ। ਥੋੜ੍ਹੀ ਜਿਹੀ ਮੈਨੂੰ ਬੜਾ ਹਾਸੀ ਆਈ ਹੈ ਕਿ ਮੇਰਾ ਖਿਆਲ ਜਿਹੜਾ ਕੰਮ 1.5-2 ਕਰੋੜ 'ਚ ਹੋ ਸਕਦਾ ਅੱਜ ਇਸ ਵੇਲੇ, ਉਹ ਕਹਿੰਦੇ ਜੀ 200 ਕਰੋੜ ਦਾ ਬਜਟ
ਇਹਦਾ ਮਤਲਬ ਹਾਲੇ ਵੀ ਉਹ ਇਹਨੂੰ ਡਿਲੇ ਕਰਨਾ ਚਾਹੁੰਦੇ ਆ। ਚਲੋ ਆਪਾਂ ਨੈਕਸਟ ਟੌਪਿਕ ਤੇ ਚੱਲਦੇ ਆ। ਉਹਨੂੰ ਆਪਾਂ ਇੱਕ ਚੀਜ਼ ਬ੍ਰਿਗੇਡੀਅਰ ਸਾਹਿਬ, ਇੱਕ ਚੀਜ਼ ਜੀ, ਇੱਕ ਚੀਜ਼ ਆਪਾਂ ਨੈਕਸਟ ਟੌਪਿਕ ਜਾਣ ਤੋਂ ਪਹਿਲਾਂ ਆਪਾਂ ਪਹਿਲਾਂ ਡਿਸਟੋਰਸ਼ਨਸ ਔਰ ਹਾਈਜੈਕਿੰਗ ਦੀ ਗੱਲ ਕਰ ਰਹੇ ਸੀ। ਤੁਸੀਂ ਇਹ ਦੇਖੋ ਵੀ ਤੁਹਾਡੀ ਔਰ ਮੇਰੀ ਆਪਣੀ ਟਰਮੀਨੋਲੋਜੀ ਦੇ ਵਿੱਚ ਵੀ ਡਿਸਟੋਰਸ਼ਨ ਇੰਨੀ ਡੂੰਘੀ ਆ ਗਈ ਹੈ ਕਿ ਆਪਾਂ ਦਰਬਾਰ ਸਾਹਿਬ ਦੀ ਬਜਾਏ ਗੋਲਡਨ ਟੈਂਪਲ ਕਹਿਣਾ ਸ਼ੁਰੂ ਕਰਤਾ। ਹਮੇਸ਼ਾ ਦਰਬਾਰ ਸਾਹਿਬ, ਹਰਮੰਦਰ ਸਾਹਿਬ, ਹੁਣ ਮੰਦਰ, ਫਿਰ ਗੋਲਡਨ ਟੈਂਪਲ ਬਣ ਗਏ। ਸੋ ਇਹਦਾ ਜ਼ਿਕਰ ਵੀ ਉਹਨਾਂ ਵੀਡੀਓਜ਼ 'ਚ ਹੈਗਾ। ਔਰ ਇਸ ਚੀਜ਼ ਨੇ ਮੈਨੂੰ, ਮੈਂ ਕਿਹਾ ਦੇਖੋ ਅਸੀਂ ਨੋਟਿਸ ਹੀ ਨਹੀਂ ਕਰਦੇ ਇਹ ਗੱਲਾਂ। ਬਿਲਕੁਲ ਠੀਕ ਹੈ। ਬਹੁਤ ਸਾਰੀਆਂ ਚੀਜ਼ਾਂ ਅਸੀਂ ਦਿਨ ਦਿਹਾੜੇ ਨੋਟਿਸ ਨਹੀਂ ਕਰਦੇ, ਪਰ ਉਹ ਜਿਸ ਤਰ੍ਹਾਂ ਐਮਬੈਡ ਹੋ ਜਾਂਦੀਆਂ ਓਵਰਆਲ ਪੀਰੀਅਡ ਟਾਈਮ, ਜਦੋਂ ਇਹ ਜਿਹੜੇ ਹਿਸਟੋਰੀਕਲ ਫੈਕਟਸ ਵੀ ਹੋ ਜਾਣਗੇ ਤਾਂ ਲੋਕਾਂ ਨੇ ਇਹੀ ਸਮਝਣਾ ਸ਼ੁਰੂ ਕਰ ਦੇਣਾ ਕਿ ਇਹ ਇੱਕ ਮੰਦਰ ਹੀ ਬਣਿਆ ਸੀਗਾ। ਇਹ ਚੀਜ਼ ਸਾਨੂੰ ਕੌਨਸ਼ੀਅਸਲੀ ਕਰੈਕਟ ਕਰਨ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਜਿਹੜੀ ਇਹ ਹੈਗੀਆਂ ਜਿਹੜੀ ਗੁਰਬਾਣੀ ਦੇ ਵਿੱਚ ਨਹੀਂ ਹੈ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਉਹਦਾ ਪਾਠ ਕਰਨਾ, ਉਹਦਾ ਜਪ ਕਰਨਾ, ਉਹਦੇ ਨਾਲ ਅਰਦਾਸ ਕਰਨੀ, ਜਾਂ ਉਹਦਾ ਕਥਾ ਕਰਨੀ, ਜਾਂ ਉਹਦਾ ਕੀਰਤਨ ਕਰਨਾ, ਮੇਰੇ ਖਿਆਲ ਇਹ ਤਾਂ ਇੱਕ ਸਟੈਪ ਇਸ ਵੇਲੇ ਸਾਨੂੰ ਸਾਰਿਆਂ ਸਿੱਖਾਂ ਨੂੰ ਸੋਚ ਕੇ ਲੈਣ ਦੀ ਜ਼ਰੂਰਤ ਹੈ। ਖਾਸ ਕਰ ਮੈਂ ਰਿਕੁਐਸਟ ਕਰਦਾ ਜਿਹੜੇ ਇਹਨਾਂ ਕੰਟਰੀਆਂ ਦੇ ਵਿੱਚ ਗੁਰਦੁਆਰਾ ਸਾਹਿਬਾਨ ਨੇ, ਜਿਹੜੇ ਉਹਨਾਂ ਦੇ ਐਕਟ ਦੇ ਥੱਲੇ ਡਾਇਰੈਕਟਲੀ ਨਹੀਂ ਆਉਂਦੇ, ਉਹ ਇਹ ਕੰਟਰੋਵਰਸੀ ਨੂੰ ਤਾਂ ਕਿਉਂਕਿ ਅੱਜ ਅਸੀਂ ਸ਼ੁਰੂ ਕਰਾਂਗੇ ਹੌਲੀ ਹੌਲੀ। ਇੱਕ ਜਿਵੇਂ ਤੁਸੀਂ ਕਿਹਾ ਕਿ ਆਪਾਂ ਗੋਲਡਨ ਟੈਂਪਲ ਨਾ ਕਹੀਏ, ਹੁਣ ਅਸੀਂ ਦਰਬਾਰ ਸਾਹਿਬ ਕਿਹਾ ਕਰੀਏ, ਇਹ ਆਪਾਂ ਕਰੈਕਟ ਕਰਦੇ ਹਾਂ। ਉਹ ਥੈਂਕ ਯੂ ਫॉर योर ਕਰੈਕਸ਼ਨ ਡਾਕਟਰ। ਖਿਆਲ ਰੱਖਿਓ ਆਪਾਂ ਸਾਰਿਆਂ ਨੂੰ ਛੇਕ ਨਾ ਦੇਣ ਫਟਾਫਟ। ਅਸੀਂ ਤਾਂ, ਮੈਂ ਪਹਿਲਾਂ ਹੀ ਕਿਹਾ ਸੀ, ਅਸੀਂ ਉਹੀ ਬੋਲ ਰਹੇ ਹਾਂ ਜਦ ਸਾਡੇ ਕੋਲੋਂ ਬਾਬਾ ਨਾਨਕ ਬੁਲਾ ਰਿਹਾ। ਠੀਕ ਹੈ, ਦੇਖ ਲਈ ਕਿਸੇ ਨੂੰ ਨਹੀਂ ਲੱਗਾ, ਅਸੀਂ ਪਹਿਲਾਂ ਹੀ ਮਾਫੀ ਮੰਗ ਲੈਂਦੇ ਹਾਂ ਕਿ ਜੇ ਕਿਸੇ ਨੂੰ ਕੋਈ ਸ਼ਬਦ ਸਾਡਾ ਗਲਤ ਲੱਗਾ ਹੋਵੇ ਜਾਂ ਕਿਸੇ ਨੂੰ ਹਰਟ ਕੀਤਾ, ਸਾਡਾ ਕੋਈ ਉਹੋ ਜਿਹੀ ਇੰਟੈਂਸ਼ਨ ਨਹੀਂ ਹੈ ਕਿਸੇ ਨੂੰ ਹਰਟ ਕਰਨ ਦੀ। ਸਾਡੀ ਤਾਂ ਓਨੈਸਟਲੀ ਇੰਪਰੂਵਮੈਂਟ ਲਿਆਉਣ ਦੀ ਜ਼ਰੂਰਤ ਹੈ ਆਪਣੇ ਬੱਚਿਆਂ ਲਈ, ਆਪਣੀ ਪੋਸਟੈਰਿਟੀ ਸੇਕ ਲਈ, ਧਰਮ ਨੂੰ ਤੇ ਇੰਪਰੂਵਮੈਂਟ। ਕਿਉਂਕਿ ਬਹੁਤ ਲੋਕ ਡਾਕਟਰ ਸਾਹਿਬ ਬਹੁਤ ਇੱਜ਼ਤ ਕਰਦੇ ਆ ਸਿੱਖਾਂ ਦੀ, ਖਾਸ ਕਰ ਜੀਓ ਬਹੁਤ ਇੱਜ਼ਤ ਕਰਦੇ ਆ, ਬੜੇ ਸਾਨੂੰ ਵੇਖਦੇ ਆ ਉਸ ਹਿਸਾਬ ਦੇ ਨਾਲ। ਇੱਕ ਕੌਮ ਹੈ ਜਿਹੜੀ ਕਿ ਫਿਊਚਰ 'ਚ ਬਹੁਤ ਵੱਡਾ ਕੰਮ ਕਰੇਗੀ। ਅਸੀਂ ਉਹਨਾਂ ਨੂੰ ਇੱਜ਼ਤ ਕਰਦੇ ਹਾਂ, ਸਾਨੂੰ ਇੱਕ ਦੂਸਰੇ ਤੋਂ ਸਿੱਖਣ ਦੀ ਜ਼ਰੂਰਤ ਹੈ। ਤੋ ਇੰਪਰੂਵਮੈਂਟ ਤਾਂ ਰੋਜ਼ ਦੀ ਹੁੰਦੀ ਹੈ, ਕਿਉਂਕਿ ਅਦਰਵਾਈਜ਼ ਜੇ ਅਸੀਂ ਨਹੀਂ ਸ਼ੇਕਅਪ ਕਰਾਂਗੇ ਤਾਂ ਫਿਰ ਅਸੀਂ ਉਹ ਗਲਤ ਪਾਸੇ ਨੂੰ ਚੱਲ ਜਾਵਾਂਗੇ। ਅਸੀਂ ਆਪਣੀ ਹੈਰਾਨੀ ਵੀ ਐਕਸਪ੍ਰੈਸ ਕਰਦੇ ਹਾਂ ਬ੍ਰਿਗੇਡੀਅਰ ਸਾਹਿਬ, ਕਿਉਂਕਿ ਮੈਨੂੰ ਜੈਨੂਇਨਲੀ ਸਮਝ ਨਹੀਂ ਆਉਂਦੀ ਕਿ ਜਦੋਂ ਸਾਡੇ ਕੋਲੇ ਗੁਰਬਾਣੀ ਔਰ ਗੁਰੂ ਗ੍ਰੰਥ ਸਾਹਿਬ ਹੈਗਾ ਤਾਂ ਅਸੀਂ ਫਿਰ ਖੱਬੇ ਸੱਜੇ ਕਿਉਂ ਦੂਜੀਆਂ ਚੀਜ਼ਾਂ ਨੂੰ ਲੱਭਦੇ ਫਿਰਦੇ ਹਾਂ। ਮੈਨੂੰ ਇਹ ਨਹੀਂ ਸਮਝ ਆਈ। ਤੁਸੀਂ ਜੂਸ ਦੀ ਗੱਲ ਕੀਤੀ ਹੈ, ਤੁਸੀਂ ਪਹਿਲਾਂ ਜ਼ਿਕਰ ਕੀਤਾ ਹੈ। ਮੈਂ 13 ਸਾਲ ਮੈਨੇਜਿੰਗ ਡਾਇਰੈਕਟਰ ਰਿਹਾ ਐਡਮੋਂਡ ਦੇ ਰੋਥਸ਼ਿਲਡ ਦੇ ਵਿੱਚ। ਜੂਇਸ਼ ਫੈਮਿਲੀ ਹੈ, ਬੜੀ ਮਸ਼ਹੂਰ ਜੂਇਸ਼ ਫੈਮਿਲੀ ਹੈ। ਮੈਂ ਬਹੁਤ ਇੱਜ਼ਤ ਕਰਦਾ, ਸਾਰੇ ਧਰਮਾਂ ਦੀ ਇੱਜ਼ਤ ਕਰਦਾ, ਜੂਸ ਦੀ ਖਾਸ ਤੌਰ 'ਤੇ ਬਹੁਤ ਇੱਜ਼ਤ ਕਰਦਾ, ਕਿਉਂਕਿ ਉਹਨਾਂ ਨਾਲ ਵੀ ਜੋ ਜ਼ਿਆਦਤੀਆਂ ਹੋਈਆਂ ਨੇ, ਉਸ ਮੈਨੂੰ ਆਪਣਾ ਸਮਾਂ ਯਾਦ ਆਉਂਦਾ ਹੈ ਬੰਦਾ ਸਿੰਘ ਬਹਾਦਰ ਤੇ ਉਹਨਾਂ ਤੋਂ ਬਾਅਦ ਜੋ ਕੁਝ ਸਾਡੇ ਨਾਲ ਹੋਇਆ, ਕਾਫੀ ਕੁਝ। ਸੋ ਸਾਡੀਆਂ ਇੰਟੈਂਸ਼ਨਸ ਬਿਲਕੁਲ ਕਲੀਅਰ ਨੇ। ਸੋ ਇਸ ਕਰਕੇ ਕਿਸੇ ਨੂੰ ਵੀ ਡਿਸਟੋਰਟ ਕਰਨ ਦੀ ਲੋੜ ਨਹੀਂ। ਪਰ ਸਾਡੀ ਜਦੋਂ ਆਪਣੀ ਟ੍ਰੈਡੀਸ਼ਨ ਇਸ ਤਰ੍ਹਾਂ ਦੀ ਹੈਗੀ ਹੈ, ਗੁਰੂਆਂ ਦਾ ਮੈਸੇਜ ਇੰਨਾ ਕਲੀਅਰ ਹੈ, ਤੇ ਮੈਨੂੰ ਤਾਂ ਇਹ ਨਹੀਂ ਲੱਗਦਾ ਕਿ ਇਹ ਜਿਹੜੇ ਲੋਕ ਸਾਡੇ ਹੁਣ ਬਣੇ ਬੈਠੇ ਨੇ ਸਰਪ੍ਰਸਤ, ਸਰਬਰਾ, ਇਹ ਕਿਉਂ ਘਬਰਾਉਂਦੇ ਨੇ। ਘਬਰਾਉਂਦੇ ਇਸ ਕਰਕੇ ਨੇ ਕਿ ਇਹਨਾਂ ਦੀਆਂ ਪ੍ਰਿਵਿਲੇਜਸ ਘਟਣਗੀਆਂ। ਪਰ ਜੇ ਇਹ ਅਸਲੀ ਸਿੱਖੀ ਦੇ ਰਸਤੇ ਤੇ ਆਉਣਗੇ ਤੇ ਇਹ ਵੀ ਤਾਂ ਗੁਰੂ ਸਾਹਿਬ ਦੇ ਨੇੜੇ ਹੋਣਗੇ, ਇਹਨਾਂ ਨੂੰ ਵੀ ਫਾਇਦਾ ਹੀ ਹੋਏਗਾ, ਨੁਕਸਾਨ ਨਹੀਂ ਹੋਏਗਾ। ਉਹ ਆਪਣੀਆਂ ਸਿਰਫ ਪ੍ਰਿਵਿਲੇਜਸ ਵੇਖਦੇ ਨੇ ਕਿ ਜੀ ਮੇਰੀ ਧੌਂਸ ਬਣੀ ਰਹੇ ਤੇ ਬਾਕੀ ਜਿਹੜੇ ਲੋਕ ਨੇ ਇਹ ਹਨੇਰੇ 'ਚ ਰਹਿਣ। ਸੋ ਡਾਕਟਰ ਸਾਹਿਬ, ਅਸੀਂ ਕਨਕਲੂਡ ਕਰੀਏ ਅੰਤ 'ਚ ਕੀ ਕਹਿਣਾ ਚਾਹੁੰਦੇ ਹਾਂ ਫਿਊਚਰ ਬਾਰੇ, ਜਾਂ ਕਿਸ ਡਾਇਰੈਕਸ਼ਨ ਨੂੰ ਅਸੀਂ ਜਾ ਰਹੇ ਹਾਂ ਤੇ ਕਿਸ ਡਾਇਰੈਕਸ਼ਨ ਨੂੰ ਜਾਣਾ ਚਾਹੀਦਾ ਸਾਨੂੰ? ਦੇਖੋ, ਫਿਊਚਰ ਬਾਰੇ ਤੇ ਆਪਾਂ ਨੂੰ ਆਪਟੀਮਿਸਟਿਕ ਰਹਿਣਾ ਚਾਹੀਦਾ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਪੈਸ਼ਲੀ ਆਪਣੇ ਜਿਹੜੇ ਯੰਗ ਬੱਚੇ ਬੱਚੀਆਂ ਨੇ, ਉਹਨਾਂ ਨੂੰ ਇਹ ਮੈਸੇਜ ਪਹੁੰਚਣਾ ਬਹੁਤ ਜ਼ਰੂਰੀ ਹੈ। ਔਰ ਉਹ ਜ਼ਿਆਦਾ ਕਾਫੀ ਟੈਕ ਸੈਵੀ ਹੁੰਦੇ ਨੇ ਉਹ ਬੱਚੇ, ਉਹ ਦੇਖ ਲੈਣਗੇ ਇੰਟਰਨੈਟ ਤੇ ਵੀਡੀਓਜ਼ ਵੀ ਦੇਖ ਸਕਦੇ ਨੇ, ਆਪ ਸਮਝਣ ਦੀ ਕੋਸ਼ਿਸ਼ ਵੀ ਕਰ ਸਕਦੇ ਨੇ। ਪਰ ਜਿੱਥੇ ਤੱਕ ਆਰਗੇਨਾਈਜੇਸ਼ਨਲ ਲੈਵਲ ਤੇ ਸਵਾਲ ਹੈ, ਮੇਰੀ ਤਾਂ ਸਾਰਿਆਂ ਨੂੰ ਇਹ ਅਪੀਲ ਹੈ ਕਿ ਸਾਨੂੰ ਇਹ ਮੁਹਿੰਮ ਚਲਾਉਣੀ ਚਾਹੀਦੀ ਹੈ ਕਿ ਜਿਹੜੀ SGPC ਹੈ, ਇਹ ਪੋਲੀਟੀਸ਼ੀਅਨਾਂ ਨੂੰ ਬੈਨ ਕਰਕੇ
ਸਿਰਫ ਜਿਵੇਂ ਮੈਂ ਬਾਕੀ ਬਾਰ-ਬਾਰ ਕਹਿੰਦਾ ਰਹਿਣਾ, ਸਕਾਲਰਸ ਹੋਣ, ਫਾਰਮਰਸ ਹੋਣ, ਫੌਜੀ ਅਫਸਰ ਹੋਣ, ਹੋਰ ਕੋਈ ਵੀ ਹੋਵੇ, ਪੋਲੀਟੀਸ਼ੀਅਨਾਂ ਦੇ ਚੰਗਲ ਚੋਂ ਇਹਨੂੰ ਛੁਡਾਉਣਾ ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਤੱਕ ਅਸੀਂ ਐਸਜੀਪੀਸੀ ਨੂੰ ਇਹ ਪੋਲੀਟੀਸ਼ੀਅਨਾਂ ਦੇ ਜਾਂ ਟੱਬਰਾਂ ਦੇ ਚੰਗਲ ਚੋਂ ਨਹੀਂ ਛਡਾਉਂਦੇ, ਤਾਂ ਜਿੱਥੇ ਤੱਕ ਹਿੰਦੁਸਤਾਨ ਦੇ ਵਿੱਚ ਸਿੱਖੀ ਦਾ ਸਵਾਲ ਹੈ, ਉਹ ਜੋ ਡਿਸਟੋਰਸ਼ਨ ਜਾਂ ਜਿਹੜੀ ਹਾਈਜੈਕਿੰਗ ਹੋਈ ਹੈ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਹੜੇ ਹਾਈਜੈਕਰ ਨੇ ਉਹ ਅਥਾਰਟੀ ਦੀਆਂ ਪੋਜੀਸ਼ਨਾਂ 'ਚ ਬੈਠੇ ਨੇ। ਸੋ ਜਿਹੜਾ ਕੋਈ ਆਪਣੀ ਟਾਹਣੀ ਤੇ ਬੈਠਾ ਹੈ, ਉਹ ਟਾਹਣੀ ਨੂੰ ਤਾਂ ਨਹੀਂ ਨਾ ਵੰਡਣ ਦੇਗਾ ਸਾਨੂੰ। ਸੋ ਉਹ ਜਿਹੜੀ ਇੰਪੀਟਸ ਜਾਂ ਜਿਹੜੀ ਮੁਹਿੰਮ ਚੱਲਣੀ ਹੈ, ਉਹ ਮੇਰੇ ਖਿਆਲ ਹਿੰਦੁਸਤਾਨ ਦੇ ਬਾਹਰ ਜਿਹੜੇ ਪੜ੍ਹੇ ਲਿਖੇ ਸਾਡੇ ਬੱਚੇ ਬੱਚੀਆਂ ਨੇ, ਉਹਨਾਂ ਲਈ ਸ਼ੁਰੂ ਕਰਨੀ ਬਹੁਤ ਜ਼ਰੂਰੀ ਹੈ। ਤੁਸੀਂ ਪਹਿਲਾਂ ਸਰਬੱਤ ਖਾਲਸਾ ਦਾ ਵੀ ਜ਼ਿਕਰ ਕੀਤਾ ਹੈ, ਉਹ ਵੀ ਬਾਹਰਲੇ ਬੱਚੇ ਮੇਰੇ ਖਿਆਲ ਕਈਆਂ ਨੇ ਕੋਸ਼ਿਸ਼ ਕੀਤੀ ਸੀ ਉਹ ਕਰਾਉਣ ਦੀ। ਸੋ ਓਵਰਆਲ ਮੈਂ ਆਪਟੀਮਿਸਟਿਕ ਹਾਂ, ਪਰ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਐਸਜੀਪੀਸੀ ਨੂੰ ਫ੍ਰੀ ਕਰਾ ਕੇ ਤੇ ਗੁਰਬਾਣੀ ਨੂੰ ਬਿਲਕੁਲ ਹਰੇਕ ਦੇ ਲਈ ਦੇਣਾ ਚਾਹੀਦਾ, ਬਜਾਏ ਕਿ ਚੈਨਲਾਂ ਨੂੰ ਮੋਨੋਪਲੀਆਂ ਦੇ ਕੇ ਤੇ ਜਿਹੜੀਆਂ ਡਿਸਟੋਰਸ਼ਨਸ 150 ਪੌਣੇ 200 ਸਾਲ ਸਾਡੇ ਗ੍ਰੰਥਾਂ ਦੇ ਵਿੱਚ ਆ ਗਈਆਂ, ਸਾਡੇ ਧਰਮ ਦੇ ਵਿੱਚ ਆ ਗਈਆਂ, ਅਸੀਂ ਰਿਚੁਅਲਿਜ਼ਮ 'ਚ ਫਸ ਗਏ ਹਾਂ। ਸਾਡੀ ਕਲਰਜੀ ਫੇਰ ਦੁਬਾਰਾ ਉਹੀ ਕੁਝ ਕਰੀ ਜਾਂਦੀ ਹੈ ਜਿਹਨਾਂ ਤੋਂ ਗੁਰੂਆਂ ਨੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਤਾਈਂ ਇਹ ਹਿੰਦੁਸਤਾਨ ਦੇ ਵਿੱਚ ਤੇ ਕਾਰਜ ਮੁਸ਼ਕਲ ਹੋਏਗਾ, ਪਰ ਹੋ ਸਕਦਾ, ਇੰਪੋਸੀਬਲ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਜਾਂਦੇ ਜਾਂਦੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਤਾਂ ਮੈਂ ਮਾਫੀ ਮੰਗਦਾ, ਕੋਈ ਵੀ ਰਿਲੀਜੀਅਸ ਲੀਡਰ ਹੋਣ ਜਾਂ ਕੋਈ ਵੀ ਸਿੱਖ ਸੰਗਤ ਹੋਵੇ, ਕੋਈ ਸਾਡੇ ਕੋਲੋਂ ਕੋਈ ਗੁਸਤਾਖੀ ਹੋ ਗਈ ਹੋਵੇ, ਅਸੀਂ ਸਿਰਫ ਸਾਡੀ ਇੰਟੈਂਸ਼ਨ ਬਿਲਕੁਲ ਸਹੀ ਸੀਗੀ, ਉਹਦੇ ਲਈ ਜੇ ਕਿਸੇ ਨੂੰ ਹਰਟ ਹੋਇਆ ਤਾਂ ਜ਼ਰੂਰ ਸਾਨੂੰ ਮਾਫ ਕਰੋ। ਪਰ ਨਾਲ ਨਾਲ ਮੈਂ ਇਹ ਵੀ ਜਿਹੜੇ ਹੈਗੇ ਬੱਚੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਵੀ ਸਾਡੀ GPS ਹੈ, ਗੁਰੂ ਗ੍ਰੰਥ ਸਾਹਿਬ ਵੀ ਸਾਡੀ ਜਿਹੜੀ ਕੰਪਸ ਹੈ, ਉਹਦੇ ਕੋਲੋਂ ਹੀ ਸੇਧ ਲਈਏ। ਹੋਰ ਸਾਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ, ਕੋਈ ਰਿਚੁਅਲ 'ਚ ਪੈਣ ਦੀ ਜ਼ਰੂਰਤ ਨਹੀਂ ਹੈ, ਕੋਈ ਪੂਜਾ ਕੋਈ ਮੰਤਰ ਪੜ੍ਹਨ ਦੀ ਜ਼ਰੂਰਤ ਨਹੀਂ ਹੈ, ਕੋਈ ਜਿਹੜਾ ਕੌਂਸਟੈਂਟਲੀ ਕੋਈ ਕਹਿੰਦਾ ਵੀ ਇੰਨੇ ਪਾਠ ਕਰਾ ਲਓ, ਇੰਨੇ ਕਰ ਲਓ, ਉਹਨਾਂ 'ਚ ਵੀ ਪੈਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪ ਪੜ੍ਹੋ ਜਾਂ ਕਿਸੇ ਕੋਲੋਂ ਜਿਹੜੇ ਸਕਾਲਰਸ ਹੈ ਜਾਂ ਇੰਟਰਨੈਟ 'ਤੇ ਉਹਦੇ ਕੋਲੋਂ ਕਰੋ, ਉਹਨੂੰ ਪ੍ਰੈਕਟੀਕਲੀ ਕਰੋ। ਔਰ ਗੁਰਬਾਣੀ ਕੋਲ ਸਾਡੇ ਲਈ ਬਹੁਤ ਕੁਛ ਹੈ, ਅਸੀਂ ਸਿਰਫ ਗੁਰਬਾਣੀ ਦੇ ਪਾਥ 'ਤੇ ਚੱਲੀਏ। ਔਰ ਇਸ ਹੁਣ ਸੈਂਚਰੀ 'ਚ ਇੱਕ ਰੈਵੋਲੂਸ਼ਨ ਪੰਜਾਬ 'ਚ ਪੋਲੀਟੀਕਲ ਆਇਆ, ਹੁਣ ਸਾਨੂੰ ਜ਼ਰੂਰਤ ਹੈ ਕਿ ਪੋਸਟੈਰਿਟੀ ਸੇਕ ਲਈ ਇੱਕ ਆਪਣੇ ਰਿਲੀਜਨ 'ਚ ਵੀ ਅਵੇਕਨਿੰਗ ਔਰ ਰੈਵੋਲੂਸ਼ਨ ਲਿਆਂਦੇ। ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ? 2 ਲਾਈਨਾਂ ਬ੍ਰਿਗੇਡੀਅਰ ਸਾਹਿਬ, 2 ਲਾਈਨਾਂ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸੋ ਜੇ ਆਪਾਂ ਇਹਨੂੰ ਸਮਝ ਲਈਏ ਤਾਂ ਬਾਕੀ ਗੱਲਾਂ ਆਪੇ ਹੱਲ ਹੋ ਜਾਣਗੀਆਂ, ਮੇਰਾ ਤਾਂ ਇਹ ਵਿਚਾਰ। ਬਿਲਕੁਲ ਠੀਕ ਕਿਹਾ, ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਅਸੀਂ ਸਾਰੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਅਸੀਂ ਅਗਲੇ ਹਫਤੇ ਫਿਰ ਮਿਲਾਂਗੇ। ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਬਹੁਤ ਅੱਛੀ ਵਾਰਤਾਲਾਪ, ਤੁਸੀਂ ਬੜੇ ਅੱਛੇ ਵਿਚਾਰ ਦਿੱਤੇ ਹੈ। ਤਾਂ ਆਈ ਐਮ ਸ਼ੋਰ ਸਾਡੇ ਸਰੋਤੇ ਵੀ ਇਹਨਾਂ ਵਿਚਾਰਾਂ 'ਤੇ ਵਿਚਾਰ ਕਰਕੇ ਔਰ ਕੁਝ ਵਿਚਾਰਾਂ 'ਤੇ ਐਕਸ਼ਨ ਲੈਣਗੇ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।